अचरज एक सुनोरे पंडिया, अब किच कहन न जाई। सुर नाल गण गंधर्व जिन मोहे, त्रिभुवन मेखुली लाई। राजा राम अनहद किंगरी बाजै, जाकी दृष्ट नाद लिव लागै। रहाओ भाठी गगन सिंघिया अर चुंघिया, कनक कलश एक पाया। तिसमह धार चूए अत निर्मल, रसमह रसन चुआया। एक जो बात अनूप बनी है, पवन प्याला साजिया। तीन भवन में एको जोगी, कहो कमन है राजा। ऐसे ज्ञान प्रगट्या प्रखोतम, कहो कबीर रंग राता। और दुनी सब भरम भुलानी, मन राम रसायन माता। अचरज एक सुनोरे पंडिया, अब किच कहन न जाई। ਜਿਹੜੀ ਗੱਲ ਨੂੰ ਅਚਰਜ ਕਹਿੰਦਾ ਹੈ ਕਬੀਰ, ਅਚਰਜ ਇੱਕ ਸੁਣੋਰੇ ਪੰਡਿਆ। अचरज एक सुनोरे पंडिया, अब किच कहन न जाई। ਅਬ ਕੁਝ ਕਹਿਣ ਨਾ ਜਾਈ। ਇਹਨੂੰ ਵਿਸਮਾਦ ਕਿਹਾ ਨਾ ਗੁਰੂ ਨਾਨਕ ਨੇ। ਅਚਰਜ ਦਾ ਇਹਨੂੰ ਵਿਸਮਾਦ ਹੈ। ਉਹਨਾਂ ਨੇ ਕਿਹਾ ਜਿਸ ਵਕਤ ਨਾਦ ਸੁਣਿਆ ਕਬੀਰ ਨੂੰ ਕਾਮਯਾਬ ਹੋਇਆ, ਉਦੋਂ ਇਹ ਗੱਲ ਕਹੀ ਹੈ। ਕਿਉਂਕਿ ਉੱਪਰ ਜਿਹੜੀ ਗੱਲ ਕਹੀ ਹੋਈ ਹੈ, ਨਾਮ ਬੂਝ ਪਰਮ ਪਦ ਪਾਈ। ਜਿਹਨੇ ਨਾਮ ਨੂੰ ਬੁੱਝ ਲਿਆ, ਜਿਹੜਾ ਸ਼ਬਦ ਨਾਲ ਜੁੜ ਗਿਆ, ਹੁਕਮ ਨਾਲ ਜੁੜ ਗਿਆ। ਹੁਕਮ ਬੂਝ, ਬਲਕਿ ਹੁਕਮ ਨੂੰ ਬੁੱਝਣ ਦੀ ਆਖਰੀ ਲਾਈਨ ਸੀ। ਉਤਲੇ ਸ਼ਬਦ ਦੀ ਆਖਰੀ ਪੰਕਤੀ ਹੈ ਹੁਕਮ ਨੂੰ ਬੁੱਝਣ। हुक्म पछाण तक खसमे मिलना। ਹੁਕਮ ਪਛਾਣ ਤਾਂ ਖਸਮੇ ਮਿਲਣਾ। ਗੁਰੂ ਨਾਨਕ ਕਹਿੰਦਾ ਹੁਕਮ ਬੂਝ ਪਰਮ ਪਦ ਪਾਈ। ਗੱਲ ਤਾਂ ਇੱਕੋ ਹੀ ਹੈ ਨਾ। ਫਿਰ ਹੁਕਮ ਜਦ ਪਛਾਣਿਆ, ਉਹ ਅਚਰਜ ਹੋਇਆ। ਜਿਹੜਾ ਕੁਛ ਮਾਲਾ ਤੋਂ ਪ੍ਰਾਪਤ ਕਰਨਾ ਚਾਹੁੰਦਾ ਸੀ, ਮਾਲਾ ਵਾਲਿਆਂ ਨੇ ਤਾਂ ਕਿਹਾ ਸੀ ਵੀ ਦਰਸ਼ਨ ਹੋਊਗਾ। ਦਰਸ਼ਨ ਕਿਹਾ ਜਾਊਗਾ ਜਿਹੋ ਜਿਹੀ ਭਾਵਨਾ, ਉਹ ਲਿਖ ਦਿੱਤਾ ਨਾ ਉਹਦੇ ਚ। ਜੈਸੀ ਭਾਵਨਾ ਕਿਸੇ ਦੀ ਹੁੰਦੀ, ਉਸ ਰੂਪ ਚ ਕਹਿੰਦੇ ਦਰਸ਼ਨ ਦੇ ਜਾਂਦੇ। ਫਿਰ ਤਾਂ ਸਾਡੀ ਮਰਜ਼ੀ ਹੋਈ ਉਹਦੇ ਰੂਪ ਬਣਾਉਣੇ ਪਰਮੇਸ਼ਰ ਦੇ। ਉਹਦਾ ਆਪਣਾ ਤਾਂ ਕੋਈ ਰੂਪ ਹੀ ਨਾ ਹੋਇਆ। ਕਿੰਨੀ ਗਲਤ ਗੱਲ ਕਹੀ ਹੋਈ ਹੈ। ਕਹਿੰਦੇ ਜੈਸੀ ਕਿਸੇ ਦੀ ਭਾਵਨਾ ਹੁੰਦੀ, ਇੱਛਾ ਹੁੰਦੀ, ਉਹ ਜਿਹਾ ਬਣ ਕੇ ਦਰਸ਼ਨ ਦੇ। ਤਾਂ ਉਹਦਾ ਫਿਰ ਅਸਲੀ ਰੂਪ ਤਾਂ ਕੋਈ ਵੀ ਨਹੀਂ। ਤਾਂ ਸਾਡੀ ਇੱਛਾ ਅਨੁਸਾਰ ਰੂਪ ਹੈ। ਇਹ ਧਰਮ ਦੇ ਨਾਂ ਤੇ ਫਰੋਡ ਹੈ, ਝੂਠ ਹੈ। ਕਿਸੇ ਨੂੰ ਅੱਜ ਤੱਕ ਇਹਦਾ ਦਰਸ਼ਨ ਹੋਇਆ ਹੀ ਨਹੀਂ ਬਾਹਰੋਂ। ਅੱਖਾਂ ਨਾਲ ਹੋਣਾ ਦਰਸ਼ਨ। ਉਹ ਤਾਂ ਮਾੜਾ ਤਾਂ ਫੇਰਦਾ ਵੀ ਸ਼ਾਇਦ ਉਹ ਗੱਲ ਸੱਚ ਹੈ। ਜਦੋਂ ਮੰਨ ਗਏ ਵੀ ਇਹ ਗੱਲ ਝੂਠ ਹੈ, ਕਿਸੇ ਨੂੰ ਨਾ ਦਰਸ਼ਨ ਹੋਇਆ ਨਾ ਏਦਾਂ ਹੁੰਦਾ ਆਈ ਹੈ, ਸੰਸਾਰੀ ਮਾਨਤਾ ਹੋ ਜਾਂਦੀ ਹੈ। ਰਿੱਧ ਸਿਧਾਉਣ ਲੱਗ ਜਾਂਦੀ ਹੈ। ਮਾਇਆ ਉਹ ਤਾਂ ਮਾਇਆ ਬਣ ਨਹੀਂ ਦਿੱਤੀ। ਸੰਤ ਤੂੰ ਬਣਿਆ ਨਹੀਂ ਉਹ ਜਾਂ ਤੂੰ ਕੰਮ ਕਰਕੇ ਖਾਣਾ। ਕਿਤੇ ਡੇਰਾ ਬਣਿਆ ਹੁੰਦਾ, ਤੇਰਾ ਕੋਈ ਮੰਦਰ ਬਣਿਆ ਹੁੰਦਾ, ਬਾਹਰ ਚੜਾਵਾ ਚੜ੍ਹਦਾ, ਲਾਈਨਾਂ ਲੱਗੀਆਂ ਹੁੰਦੀਆਂ, ਉਹ ਕੰਮ ਹੋਇਆ ਨਹੀਂ। ਤੈਨੂੰ ਤਾਂ ਨਹੀਂ ਤੇਰਾ ਜੀ ਲੱਗਦਾ ਮਾੜਾ ਜੀ। ਉਹ ਕਹਿੰਦਾ ਮੈਂ ਉਹਦੇ ਖਾਤਰ ਰੋਟੀ ਖਾਤਾ ਤਾਂ ਮੈਂ ਕੰਮ ਨਹੀਂ ਕੀਤਾ। ਰੋਟੀ ਤਾਂ ਮੈਂ ਹੱਥ ਪੈਰਾਂ ਨਾਲ ਕਮਾਉਂ। ਮੇਰਾ ਜਿਹੜਾ ਮਸਲਾ ਹੈ, ਉਹ ਮਸਲਾ ਜਿਹੜਾ ਤੁਸੀਂ ਕਹਿੰਦੇ ਕੁਝ ਪ੍ਰਾਪਤੀ ਹੁੰਦੀ ਹੈ ਧਰਮ ਤੋਂ ਜਿਹੜੀ ਪ੍ਰਾਪਤੀ ਉਹ ਤਾਂ ਕੁਝ ਹੁੰਦੀ ਹੋ ਨਹੀਂ ਸੀ। ਹੁੰਦੀ ਤਾਂ ਹੋਊਗੀ ਪ੍ਰਾਪਤੀ ਜ਼ਰੂਰ, ਕਬੀਰ ਨੇ ਕਿਹਾ ਇਹ ਨਹੀਂ ਗੱਲ। ਪਰ ਇਹਨਾਂ ਵਾਲੇ ਧਰਮ ਤੋਂ ਨਹੀਂ ਹੁੰਦੀ, ਤੁਹਾਡੇ ਵਾਲੇ ਧਰਮ ਤੋਂ ਨਹੀਂ ਹੁੰਦੀ। ਤਾਂ ਹੀ ਉਹ ਕਹਿਣਾ ਹਮਰੇ ਕੋਲ ਕੌਣੇ ਰਾਮ ਕਹਿਓ। ਕਬੀਰ ਗਾਹਾਂ ਕਹੂਗਾ ਅੱਗੇ। ਇਸ ਮਾਲਾ ਫੇਰਨ ਵਾਲਿਆਂ ਦੀ ਕੁਲ ਦੇ ਵੀ ਤਾਂ ਕਿਸੇ ਨੇ ਰਾਮ ਦੱਸਿਆ ਹੀ ਨਹੀਂ ਅਜੇ ਤੱਕ। ਕਿਹਾ ਜਾਂਦਾ ਰਾਮ ਬਾਰੇ ਕੋਈ ਗਿਆਨ ਨਹੀਂ ਕਰਾਇਆ। ਹਮਰੇ ਕੋਲ ਕੌਣੇ ਰਾਮ ਕਹਿਓ, ਕਿਹਨੇ ਕਿਹਾ ਰਾਮ? ਉਹਨਾਂ ਨੂੰ ਇਹ ਕਹਿਣਾ ਮਾਲਾ ਵਾਲੇ ਨੂੰ, ਦੱਸੋ ਕਿਹਨੇ ਰਾਮ ਬਾਰੇ ਦੱਸਿਆ? ਰਾਮ ਦਾ ਗਿਆਨ ਕਿਹਨੇ ਕਰਾਇਆ? ਜਬਕਿ ਮਾਲਾ ਲਈ ਨਪੁੱਤੇ ਤਬ ਤੇ ਸੁਖ ਨਾ ਪਿਓ, ਤਾਂ ਹੀ ਤਾਂ ਸੁਖ ਨਹੀਂ ਹੋਇਆ। ਸੁਖ ਤਾਂ ਰਾਮ ਮਿਲ ਕੇ ਹੋਣਾ ਸੀ। ਰਾਮ ਬਾਰੇ ਤਾਂ ਗਿਆਨ ਹੀ ਨਹੀਂ ਹੈ, ਸੁਖ ਤਾਂ ਹੋਣਾ ਸੀ। ਫੇਰ ਪੜਦਾ ਫੋਲਿਆ ਕਬੀਰ ਨੂੰ ਨਾ ਮਾਲਾ ਵਾਲਿਆ। ਹੁਣ ਮਾਲਾ ਛੱਡ ਕੇ ਮਗਰ ਚਲਾ ਗਿਆ। ਮਗਰ ਜਾ ਕੇ ਮਸਲਾ ਹੱਲ ਹੋ ਗਿਆ, ਦਰਸ਼ਨ ਹੋ ਗਿਆ। ਪਹਿਲੇ ਦਰਸ਼ਨ ਮਗਰ ਪਾਇਓ। ਜਦ ਦਰਸ਼ਨ ਹੁਕਮ ਬੁੱਝ ਲਿਆ, ਉੱਥੇ ਹੁਕਮ ਪਛਾਣ ਲਿਆ, ਉੱਥੇ ਜਾ ਕੇ ਪੜ੍ਹ ਕੇ ਸਮਝ ਕੇ ਫੇਰ ਅਚਰਜ ਦੀ ਗੱਲ ਕਰ ਰਿਹਾ। ਜਿਹੜਾ ਹੋਇਆ ਹੀ ਨਹੀਂ ਸੀ, ਸੁਣਿਆ ਹੀ ਨਹੀਂ ਸੀ ਕੰਮ,
ਜਿਹੜਾ ਸੁਣਿਆ ਸੀ ਉਹ ਝੂਠ ਹੈ। ਜੋਗੀਆਂ ਵਾਲਾ ਧਰਮ ਸੁਣਿਆ ਸੀ ਉਹ ਝੂਠ ਹੈ, ਤੋਂ ਕੁਝ ਪ੍ਰਾਪਤੀ ਨਹੀਂ। ਮਾਲਾ ਵਾਲਿਆਂ ਵਾਲਾ ਧਰਮ ਸੁਣਿਆ ਸੀ ਝੂਠ ਹੈ, ਉਤੋਂ ਪ੍ਰਾਪਤੀ ਨਹੀਂ। ਜਿਹਦਾ ਪ੍ਰਚਾਰ ਨਹੀਂ ਸੀ ਉਤੋਂ ਪ੍ਰਾਪਤੀ ਹੋ ਗਈ। ਇਹ ਧਰਮ ਦਾ ਪ੍ਰਚਾਰ ਨਹੀਂ ਹੁੰਦਾ ਹੈ। ਇਸ ਕਰਕੇ ਇਹਨੂੰ ਨਵਾਂ ਕਿਹਾ ਹੈ, ਹਰ ਵਾਰ ਨਵਾਂ ਹੀ ਹੁੰਦਾ ਹੈ, ਪ੍ਰਚਾਰ ਨਹੀਂ ਨਾ ਹੁੰਦਾ ਇਹਦਾ। ਸਾਹਿਬ ਮੇਰਾ ਨੀਤ ਨਵਾਂ ਤਾਂ ਹੀ ਕਿਹਾ ਹੋਇਆ ਹੈ। ਕਹਾਣੀ ਵਾਲਾ ਸਾਖੀ ਵਾਲਾ ਧਰਮ ਨੀਤ ਨਵਾਂ ਨਹੀਂ ਹੁੰਦਾ। ਬਸ ਨੀਤ ਨਵਾਂ ਇਹੀ ਹੁੰਦਾ, ਸ਼ਬਦ ਵਿਚਾਰ ਨੀਤ ਨਵਾਂ ਹੀ ਹੁੰਦਾ। ਪ੍ਰਚਾਰ ਤਾਂ ਹੋਵੇ ਜੇ ਕਿਸੇ ਨੂੰ ਗਿਆਨ ਹੋਵੇ, ਜਾਂ ਗਿਆਨ ਲੁਪਤ ਹੋ ਗਿਆ ਇਹਦਾ ਪ੍ਰਚਾਰ ਕਿੱਥੋਂ ਹੋਣਾ? ਪ੍ਰਚਾਰ ਬੰਦ ਹੋ ਗਿਆ। ਅੱਜ ਗੁਰਮਤਿ ਦਾ ਪ੍ਰਚਾਰ ਬੰਦ ਹੋਇਆ ਹੈ ਤਾਂ ਹੀ ਹੈ, ਇਹਦਾ ਗਿਆਨ ਨਹੀਂ ਹੈ ਕਿਸੇ ਨੂੰ। ਗੁਰਬਾਣੀ ਸਾਡੇ ਕੋਲ ਹੋਣੀ ਹੋਰ ਗੱਲ ਹੈ, ਗੁਰਬਾਣੀ ਦੀ ਸਮਝ ਹੋਣੀ ਹੋਰ ਗੱਲ ਹੈ। ਇਸ ਕਰਕੇ ਇਹ ਜੀ ਬਾਣੀ, ਇਹ ਜਿਹਾ ਗਿਆਨ ਗ੍ਰੰਥਾਂ ਦੇ ਵਿੱਚ ਉਦੋਂ ਵੀ ਸੀ ਕਬੀਰ ਵੇਲੇ ਮਗਰ ਪਿਆ ਸੀ। ਜਿਹੜਾ ਉਹਨੇ ਪੜ੍ਹ ਲਿਆ ਉਹਨੂੰ ਸਮਝ ਆ ਗਈ, ਜਿਨ੍ਹਾਂ ਦੇ ਕੋਲ ਸੀ ਉਹਨਾਂ ਨੂੰ ਸਮਝ ਨਹੀਂ ਆਈ। ਫਰਕ ਸਿਰਫ ਇੰਨਾ, ਜਿਨ੍ਹਾਂ ਦੇ ਕੋਲ ਪਿਆ ਸੀ ਉਹਨਾਂ ਨੂੰ ਸਮਝ ਨਹੀਂ ਆਈ, ਕਬੀਰ ਨੂੰ ਸਮਝ ਆ ਗਈ। ਬੁੱਧੀ ਤੇਜ਼ ਸੀ, ਸਮਝ ਜ਼ਿਆਦਾ ਸੀ, ਕਵੀ ਸੀ, ਸੈਂਸਿਟਿਵ ਸੀ, ਜ਼ਿਆਦਾ ਗਿਆਨ ਸੀ ਉਹਨੂੰ, ਪੜ੍ਹਾਈ ਦਾ ਵੀ ਲੋੜ ਸੀ, ਉਹਨੂੰ ਸਮਝ ਆ ਗਈ। ਉਹਨੇ ਸ਼ਰਤਾਂ ਪੂਰੀਆਂ ਕਰਦੀਆਂ। ਗੁਰਬਾਣੀ 'ਚ ਕੋਈ ਸ਼ਰਤਾਂ ਨੇ, ਜਿਹੜਾ ਪੂਰੀਆਂ ਕਰਦਾ ਚਲਾ ਜਾਊ ਉਹਨੂੰ ਸਮਝ ਆ ਜਾਂਦੀ। ਗੁਰਬਾਣੀ ਵਿੱਚ ਸ਼ਰਤਾਂ ਨੇ, ਜਿਹੜਾ ਨਾਲ ਦੀ ਨਾਲ ਸ਼ਰਤ ਪੂਰੀ ਕਰੂ ਨਾਲ ਦੀ ਨਾਲ ਪੌੜੀ ਚੜੀ ਜਾਂਦਾ। ਜੇ ਸ਼ਰਤ ਨਹੀਂ ਪੂਰੀ ਕਰਦਾ ਫਿਰ ਇਹਦੀ ਸਮਝ ਨਹੀਂ ਆਉਂਦੀ। ਮੰਨੇ ਕੀ ਗਤ ਕਹੀ ਨਾ ਜਾਏ, ਜਾਂ ਮੰਨੇ ਮਾਰਗ ਠਾਕ ਨਾ ਪਾਏ। ਜੇ ਮੰਨੂਗਾ ਫਿਰ ਰਸਤੇ 'ਚ ਰੁਕਾਵਟ ਨਹੀਂ ਆਉਂਦੀ। ਜਿੱਥੇ ਮੰਨਣ ਤੇ ਹਟ ਗਿਆ ਉੱਥੇ ਪੌੜੀ ਗਾਂ ਵਾਲੀ ਨਹੀਂ ਖਿੱਚਦਾ, ਉੱਥੇ ਹੀ ਖੜ ਜਾਂਦਾ। ਫਿਰ ਨਹੀਂ ਸਮਝ ਆਉਂਦੀ ਇਹਦੀ। ਇਹ ਸ਼ਰਤ ਹੈ, ਮੰਨੇ ਮਾਰਗ ਠਾਕ ਨਾ ਪਾਏ ਤਾਂ ਸ਼ਰਤ ਹੈ ਸਿੱਧੀ। ਜੇ ਮੰਨੂਗਾ ਗੁਰਬਾਣੀ ਨੂੰ ਤਾਂ ਰਸਤੇ 'ਚ ਰੁਕਾਵਟ ਨਹੀਂ, ਉੱਥੇ ਹੀ ਬ੍ਰੇਕ ਲੱਗੇ ਹੋਏ ਨੇ। ਬ੍ਰੇਕ ਕਾਹਦੇ ਲੱਗੇ ਨੇ? ਪ੍ਰਚਾਰਕਾਂ ਨੂੰ ਮੰਨਦਾ ਕੋਈ ਨਹੀਂ ਨਾ। ਮੰਨ ਕਰੀ ਚੱਲਿਆ ਗੁਰਬਾਣੀ ਨੂੰ, ਮੰਨੇ ਤੇ ਬਿਨਾਂ ਦਾ ਗਿਆਨ ਗਾਹ ਨਹੀਂ ਹੁੰਦਾ। ਇਹਦੀ ਸਮਝ ਨਹੀਂ ਆਉਂਦੀ, ਆਏ ਨਹੀਂ ਸਕਦੀ ਸਮਝ। ਮੰਨਣ ਦੇ ਨਾਲੇ ਆਕਾਰ ਬੜਾ ਹੁੰਦਾ ਭਾਂਡੇ ਦਾ। ਮਨ ਸਾਫ਼ ਹੁੰਦਾ, ਨਿਰਮਲ ਹੁੰਦਾ ਤਾਂ ਉਹਦੀ ਸਮਝ ਆਉਂਦੀ ਹੈ। ਉਹ ਤਾਂ ਨਿਰਮਲ ਹੁੰਦੀ ਹੈ ਤਾਂ ਸਮਝ ਆਉਂਦੀ ਹੈ। ਹਾਂ, ਅਚਰਜ ਇੱਕ ਸੁਣ ਰਹੇ ਪੰਡਿਆ, ਵਿਸਵਾਦ ਹੋ ਗਿਆ ਕਬੀਰ ਨੂੰ ਵੀ ਇਹ ਕੀ ਹੋ ਗਿਆ। ਅੱਬ ਵਿੱਚ ਕਹਿਣ ਨਾ ਜਾਈ। ਕਹਿੰਦਾ ਪੰਡਿਆ ਤੈਨੂੰ ਇੱਕ ਵਿਸਵਾਦ ਦੀ ਗੱਲ ਦੱਸਾਂ, ਹੈਰਾਨੀ ਦੀ ਗੱਲ ਦੱਸਾਂ। ਬਈ ਗੱਲ ਦੱਸਣ ਤੇ ਦੱਸਿਓ ਨਹੀਂ ਜਾ ਸਕਦੀ। ਦੱਸਾਂ ਕੀ, ਦੱਸਣ ਤੇ ਪਰੇ ਗੱਲ ਹੈ। ਹੁਣ ਆਹ ਗੱਲ ਲਿਖੀ ਹੋਈ ਹੈ ਬਈ ਬੋਲਣ ਤੇ ਪਰੇ ਹੈ। ਅੱਬ ਵਿੱਚ ਕਹਿਣ ਨਾ ਜਾਈ, ਕਹਿਣ ਨਾ ਜਾਈ, ਕਹਿਣ ਸੁਣਨ ਤੇ ਪਰੇ ਦੀ ਗੱਲ ਹੋ ਗਈ। ਸੁਰ ਨਰ ਗਣ ਗੰਧਰਵ ਜਿਨ ਮੋਹੇ। ਸੁਰ ਨਰ ਗਣ ਗੰਧਰਵ ਜਿਹਨੇ ਮੋਹੇ ਹੋਏ ਨੇ ਨਾ, ਮੋਹ ਦਿਆਲ 'ਚ ਫਸਾਏ ਨੇ ਸੰਸਾਰ 'ਚ, ਮੋਹ ਫਾਸ ਵਿੱਚ ਜਿਹਨੇ ਪਾਏ ਹੋਏ ਨੇ ਸਾਰੇ। ਤ੍ਰਿਭਵਨ ਮੇਖੁਲੀ ਲਾਈ। ਆ ਤਿੰਨੇ ਭਵਨਾਂ ਨੂੰ ਆਪਣੇ ਨੱਥ ਪਾ ਕੇ ਕਾਬੂ 'ਚ ਕੀਤਾ ਹੋਇਆ। ਮੇਖਲੀ ਕਹਿੰਦੇ ਨੇ ਤੜਾਗੀ ਨੂੰ, ਅਸਲ 'ਚ ਨੱਥ ਨੂੰ ਕਿਹਾ ਹੈ ਮੇਖਲੀ। ਜਿਹੜੀ ਨੱਥ, ਨੱਕ ਨੱਥ ਖਸਮਤ, ਤਿੰਨੇ ਭਵਨਾਂ ਦੇ ਜੀ ਆਪਣੇ ਕਾਬੂ 'ਚ ਫਿਰ ਰੱਖੇ ਨੇ। ਮੋਹ 'ਚ ਫਸਾ ਕੇ ਫਿਰ ਆਪਣੇ ਕਾਬੂ 'ਚ ਰੱਖੇ ਨੇ। ਤ੍ਰਿਭਵਨ ਮੇਖਲੀ ਲਾਈ। ਰਾਜਾ ਰਾਮ ਅਨਹਦ ਕਿੰਗੁਰੀ ਬਾਜੈ। ਉਹ ਰਾਜਾ ਰਾਮ ਦੀ ਅਨਹਦ ਕਿੰਗਰੀ ਬਾਜੇ। ਕਿੰਗਰੀ ਹੁਕਮ ਹੈ, ਉਹ ਹੁਕਮ ਨੇ ਬਚ ਕੀਤੇ ਨੇ। ਉਹ ਕਿੰਗਰੀ ਮੇਰੇ ਅੰਦਰ ਵੱਜਦੀ ਹੈ, ਮੈਨੂੰ ਸੁਣਦੀ ਹੈ। ਉਹ ਕਿੰਗਰੀ ਸਰਬ ਵਿਆਪੀ ਮੈਨੂੰ ਸੁਣਨ ਲੱਗੀ। ਹੁਕਮ ਬੁਝ ਲਿਆ ਨਾ, ਹੁਕਮ ਸੁਣਨ ਲੱਗ ਗਿਆ। ਉਹ ਹੁਕਮ ਸੁਣਨ ਲੱਗ ਗਿਆ, ਸ਼ਬਦ ਗੁਰੂ ਪ੍ਰਗਟ ਹੋ ਗਿਆ ਅੰਦਰ। ਰਾਜਾ ਰਾਮ ਅਨਹਦ ਕਿੰਗਰੀ ਬਾਜੈ। ਕਿੰਗਰੀ ਬਾਜਾ ਵੱਜਦੀ ਹੈ, ਮੈਨੂੰ ਸੁਣਦੀ ਹੈ। ਵੱਜਦੀ ਸਾਰਿਆਂ ਦੇ, ਸੁਣਦੀ ਹੈ ਨਹੀਂ। ਕਿਉਂ ਨਹੀਂ ਸੁਣਦੀ ਸਾਰਿਆਂ ਨੂੰ? ਜਿੰਨਾ ਚਿਰ ਰਾਜਮਾਲ ਮਨ ਸ਼ੋਰ ਹੈ, ਮਾਇਆ ਦਾ ਸ਼ੋਰ ਹੈ, ਜਿੰਨਾ ਚਿਰ ਅੰਦਰ ਉਹਨਾਂ ਚਿਰ ਨਹੀਂ ਸੁਣਦੀ। ਜਿੱਥੇ ਜ਼ਿਆਦਾ ਰੌਲਾ ਪੈਂਦਾ ਹੋਵੇ ਉੱਥੇ ਘੜੀ ਦੀ ਟਿਕ ਟਿਕ ਨਹੀਂ ਸੁਣਦੀ। ਦਿਨ ਨੂੰ ਤਾਂ ਓਮ ਨਹੀਂ ਸੁਣਦੀ, ਚਾਹੇ ਸ਼ਾਂਤੀ ਵੀ ਹੋਵੇ। ਉਹ ਘੜੀ ਦੀ ਟਿਕ ਟਿਕ ਤਾਂ ਸੁਣਦੀ ਹੈ ਜਦੋਂ ਬਿਲਕੁਲ ਸ਼ਾਂਤੀ ਹੋ ਜਾਏ।
ਉਹ ਤਾਂ ਘੜੀ ਦੀ ਟਿਕ ਟਿਕ ਜਿੰਨੀ ਆਵਾਜ਼ ਹੈ। ਜਿਵੇਂ ਆਪਣੇ ਸਰੀਰ ਦੇ ਵਿੱਚ ਚੱਲਦੀਆਂ ਨੇ ਆਵਾਜ਼ਾਂ, ਨਬਜ਼ ਦੀ ਆਵਾਜ਼ ਆ ਜਾਵੇ ਕਿਸੇ ਨੂੰ, ਜੋਗੀ ਇਹੀ ਸੁਣਦੇ ਸੀ, ਹੋਰ ਕੁਝ ਨਹੀਂ ਸੀ। ਆਪਣੇ ਸਰੀਰ ਦੀ ਆਵਾਜ਼ਾਂ ਇਹ ਵੀ ਤੈਨੂੰ ਨਹੀਂ ਸੁਣਦੀ, ਆਮ ਆਦਮੀ ਇਹ ਵੀ ਧਿਆਨ ਨਾਲ ਸੁਣਦੀ ਹੈ। ਭਾਈ ਤੱਕ ਤਾਂ ਜੋਗੀਆਂ ਦਾ ਇਹ ਉਦੋਂ ਵੀ ਗਾਹਾਂ ਦੀ ਗੱਲ ਹੈ। ਸਰੀਰ ਤੋਂ ਹਟ ਕੇ ਸਰੀਰ ਦੀਆਂ ਆਵਾਜ਼ਾਂ ਨੇ ਨਾ, ਇਹ ਤੋਂ ਗਾਹਾਂ ਫਿਰ ਇਹ ਉਹਨਾਂ ਸੁਣ ਲਓ, ਇਹਨਾਂ ਜਿਵੇਂ ਧਿਆਨ ਹਟ ਜੇ। ਇਹ ਤਿਰਕੁਟੀ 'ਚ ਬੈਠੇ ਤੇ ਸੁਣਦੀਆਂ ਨੇ, ਦਿਮਾਗ ਦੇ ਨਾਲ ਜੁੜੇ ਤੇ ਸੁਣਦੀਆਂ ਨੇ ਸਰੀਰ ਦੀਆਂ ਆਵਾਜ਼ਾਂ। ਜੇ ਦਿਮਾਗ ਛੱਡ ਜਾਵੇ ਫਿਰ ਉਹ ਆਵਾਜ਼ ਸੁਣਦੀ ਹੈ, ਉਦੋਂ ਅੱਗੇ ਚਲਾ ਜਾਵੇ ਹਿਰਦੇ 'ਚ। ਬੁੱਧ ਕੱਲੀ ਰਹਿ ਜਾਵੇ, ਨਰੋਲ ਕੱਲੀ ਬੁੱਧ ਰਹਿ ਜਾਵੇ, ਟੱਚ ਨਾ ਕਰੇ ਮਾਇਆ ਨੂੰ। ਜਾਂ ਮਾਇਆ ਨੂੰ ਟੱਚ ਨਹੀਂ ਬੁੱਧ ਕਰਦੀ ਨਾ, ਸਪਰਸ਼ ਨਹੀਂ ਕਰਦੀ ਮਾਇਆ ਨੂੰ। ਮਾਨਰ ਬੁੱਧ ਜਾਂ ਮਾਇਆ ਦਾ ਸਪਰਸ਼ ਬੰਦ ਕਰ ਦੇਣ, ਫਿਰ ਨਿਰਾਕਾਰ ਉਹ ਗੱਲ ਸੁਣਦੀ ਹੈ। ਜੇ ਮਾਇਆ ਦਾ ਸਪਰਸ਼ ਬੰਦ ਕਰਨ ਫਿਰ ਜੁੜ ਲਗਾ ਦੇਣ, ਸਵਾਲ ਇਹ ਹੈ। ਫਿਰ ਜੁੜਦੇ ਨੇ ਆਕਾਸ਼ ਨਾਲ, ਆਕਾਸ਼ ਨਾਲ ਜੁੜ ਕੇ ਹੀ ਆਕਾਸ਼ ਬਾਣੀ ਸੁਣਦੀ ਹੈ। ਆਕਾਸ਼ ਮਾਇਆ ਤੋਂ ਅੱਡ ਹੈ, ਆਕਾਸ਼ ਚੋਂ ਮਾਇਆ ਪੈਦਾ ਹੋਈ ਹੈ। ਮਾਇਆ ਛੱਡ ਕੇ ਮਨ ਬੁੱਧ ਫਿਰ ਆਕਾਸ਼ ਨਾਲ ਜੁੜ ਜਾਂਦੇ ਨੇ। ਉੱਥੇ ਹੀ ਕਾਸ਼ੀ ਤੇ ਧੁਨ ਪੈਦਾ ਹੁੰਦੀ ਹੈ, ਉੱਥੋਂ ਹੀ ਇਹ ਧੁਨ ਪੈਦਾ। ਕਾਸ਼ੀ ਤੇ ਧੁਨ ਉਪਜਾ, ਧੁਨ ਕਾਸ਼ੀ ਜਾਏ। ਆਕਾਸ਼ ਨਾਲ ਜੁੜ ਕੇ ਸੁਣਦੀ ਹੈ ਆਕਾਸ਼ ਬਾਣੀ। ਸਰੀਰ ਨਾਲ ਜੁੜੇ ਨੂੰ ਆਕਾਸ਼ ਬਾਣੀ ਕਿਸੇ ਨੂੰ ਸੁਣੀ ਹੋਵੇ ਗਲਤ ਗੱਲ ਹੈ। ਸਰੀਰ ਨਾਲ ਜੁੜੇ ਨੂੰ, ਸਰੀਰ ਦੇ ਵਿੱਚ ਜਿਹੜੀ ਪੈਦਾ ਹੁੰਦੀ ਹੈ ਆਵਾਜ਼, ਸਰੀਰ ਦੇ ਵਿੱਚ ਬਹੁਤ ਕੁਝ ਆਵਾਜ਼ਾਂ ਪੈਦਾ ਹੁੰਦੀਆਂ ਨੇ। ਸਾਹ ਪੈਦਾ ਹੁੰਦੀ ਹੈ, ਖਾਣਾ ਹਜਮ ਹੁੰਦਾ ਹੈ, ਹਾਰਟ ਚੱਲਦਾ ਹੈ, ਫੇਫੜਾ ਸਾਹ ਲੈਂਦਾ ਹੈ, ਬਹੁਤ ਕੁਝ ਹੈ। ਡਾਕਟਰ ਵੀ ਸੁਣਦੇ ਨੇ ਆਵਾਜ਼ ਹੈ, ਸਟੈਥੋਸਕੋਪ ਨਾਲ ਨਬਜ਼ ਚੱਲਦੀ ਹੈ, ਖੂਨ ਦਾ ਦੌਰਾ ਹੈ, ਬਾਲ ਬਰਬ ਨੇ ਬੋਲਦੇ ਨੇ, ਬਾਲ ਨੇ ਜਿਹੜੇ ਪੰਪਿੰਗ ਹੁੰਦੀ ਹੈ ਖੂਨ ਦੀ, ਉਹ ਆਵਾਜ਼ਾਂ ਇਹ ਸਰੀਰ ਨਾਲ ਜੁੜ ਕੇ ਸੁਣਦੀਆਂ ਨੇ ਤਿਰਕੁਟੀ 'ਚ। ਉਹ ਤੋਂ ਗਾਹਾਂ ਉਹ 10 ਬੰਦਾਰ ਸੁਣਦੀਆਂ ਨੇ। ਹਾਂ, ਰਾਜਾ ਰਾਮ ਆਨੰਦ ਕਿੰਕਰੀ ਬਾਜਾ, ਜਾ ਕੀ ਦ੍ਰਿਸ਼ਟ ਨਾਦ ਲੈ ਲੱਗਾ। ਜਾ ਕੇ ਦ੍ਰਿਸ਼ਟ, ਜਦੋਂ ਉਹ ਦ੍ਰਿਸ਼ਟਮਾਨ ਹੋ ਜਾਂਦੀ ਹੈ ਨਾ ਕਿੰਕਰੀ, ਜਦੋਂ ਉਹ ਸ਼ਬਦਾਂ ਨਾਲ ਜੁੜ ਜਾਂਦਾ ਹੈ ਫਿਰ ਨਾਦ ਨਾਲ ਲਿਵ ਲੱਗਦੀ। ਉਹ ਨਾਦ ਤੋਂ ਨੇ ਸੁਰਤ ਤੋਂ ਨਾ ਚੇਲਾ, ਸ਼ਬਦ ਗੁਰੂ, ਸੁਰਤ ਤੋਂ ਨਾ ਚੇਲਾ। ਉਹ ਧੁਨੀ ਦੇ ਨਾਲ ਸੁਰਤ ਜੁੜਦੀ ਹੈ, ਉਹ ਧੁਨੀ ਗੁਰੂ ਹੈ, ਸੁਰਤ ਧਿਆਨ ਮਨ ਇਹ ਚੇਲਾ ਹੈ। ਇੱਥੇ ਆ ਕੇ ਸ਼ਬਦ ਗੁਰੂ, ਸੁਰਤ ਤੋਂ ਨਾ ਚੇਲਾ। ਇੱਥੇ ਆ ਕੇ ਉਹ ਗੁਰੂ ਹੈ। ਉਦੋਂ ਪਹਿਲਾਂ ਗਿਆਨ ਗੁਰੂ ਹੈ, ਹੋਰ ਕੋਈ ਗੁਰੂ ਹੀ ਨਹੀਂ ਹੈ ਸੰਸਾਰ 'ਚ ਗੁਰਬਾਣੀ ਅਨੁਸਾਰ। ਇਹ ਗਿਆਨ ਗੁਰੂ ਹੈ। ਸ਼ਬਦ ਉਪਦੇਸ਼ ਗੁਰੂ ਹੈ। ਉਪਦੇਸ਼ ਗੁਰੂ ਤਾਂ ਕਹਿੰਦੇ ਨੇ ਕਿਉਂਕਿ ਗਿਆਨ ਉਪਦੇਸ਼ ਦੇ ਵਿੱਚ, ਗਿਆਨ ਸਿੱਧਾ ਆ ਨਹੀਂ ਸਕਦਾ ਬਿਨਾਂ ਉਪਦੇਸ਼ ਦੇ। ਉਪਦੇਸ਼ ਦੇ ਬਿਨਾਂ ਗਿਆਨ ਨਹੀਂ ਆ ਸਕਦਾ। ਪੌਣ ਦੇ ਬਿਨਾਂ ਉਪਦੇਸ਼ ਨਹੀਂ ਹੋ ਸਕਦੀ। ਪੌਣ ਗੁਰੂ ਵੀ ਤਾਂ ਕਹਿੰਦੇ ਹਵਾ ਦੇ ਬਿਨਾਂ ਉਪਦੇਸ਼ ਨਹੀਂ ਹੋ ਸਕਦਾ। ਪੌਣ ਕੀ ਬਾਣੀ ਹੁੰਦੀ ਹੈ, ਉਹ ਇੱਕੋ ਹੀ ਗੁਰੂ ਦੀ ਗੱਲ ਹੈ। ਉਹ ਪੌਣ ਗੁਰੂ ਕਹਿ ਲਓ, ਸ਼ਬਦ ਗੁਰੂ ਕਹਿ ਲਓ ਜਾਂ ਗਿਆਨ ਗੁਰੂ ਕਹਿ ਲਓ, ਇੱਕ ਦੇ ਵਿੱਚੇ ਨੇ ਤਿੰਨੇ, ਇੱਕ ਦੇ ਹੀ ਵੱਖਰੇ ਵੱਖਰੇ ਨਾਂ ਨੇ। ਕਿਉਂਕਿ ਪੌਣ ਦੇ ਬਿਨਾਂ ਗੱਲ ਨਹੀਂ ਕਹੀ ਜਾ ਸਕਦੀ, ਬੋਲਿਆ ਨਹੀਂ ਜਾ ਸਕਦਾ। ਬੋਲੇ ਦੇ ਬਿਨਾਂ ਗਿਆਨ ਨਹੀਂ ਦਿੱਤਾ ਜਾ ਸਕਦਾ। ਗਿਆਨ ਗੁਰੂ ਹੈ ਉਹ ਹੈ। ਰਹਾਓ ਭਾਠੀ ਗਗਨ ਸਿੰਘਿਆ ਔਰ ਚੁੰਗਿਆ, ਕਣਕ ਗਲਜ ਇੱਕ ਪਾਇਆ। ਭਾਠੀ ਗਗਨ, ਜਿਹੜਾ ਗਗਨ ਸੀ ਨਾ ਮੇਰਾ ਹਿਰਦਾ ਸੀ, ਉਹ ਭਾਠੀ ਹੈ। ਭਾਠੀ ਦੇ ਵਿੱਚ ਮਾਇਆ ਸੜਦੀ ਹੈ, ਹੋਰ ਨਹੀਂ ਕੋਈ ਸੜਦਾ। ਪਰਦੇਸੀ ਕੇ ਘਾਗਰੇ ਚਾਹੁੰਦੇ ਸਲਾਗਾ ਆਗ, ਖਿੱਦਾ ਜਲ ਕੋਇਲਾ ਪਈ ਤਾਂ ਅੱਗੇ ਆਂਚ ਨਾ ਲੱਗ। ਇਹ ਤੇ ਸੱਚ, ਜਿਵੇਂ ਕੋਠਾਲੀ 'ਚ ਸੋਨਾ ਪਾਇਆ ਹੋਇਆ ਪਹਾੜੇ ਤੇ ਗਰਮ ਕਰਦੀ ਏ, ਖੋਟ ਖੋਟ ਅੱਡ ਹੋ ਜਾਂਦੀ ਹੈ, ਸੋਨਾ ਅੱਡ ਹੋ ਜਾਂਦਾ। ਹਿਰਦੇ 'ਚ ਜ਼ਿਆਦਾ ਬ੍ਰਹਮਾਗਨ ਪ੍ਰਗਟ ਹੋਈ ਹੈ, ਬ੍ਰਹਮਾਗਨ ਪ੍ਰਗਟ ਹੋਈ ਹੈ ਭਾਠੀ ਹੈ।
ਜਦੋਂ ਨਾਮ ਦੀ ਭੁੱਖ ਪ੍ਰਗਟ ਹੋਈ ਹੈ, ਬ੍ਰਹਮ ਅਗਨ ਬਿਨਾ ਨਾਮ ਦੀ ਭੁੱਖ ਪ੍ਰਗਟੇ ਨਹੀਂ ਹੁੰਦੀ। ਅਸਲ ਬ੍ਰਹਮ ਗਿਆਨ ਦੀ ਭੁੱਖ ਹੈ, ਬ੍ਰਹਮ ਗਿਆਨ ਦੀ ਭੁੱਖ ਹੈ, ਨਾਮ ਦੀ ਭੁੱਖ ਹੈ, ਹੋਰ ਕੀ ਹੈ? ਸੱਚੇ ਨਾਮ ਕੀ ਲੱਗੇ ਭੁੱਖ, ਸੱਚੇ ਨਾਮ ਕੀ ਲੱਗੇ ਭੁੱਖ, ਉਹੀ ਬ੍ਰਹਮ ਅਗਨ ਹੈ। ਉਹ ਭੁੱਖ ਅਗਨੇ ਹੁੰਦੀ ਹੈ, ਭੁੱਖ ਅਗਨ ਨਹੀਂ ਹੁੰਦੀ। ਭੁੱਖ ਅਗਨੇ ਖਾਈ ਚਲੀਏ ਦੁੱਖ ਦੁੱਖਾਂ ਨੂੰ ਖਾਂਦੀ ਨਹੀਂ, ਉਹ ਅੱਗ ਲੱਕੜਾਂ ਨੂੰ ਖਾਂਦੀ ਨਹੀਂ, ਤੇਲ ਨੂੰ ਖਾਂਦੀ ਨਹੀਂ। ਉਹ ਭੁੱਖੇ ਅੱਗ ਹੈ, ਅੱਗ ਜਿਹੜੀ ਭੁੱਖ ਹੈ ਉਹੀ ਅੱਗ ਹੈ। ਉਹ ਕੀ ਖਾ ਗਈ? ਮਾਇਆ ਸਭ ਖਾ ਗਈ, ਮਾਇਆ ਜਾਲਤੀ ਉਹਨੇ। ਕੀ ਰਹਿ ਗਿਆ? ਉਹ ਤੇ ਸੱਚ ਰਹਿ ਗਿਆ। ਸਿਰਫ ਸੱਚ ਤੋਂ ਬਿਨਾਂ ਸਭ ਕੁਝ ਸਾੜ ਦਿੱਤਾ। ਪਾਠੀ ਗਗਨ, ਹਿਰਦੇ ਦੀ ਪੱਠੀ ਬਣ ਗਈ, ਮਾਇਆ ਜਾ ਨਹੀਂ ਸਕਦੀ ਅੰਦਰ। ਜਿਵੇਂ ਸੋਨਾ ਜਦ ਪਿਘਲਦਾ ਤਾਂ ਖੋਟ ਆਪੇ ਉੱਪਰ ਤਰ ਜਾਂਦੀ ਹੈ, ਬਾਹਰ ਆ ਜਾਂਦੀ, ਖੋਟ ਅਲੱਗ ਆਪੇ ਹੋ ਜਾਂਦੀ ਹੈ। ਸਿੰਘਿਆ ਟਾਂਕਾ ਜਿੰਨਾ ਲੱਗਿਆ ਹੁੰਦਾ ਹੈ, ਤਾਂਬਰ ਪਿੱਤਲ ਆਪੇ ਉੱਤੇ ਆ ਜਾਂਦਾ। ਸੋਨਾ ਪਿਘਲ ਜਾਂਦਾ, ਉਹ ਵੀ ਪਿਘਲਿਆ, ਉਹ ਉੱਤੇ ਤਰ ਜਾਂਦਾ, ਥੱਲੇ ਰਹਿ ਜਾਂਦਾ। ਮਾਇਆ ਅੱਡ ਆਪੇ ਹੋ ਗਈ, ਸਰੀਰ ਆਪੇ ਅੱਡ ਹੋ ਗਿਆ। ਸਿੰਘਿਆ ਔਰ ਚੁੰਗਿਆ, ਸਿੰਘਿਆ ਹੁੰਦਾ ਵਿਚਾਰ। ਜਦ ਇੱਥੇ ਸ਼ਬਦ ਵਿਚਾਰ ਕੀਤੀ ਹਿਰਦੇ 'ਚ ਬੈਠ ਕੇ, ਗੁਰਬਾਣੀ ਉਹ ਜਿਹੜਾ ਗਿਆਨ ਵਿਚਾਰਿਆ, ਉਹ ਜਿਹੜੇ ਗ੍ਰੰਥ ਵਿਚਾਰੇ ਨੇ ਉੱਥੇ, ਮਗਰ ਇਸ ਅਵਸਥਾ 'ਚ ਵਿਚਾਰੀਏ ਬਾਣੀ। ਗੁਰਬਾਣੀ ਵੀ ਇਸੇ ਅਵਸਥਾ 'ਚ ਵਿਚਾਰ ਹੋਊ। ਜੈ ਕਰ ਕੀਰਤੀ ਆਖੀਏ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਲਾ ਸਿਮਰੋ ਸਿਰਜਣਹਾਰੋ। ਜਿਹੜੀ ਅਵਸਥਾ 'ਚ ਬੈਠ ਕੇ ਗੁਰਬਾਣੀ ਲਿਖੀ ਗਈ ਹੈ, ਉਸ ਅਵਸਥਾ ਤੋਂ ਘੱਟ ਵਿੱਚ ਵਿਚਾਰੀ ਹੋ ਨਹੀਂ ਜਾ ਸਕਦੀ। ਵਿਚਾਰੀ ਤਾਂ ਪਹਿਲਾਂ ਵੀ ਜਾਊਗੀ, ਪਰ ਪੂਰੇ ਅਰਥ ਨਹੀਂ ਮਿਲਣੇ ਉੱਥੇ ਜਾ ਕੇ, ਪੂਰੀ ਸਮਝ ਨਹੀਂ ਮਿਲਣੀ, ਪੂਰਾ ਮੱਖਣ ਨਹੀਂ ਮਿਲਣਾ। ਪੂਰਾ ਮੱਖਣ ਜਦ ਮਿਲਣਾ ਜਦੋਂ ਉਸ ਅਵਸਥਾ 'ਚ ਚਲਾ ਜਾਊ ਆਦਮੀ। ਕਿਉਂਕਿ ਬ੍ਰਹਮ ਗਿਆਨੀ ਕੀ ਗਤ ਹੈ ਇਹ। ਬ੍ਰਹਮ ਗਿਆਨੀ ਜਾਣੇ ਦੂਆ ਕਿਵੇਂ ਜਾਣ ਲੂਗਾ? ਬ੍ਰਹਮ ਗਿਆਨੀ ਕੀ ਗਤੀ ਹੈ ਨਾ, ਹੈ ਬ੍ਰਹਮ ਗਿਆਨੀ ਦੀ ਅਵਸਥਾ ਹੈ। ਉਹਨੇ ਉਸ ਅਵਸਥਾ 'ਚ ਗੱਲ ਲਿਖੀ ਹੈ। ਬ੍ਰਹਮ ਗਿਆਨੀ ਜਾਣੇ ਉਸ ਅਵਸਥਾ ਦੇ ਵਿੱਚ ਜਾ ਕੇ ਪੂਰਾ ਜੋ ਮੱਖਣ ਨਿਕਲਣਾ ਨਹੀਂ ਰਹਿੰਦਾ, ਚਲਿਆ ਜਾਣਾ ਮੱਖਣ 'ਚੋਂ। ਜੇ ਜਿਵੇਂ ਹੁਣ ਵਿਦਵਾਨਾਂ ਨੇ ਰੜਕਿਆ, ਉੱਥੇ ਤੱਤ ਰਿਹਾ ਹੀ ਨਹੀਂ, ਤੱਤੇ ਖਤਮ ਕਰਤਾ ਉਹਨਾਂ ਨੇ, ਉਹ ਤਾਂ ਤੱਤੇ ਨਸ਼ਟ ਕਰਤਾ। ਟੀਕਾਕਰਨ ਦਾ ਤੱਤ ਬਿਲਕੁਲ ਨਸ਼ਟ ਕੀਤਾ ਹੈ। ਤੱਤ ਦੱਸੋ ਕਿੱਥੇ ਤੱਤ, ਕੋਈ ਦਿਖਾਓ ਤੱਤ ਕਿੱਥੇ, ਕਿੱਥੇ ਤੱਤ ਦਾ ਪ੍ਰਚਾਰ ਹੋ ਰਿਹਾ। ਸਹਿਜ ਅਵਸਥਾ ਜੋ ਉਹਨਾਂ ਦਾ ਮਨ ਸਹਿਜ ਅਵਸਥਾ ਜਿਹੜੀ ਹੈ, ਮਾਇਆਧਾਰੀ ਨੇ ਸਾਰੇ। ਮਾਇਆਧਾਰੀ ਇਹਨੂੰ ਵਿਚਾਰ ਨਹੀਂ ਕਰ ਸਕਦਾ। ਜਦੋਂ ਮਨ ਸਹਿਜ ਹੋ ਜਾਂਦਾ ਹੈ, ਮਾਇਆਧਾਰੀ ਰਹਿੰਦਾ ਹੀ ਨਹੀਂ, ਟਿਕਿਆ ਹੋਇਆ ਮਨ। ਉਹ ਕਹਿੰਦਾ ਸਹਿਜੇ ਬਲਵੋ ਜੈਸੇ ਤੱਤ ਨਹੀਂ, ਟਿਕਿਆ ਹੋਇਆ ਮਨ ਬਲੂ। ਮਨ ਟਿਕਿਆ ਹੋਇਆ ਤਾਂ ਕਬੀਰ ਦਾ, ਉਹਨਾਂ ਦਾ ਟਿਕਿਆ ਨਹੀਂ ਸੀ ਹੋਇਆ ਜਿਹੜੇ ਉੱਥੇ ਸੀ। ਜਿਨ੍ਹਾਂ ਦੇ ਕੋਲ ਗੁਰਬਾਣੀ ਸੀ ਉਹਨਾਂ ਦਾ ਮਨ ਟਿਕਿਆ ਨਹੀਂ ਸੀ ਹੋਇਆ, ਕਬੀਰ ਦਾ ਟਿਕਿਆ ਹੋਇਆ ਸੀ। ਉਹਨੂੰ ਸਮਝ ਆ ਗਈ, ਦੋਹਾਂ ਨੂੰ ਆਈ ਨਹੀਂ। ਜਿੱਥੇ ਵੀ ਕੋਈ ਬੈਠਾ ਹੋ ਟਿਕਿਆ ਮਨ ਵਾਲਾ, ਉਹਨੂੰ ਸਮਝ ਆ ਜੂ। ਜ਼ਰੂਰੀ ਨਹੀਂ ਮੈਂਬਰ ਸਾਰੇ ਅਨੰਦਪੁਰ ਸਾਹਿਬ ਹੋਣੀ ਹੈ ਸਮਝ, ਕਿਤੇ ਇਹ ਜਗ੍ਹਾ ਨਾਲ ਕੋਈ ਸੰਬੰਧ ਨਹੀਂ ਹੈ। ਕਿਸੇ ਜਗ੍ਹਾ ਨਾਲ ਕੋਈ ਸੰਬੰਧ ਨਹੀਂ ਹੈ। ਜਿਹੜੇ ਸੰਬੰਧ ਜੋੜਦੇ ਤੇ ਹੁਣ ਤੇ ਜੋੜਦੇ ਰਹੇ, ਹੁਣ ਸਾਬਤ ਹੋ ਜਾਊਗਾ, ਹੁਣ ਸਾਬਤ ਹੋ ਜਾਊਗਾ ਵੀ ਸਭ ਝੂਠ ਸੀ ਉਹਨਾਂ ਦਾ। ਸਮੇਂ ਸਿਰ ਝੂਠ ਸਾਬਤ ਹੋਈ ਜਾਂਦਾ ਹੁੰਦਾ। ਸਾਬਤ ਹੋ ਜਾਣਾ ਵੀ ਜੇ ਉੱਥੇ ਸੀ ਕੁਛ, ਤੁਹਾਨੂੰ ਗਿਆਨ ਕਿਉਂ ਨਾ ਹੋਇਆ? ਕਾਸ਼ੀ ਦੇ ਵਿੱਚ ਉਹ ਕਹਿੰਦੇ ਸ਼ਿਵਕੀਪੁਰੀ ਹੈ, ਕਬੀਰ ਨੇ ਰੱਦ ਕਰਤਾ, ਇਹ ਕਾਸ਼ੀ ਨਹੀਂ। ਸ਼ਿਵਕੀਪੁਰੀ ਬਸ ਬੁੱਧ ਸਾਰ। ਸ਼ਿਵਕੀਪੁਰੀ ਉੱਥੇ ਹੋ ਸਕਦੀ ਹੈ ਜਿੱਥੇ ਸਾਰ ਬੁੱਧ ਵਸਦੀ ਹੈ। ਕਾਸ਼ੀ 'ਚ ਸਾਰ ਬੁੱਧ ਹੈ ਨਹੀਂ। ਸਾਰ ਬੁੱਧ ਮਗਰ ਵੀ ਨਹੀਂ ਸੀ, ਸਾਰ ਬੁੱਧ ਨਹੀਂ ਸੀ ਮਗਰ ਸਾਰ ਬੁੱਧ ਦਾ ਗਿਆਨ ਸੀ। ਮਗਰ ਗੁਰਬਾਣੀ ਕੇ ਸਾਰ ਬੁੱਧ ਦਾ ਗਿਆਨ ਹੈ, ਗੁਰਬਾਣੀ ਸਾਰ ਬੁੱਧ ਨਹੀਂ ਹੈ। ਬੁੱਧ ਨਹੀਂ ਹੁੰਦੀ ਇਹਦੇ ਵਿੱਚ, ਗਿਆਨ ਹੁੰਦਾ ਹੈ। ਅੱਖਰਾਂ 'ਚ ਗਿਆਨ ਹੁੰਦਾ, ਬੁੱਧੀ ਨਹੀਂ ਹੁੰਦੀ। ਬੁੱਧੀ ਦਾ ਚੇਤਨ, ਬੁੱਧੀ ਤਾਂ ਚੇਤਨ, ਬੁੱਧੀ ਦਾ ਸਰੀਰ 'ਚ ਹੁੰਦੀ ਹੈ। ਬੁੱਧੀ ਅਜ ਕਿੱਥੇ ਹੁੰਦੀ ਹੈ? ਇਹ ਤਾਂ ਗਿਆਨ ਹੁੰਦਾ।
ਇਹ 'ਚ ਗਿਆਨ ਹੁੰਦਾ ਹੈ, ਬੁੱਧ ਨਹੀਂ ਹੁੰਦੀ ਹੈ। ਬੁੱਧਵਾਨ ਬੁੱਧੀ ਦਾ ਲਿਖਿਆ ਹੋਇਆ ਗਿਆਨ ਹੁੰਦਾ, ਬੁੱਧੀ ਦਾ ਦੱਸਿਆ ਹੋਇਆ ਗਿਆਨ ਹੁੰਦਾ। ਕਹਿੰਦੇ ਸ਼ਿਵ ਕੀ ਪੁਰੀ ਵਸੈ ਬੁੱਧ ਸਾਰ, ਸਾਰ ਬੁੱਧੀ ਸ਼ਿਵ ਕੀ ਪੁਰੀ ਵਸਦੀ। ਇੱਥੇ ਕਿੱਥੇ ਤੁਹਾਡੇ ਸਾਰ ਬੁੱਧ ਦਿਖਾਓ, ਹੈ ਨਹੀਂ ਸੀ। ਉਹ ਤਾਂ ਝੂਠ ਪਹਿਲਾਂ ਮੰਨ ਚੁੱਕਿਆ ਸੀ ਵੀ ਭਾਈ ਸਾਡੀ ਬੁੱਧੀ 'ਚ ਕੁਛ, ਇਹ ਸਾਡੇ ਕੋਲ ਕੁਛ ਹੁੰਦਾ ਨਹੀਂ। ਇਸ ਗੱਲ ਦਾ ਜਵਾਬ ਹੀ ਨਹੀਂ ਦਿੱਤਾ। ਕਬੀਰ ਦੀ ਗੁਰਬਾਣੀ 'ਚ ਲਿਖੀ ਪਈ ਹੈ। ਕੋਈ ਕਾਸ਼ੀ 'ਚ ਰਹਿ ਗਏ, ਕਾਸ਼ੀ ਨੂੰ ਚੈਲੰਜ ਕੀਤਾ ਹੋਇਆ। ਸ਼ਿਵ ਕੀ ਪੁਰੀ ਤਾਂ ਉਹਦਾ ਨਾਮ ਜੇ ਬਸਾ ਬੁੱਧ ਸਾਰ, ਸਾਰ ਬੁੱਧ ਹੁਣ ਸਹੀ ਨਹੀਂ ਹੈ, ਸ਼ਿਵ ਕੀ ਪੁਰੀ ਹੁਣ ਵੀ ਕਹੀ ਜਾਂਦੇ ਨੇ। ਸ਼ਿਵ ਕੀ ਪੁਰੀ ਨਾਮ ਪਰ ਚੱਲਦਾ ਹੈ, ਸਾਰ ਬੁੱਧ ਹੁਣ ਵੀ ਨਹੀਂ ਰਿਹਾ ਉੱਥੇ। ਇਹਦਾ ਹੀ ਚੱਲਦਾ ਹੁੰਦਾ ਹੈ ਨਾ। ਹਾਂਜੀ, ਸਿੰਘਿਆ ਜੁੰਗਿਆ ਕਣਕ ਕਲਸ਼ ਕਪਾਇਆ। ਸਿੰਘਿਆ ਔਰ ਚੁੰਗਿਆ, ਜਦ ਮੈਂ ਵਿਚਾਰਿਆ ਹੈ ਸਾਰਾ ਜਿਹੜਾ ਵਿਸ਼ਾ ਸੀ ਗੁਰਮਤਿ ਦਾ, ਉੱਥੇ ਜਾ ਕੇ ਗ੍ਰੰਥ ਵਿਚਾਰੇ। ਪਰ ਚੁੰਗਿਆ ਹੁੰਦਾ ਉਹਦੇ ਵਿੱਚੋਂ ਰਸ ਖਿੱਚਿਆ, ਜਿਵੇਂ ਕੋਈ ਕਿਸੇ ਚੀਜ਼ ਚੋਂ ਖਿੱਚੀ ਦਾ ਰਸ ਨਾ, ਇਹ ਚੋਂ ਰਸ ਜ਼ੋਰ ਨਾਲ, ਪੂਰੀ ਬੁੱਧੀ ਦੇ ਜ਼ੋਰ ਨਾਲ ਸਮਝ ਆਉਣੀ। ਪੂਰੀ ਬੁੱਧੀ ਦਾ ਜ਼ੋਰ ਲੱਗੇ ਤੇ ਸਮਝ ਆਉਣੀ ਇਹਦੇ ਵਿੱਚੋਂ, ਆਪਣੇ ਆਪ ਸਮਝ ਨਹੀਂ ਆਉਂਦੀ। ਸਿੰਘਿਆ ਔਰ ਚੁੰਗਿਆ ਕਣਕ ਕਲਸ਼ ਕਪਾਇਆ। ਕਣਕ ਕਲਸ਼ ਇੱਕ ਪਾਇਆ। ਇੱਕ ਕਲਸ਼ ਕਾਹਦਾ ਸੀ? ਸੋਨੇ ਦਾ ਕਲਸ਼ ਸੀ, ਚੀਜ਼ ਪਾਇਆ। ਸੋਨੇ ਦਾ ਕਲਸ਼ ਇਹਦਾ ਬਾਹਰ ਤਾਂ ਹੈ ਨਹੀਂ। ਚੁੰਗੀ ਹੋਈ ਚੀਜ਼ ਬਾਹਰ ਨਹੀਂ ਪੈਂਦੀ, ਚੁੰਗਿਆ ਹੋਇਆ ਅੰਦਰ ਪੈਂਦਾ ਹੁੰਦਾ। ਚੁੰਗਿਆ ਤਾਂ ਕਿ ਹੈ, ਬੱਚਾ ਚੁੰਗਦਾ ਹੈ, ਬਾਹਰ ਕਿੱਥੇ ਪਾਉਂਦਾ? ਉਹਦਾ ਢਿੱਡ 'ਚ ਜਾਂਦਾ। ਉਹਦੇ ਬੱਚਾ ਚੁੰਗਦਾ ਹੈ, ਬਾਹਰ ਕਲਸ਼ 'ਚ ਪਾਉਂਦਾ, ਉਹਦਾ ਅੰਦਰ ਜਾਂਦਾ। ਉਹਦੇ ਕਣਕ ਤਾਂ ਗਿਆ, ਮਿਹਦੇ 'ਚ ਨਹੀਂ ਗਿਆ ਹੋਇਆ, ਹਿਰਦੇ 'ਚ ਗਿਆ ਹੋਇਆ। ਜਿਹੜੀ ਚੀਜ਼ ਮਿਹਦੇ 'ਚ ਜਾਂਦੀ ਉਹ ਕਣਕ ਨਹੀਂ ਸੀ ਕਹਿਣਾ, ਉਹਨੂੰ ਵਾਇਆ। ਉਹ ਵਾਇਆ ਸੀ, ਵਾਇਆ ਨੂੰ ਕਣਕ ਕਿਵੇਂ ਕਹਿ ਸਕਦੇ ਨੇ? ਸੋਨੇ ਦੇ ਕਲਸ਼ ਵਿੱਚ ਪਾ ਲਿਆ, ਆਕਾਸ਼ ਦੇ ਭਾਂਡੇ 'ਚ। ਆਕਾਸ਼ ਨੂੰ ਕਣਕ ਕਹਿੰਦੇ ਨੇ ਅਸਲ ਦੇ ਵਿੱਚ। ਆਕਾਸ਼ ਖੋਟ ਨਹੀਂ ਹੁੰਦੀ, ਆਕਾਸ਼ ਕਿਸੇ 'ਚ ਰਲਦਾ ਹੀ ਨਹੀਂ ਹੈ। ਆਕਾਸ਼ ਨਹੀਂ ਰਲਦਾ ਕਿਸੇ ਚੀਜ਼ 'ਚ। ਕਣਕ ਕਲਸ਼ ਕਪਾਇਆ, ਯਾਨੀ ਹਿਰਦੇ 'ਚ ਟਿਕਾ ਲਿਆ। ਜੋ ਵੀ ਮੈਂ ਵਿਚਾਰਦਾ ਰਿਹਾ, ਹਿਰਦੇ 'ਚ ਮੇਰੇ ਜਮਾ ਹੁੰਦਾ ਰਿਹਾ। ਜੋ ਮੈਨੂੰ ਸਮਝ ਆਉਂਦੀ ਰਹੀ, ਹਿਰਦੇ ਜਮਾ ਹੁੰਦੀ ਰਹੀ। ਸਾਂਭ ਕੇ ਰੱਖਿਆ ਮੈਂ ਹਿਰਦੇ ਜਮਾ ਕਰ ਕਰਕੇ। ਐਵੇਂ ਨਹੀਂ ਸਮਝ ਕੇ ਫੈਂਕੀ ਗਿਆ। ਤਿਸਮਹਿ ਧਾਰ ਚੂਏ ਅਤ ਨਿਰਮਲ, ਰਸਮਹਿ ਰਸਨ ਚੁਆਇਆ। ਤਿਸਮਹਿ ਧਾਰ ਚੂਏ ਅਤ ਨਿਰਮਲ, ਬੜੀ ਨਿਰਮਲ ਧਾਰ ਰੱਖੀ, ਬੜੀ ਸਮਝ ਆਈ। ਉਹ ਤੋਂ ਨਿਰਮਲ ਬਾਣੀ ਸੀ, ਨਿਰਮਲੇ ਸੋਝੀ ਸੀ। ਜੇ ਕਿਸੇ ਨੂੰ ਸੋਝੀ ਆਉਣ ਲੱਗ ਜਾ, ਧਾਰ ਸੰਤ ਰਾਏ ਨੇ ਧਾਰ ਇੱਥੇ ਹੀ ਗਿਆ ਹੋਇਆ, ਪੜ ਕੇ ਉਹਨਾਂ ਨੇ। ਧਾਰ ਹੈ ਲਫ਼ਜ਼, ਧਾਰ ਨਹੀਂ ਹੈ। ਤਿਸਮਹਿ ਧਾਰ ਚੂਏ ਅਤ ਨਿਰਮਲ, ਧਾਰ ਜੋ ਹੈ ਉੱਥੇ ਸੰਤ ਰਾਏ ਨੇ ਧਾਰ ਸਵਈਆਂ 'ਚ। ਧਾਰ ਇੱਥੋਂ ਆਈ ਹੋਈ ਹੈ। ਸੰਤ ਜਿਹੜੇ ਹੁੰਦੇ ਨੇ ਉਹਨਾਂ ਦੇ ਅੰਦਰ ਤਾਂ ਧਾਰ ਵਾਂਗੂ ਚੱਲਦੀ ਹੈ ਨਾ। ਤਾਰ ਉਹ ਨਹੀਂ ਚੱਲਦਾ ਹੈ, ਤਾਰ ਜੁੜਨੀ ਪੈਂਦੀ ਹੈ। ਤਾਰ ਜੋ ਕੀ ਪ੍ਰਾਪਤੀ ਹੈ? ਤਾਰ ਜੋ ਪ੍ਰਾਪਤੀ ਹੈ। ਤਾਰ ਸੁਰਤ ਜੋੜ ਨੂੰ ਕਹਿੰਦੇ ਨੇ। ਅਸੀਂ ਜੋੜਿਆ ਵਿੱਚ ਤਾਂ ਕੁਝ ਨਹੀਂ ਹੈ। ਪ੍ਰਾਪਤੀ ਤਾਰ ਜੋ ਪ੍ਰਾਪਤੀ ਹੈ, ਜੋੜੇ ਦੇ ਬਿਨਾਂ ਹੀ। ਅਸੀਂ ਕੁਝ ਨਹੀਂ ਕੀਤਾ, ਤਾਰਾਂ ਤੋਂ ਵੀ ਨਹੀਂ ਪੈਣ ਲੱਗੀਆਂ। ਅਸੀਂ ਤਾਂ ਕੁਝ ਨਹੀਂ ਕੀਤਾ। ਤਾਰ ਵਿੱਚ ਕਿਰਪਾ ਹੈ। ਜਿਹੜੀ ਤਾਰ ਹੈ, ਤਾਰ ਵਿੱਚ ਸਾਡੀ ਐਫਰਟ ਹੈ। ਸੁਰਤ ਅਸੀਂ ਜੋੜਨੀ ਹੈ, ਕਹਿੰਦੇ ਧਿਆਨ ਜੋੜਨਾ, ਉਹ ਐਫਰਟ ਸਾਡੀ ਹੈ। ਜੇ ਧਾਰ ਹੈ, ਵੀ ਧਾਰ ਨਾਲ ਵਰਸਦਾ ਹੈ, ਉਹ ਤਾਂ ਕਿਰਪਾ ਹੈ। ਫਿਰ ਹਾਂਜੀ, ਤਸਮੇ ਧਾਰ ਚੂਏ ਅਤ ਨਿਰਮਲ, ਰਸਮਹਿ ਰਸਨ ਚੁਆਇਆ। ਰਸਮਹਿ ਰਸਨ ਚੁਆਇਆ, ਜਿਹੜਾ ਰਸ ਹੈ ਨਾ ਇਕੱਠਾ ਹੋਈ ਜਾਂਦਾ। ਰਸ ਦੇ ਵਿੱਚ ਧਾਰ ਪੈਂਦੀ ਹੈ, ਹੋਰ ਵਧੀ ਜਾਂਦਾ ਰਸ। ਗਿਆਨ ਵਧੀ ਜਾਂਦਾ, ਗਿਆਨ ਵਧੀ ਜਾਂਦਾ। ਜਿਉਂ ਗਿਆਨ ਵਧੀ ਜਾਂਦਾ ਤੇ ਉਦੋਂ ਧਾਰ ਮੋਟੀ ਹੋਈ ਜਾਂਦੀ ਹੈ। ਜਿਉਂ ਗਿਆਨ ਜ਼ਿਆਦਾ ਹੋਈ ਜਾਂਦਾ, ਸਮਝ ਜ਼ਿਆਦਾ ਆਉਣ ਲੱਗੀ। ਉਧਰੋਂ ਬਰੀਕੀਆਂ ਦੀ ਸਮਝ ਆਉਣ ਲੱਗੀ। ਉੱਥੇ ਵੀ ਧਾਰੇ ਵਰਤੇ ਬਰਸੋ ਕਿਰਪਾ ਧਾਰ। ਬਰਸੋ ਕਿਰਪਾ ਧਾਰ, ਧਾਰੇ ਉਹ ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਕਹਿੰਦੇ ਜਦੋਂ ਇਹ ਰਸ ਧਾਰਾਂ ਨਾਲ ਵਰਸਣ ਲੱਗ ਗਿਆ, ਇੱਕ ਜਿਹੜੀ ਹੋਰ ਇਦੋਂ ਵੀ ਅਨੂਪ ਗੱਲ ਬਣੀ।
ਅਜੀਬ ਜਿਹੜੀ ਇੱਕ ਗੱਲ ਹੋਰ ਬਣੀ, ਕਹਿੰਦੇ ਫਿਰ ਮੈਂ ਪਵਨ ਪਿਆਲਾ ਸਾਜ ਲਿਆ। ਕੁਝ ਦੱਸਣ ਨੂੰ ਕੋਈ ਸ਼ਬਦ ਗੁਰਬਾਣੀ ਦਾ ਇੱਕ ਸ਼ਬਦ ਘੜ ਲਿਆ, ਪਵਨ ਪਿਆਲਾ। ਜੋ ਬੋਲਣਾ ਪਵਨ ਪਿਆਲਾ ਹੈ, ਫਿਰ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਵੀ ਗੱਲ ਤਾਂ ਹੈ। ਜਦ ਦੱਸਦੇ ਆ ਪਵਨ ਪਿਆਲਾ, ਫਿਰ ਮੈਂ ਪਵਨ ਪਿਆਲਾ ਸਾਜਿਆ ਵੀ ਲੋਕਾਂ ਨੂੰ ਦੱਸਾਂ। ਪਵਨ ਪਿਆਲਾ ਸਾਜਿਆ। ਤੀਨ ਭਵਨ ਮੈਂ ਇੱਕੋ ਜੋਗੀ ਕਹੋ ਕਵਣ ਰਾਜਾ। ਪਵਨ ਪਿਆਲੇ ਦਾ ਆਖਰੀ ਰੂਪ ਹੈ। ਸਾਡੇ ਵੱਡੇ ਅੱਖਰ ਨੇ ਇਹ, ਪਵਨ ਪਿਆਲਾ ਨਹੀਂ ਹੈ ਇਹ। ਪਵਨ ਜੋ ਬੋਲਿਆ ਸੀ ਉਹਦਾ ਆਖਰੀ ਰੂਪ ਹੈ, ਜੋ ਦੱਸਿਆ ਸੀ ਉਹਨੂੰ ਅੱਖਰ ਦੇ ਦਿੱਤੇ, ਆਖਰੀ ਰੂਪ ਹੈ। ਇਸ ਕਰਕੇ ਇਹਨੂੰ ਨਾ ਪਵਨ ਪਿਆਲਾ ਕਹਿ ਸਕਦੇ, ਨਾ ਇਹਨੂੰ ਬਾਣੀ ਕਹਿ ਸਕਦੇ, ਨਾ ਇਹਨੂੰ ਗੁਰਬਾਣੀ ਕਹਿ ਸਕਦੇ। ਇਹ ਗੁਰਬਾਣੀ ਦਾ ਆਖਰੀ ਰੂਪ ਹੈ, ਪਵਨ ਪਿਆਲੇ ਦਾ ਆਖਰੀ ਰੂਪ ਹੈ। ਤੀਨ ਭਵਨ ਮੈਂ ਇੱਕੋ ਜੋਗੀ ਕਹੋ ਕਵਣ ਹੈ ਰਾਜਾ। ਤੀਨ ਭਵਨ ਮੈਂ ਇੱਕੋ ਜੋਗੀ, ਇੱਕੋ ਹੀ ਹੈ ਜੋਗੀ ਜੁੜਿਆ ਹੈ ਜਿਹੜਾ ਮਾਇਆ ਨਾਲ। ਜੀਵ ਇੱਕੋ ਹੀ ਹੈ ਨਾ, ਤਿੰਨ ਭਵਨ ਜਿਹੀ ਘੁੰਮਦਾ। ਇਹ ਜੋਗੀ ਹੈ ਜੋ ਕਰਨ ਆਇਆ ਹੋਇਆ, ਜੁੜਨ ਆਇਆ ਹੋਇਆ ਹੈ। ਕਾਹਦੇ ਨਾਲ ਜੁੜਨ ਆਇਆ ਹੋਇਆ? ਨਾਮ ਨਾਲ ਜੁੜਨ ਆਇਆ ਹੋਇਆ, ਸੱਚਖੰਡ ਨਾਲ ਜੁੜਨ ਆਇਆ। ਸੱਚਖੰਡ ਨਾਲ ਤਾਂ ਜੁੜੂਗਾ ਜੇ ਉਹਨਾਂ ਦੀ ਵਿਚਾਰ ਨਾਲ ਜੁੜੂਗਾ। ਇਹਦੇ ਆਪਣੇ ਵਿਚਾਰ ਵੱਖਰੇ ਨੇ, ਉਹਨਾਂ ਦੇ ਵਿਚਾਰ ਵੱਖਰੇ ਨੇ। ਸੱਚਖੰਡ ਦੇ ਵਿਚਾਰਾਂ ਨਾਲ ਸਹਿਮਤੀ ਨਹੀਂ ਹੈ, ਇਹਦੀ ਅਸਹਿਮਤ ਹੈ। ਜੋ ਸੱਚਖੰਡ ਦਾ ਸ਼ਬਦ ਹੈ, ਹੁਕਮ ਹੈ, ਜੋ ਸੱਚਖੰਡ ਦਾ ਵਿਚਾਰ ਹੈ ਸਾਰਿਆਂ ਦਾ ਇੱਕ, ਉਹਦੇ ਨਾਲ ਦੀ ਅਸਹਿਮਤੀ ਹੈ। ਜਿੱਦਣ ਉਹਦੇ ਨਾਲ ਜੁੜ ਜੂਗਾ ਉਹ ਵਿਚਾਰ ਨਾਲ ਹੁਕਮ ਨੂੰ ਪਛਾਣ ਲੂਗਾ, ਹੁਕਮ ਦੇ ਵਿੱਚੇ ਸਮਾ ਜੂਗਾ, ਹੁਕਮ ਨੂੰ ਸੱਤ ਕਰਕੇ ਮੰਨੂਗਾ, ਹੁਕਮ ਦਾ ਵਿਰੋਧ ਨਹੀਂ ਕਰੂਗਾ, ਉਦੋਂ ਜੋਗੀ ਹੋ ਜੂਗਾ, ਉਦੋਂ ਹੁਕਮ ਨਾਲੇ ਜੁੜ ਜੂਗਾ। ਇਹ ਸਾਰੇ ਜੋਗੀ ਨੇ ਸੱਚਖੰਡ ਜਿਹੜੇ ਬੈਠੇ ਨੇ, ਜੋਗੀ ਨੇ ਜੁੜੇ ਹੋਏ ਨੇ, ਜੋਗੀ ਨਾਲ ਜੁੜੇ ਹੋਏ ਨੇ, ਸ਼ਬਦ ਕਰਕੇ ਵੀ ਜੁੜੇ ਨੇ, ਆਪਸ ਵਿੱਚ ਵੀ ਜੁੜੇ ਹੋਏ ਨੇ। ਜੋਗੀ ਦੀ ਲੜਾਈ ਕਿਹਦੇ ਨਾਲ ਹੈ? ਜੁੜਿਆ ਹੋਇਆ ਜਿਹੜਾ ਉਹਦੀ ਲੜਾਈ ਕਿਹਦੇ ਨਾਲ? ਲੜਾਈ ਉਹਦੀ ਹੈ ਜਿਹੜਾ ਜੋਗੀ ਹੈ ਨਹੀਂ, ਜੁੜਿਆ ਨਹੀਂ ਹੋਇਆ। ਭੋਗੀਆਂ ਦੀ ਲੜਾਈ ਹੈ, ਜੋਗੀਆਂ ਦੀ ਲੜਾਈ ਨਹੀਂ ਹੁੰਦੀ। ਲੜਾਈ ਤਾਂ ਭੋਗੀ ਹੁੰਦੀ ਹੈ, ਜੋਗੀ ਦੀ ਕਿਹਦੇ ਨਾਲ ਲੜਾਈ ਹੈ? ਉਹ ਜਿਹੜੀਆਂ ਸ਼ਾਇਦ ਦੀਆਂ ਮੱਖੀਆਂ ਨੇ, ਉਹ ਜੋਗ ਹੈ, ਉਹ ਜੁੜੀਆਂ ਹੋਈਆਂ ਨੇ, ਹੈ ਨਾ ਇਕੱਠੀਆਂ। ਉਹ ਅਵਸਥਾ ਉਹਨਾਂ ਦੀ, ਜੋਗੀਆਂ ਦੀ ਅਵਸਥਾ ਉਹ ਹੁੰਦੀ ਹੈ। ਤੀਨ ਭਵਨ ਮੈਂ ਇੱਕੋ ਜੋਗੀ ਕਹੋ ਕਵਣ ਹੈ ਰਾਜਾ। ਕਹੋ ਕੌਣ ਹੈ ਰਾਜਾ? ਬੜਾ ਛੋਟਾ ਕੌਣ ਹੈ ਇਹਨਾਂ ਚ? ਇਹਨਾਂ ਚ ਬੜਾ ਛੋਟਾ ਕੌਣ ਹੈ? ਫਿਰ ਜੋਗੀ ਦਾ ਕੋਈ ਤਾਂ ਨਾ ਭਵਨ ਦੇ ਵਿੱਚ। ਇਹਨਾਂ ਚ ਕੋਈ ਰਾਜਾ ਨਹੀਂ, ਕਿਸੇ ਨੂੰ ਰਜਿਆ ਹੋਇਆ ਹੈ, ਭੁੱਖਾ ਵੀ ਨਹੀਂ ਕਹਿ ਸਕਦੇ। ਰਾਜੇ ਦਾ ਤਾਂ ਰਜਿਆ ਹੁੰਦਾ ਨਾ ਕੋਈ ਭੁੱਖਾ, ਨਾ ਕੋਈ ਰਾਜਾ ਰਜਿਆ ਹੋਇਆ, ਨਾ ਕੋਈ ਮੂਰਖ ਹੈ, ਨਾ ਕੋਈ ਸਿਆਣਾ। ਸਭ ਕੁਝ ਵਰਤੇ ਤੇਰਾ ਭਾਣਾ। ਇਹ ਕੋਈ ਜੋਗੀ ਹੈ, ਇਹ ਆਪਣੀ ਮਰਜ਼ੀ ਨਾਲ ਅਲੱਗ ਰਹਿੰਦਾ, ਆਪਣੀ ਮਰਜ਼ੀ ਨਾਲ ਜੁੜ ਜਾਂਦਾ। ਜਿੰਨਾ ਚਿਰ ਇਹਨੂੰ ਹੁਕਮ ਮਿੱਠਾ ਨਹੀਂ ਲੱਗਦਾ, ਹੁਕਮ ਨੂੰ ਨਹੀਂ ਮੰਨਦਾ, ਇਹ ਭੋਗੀ ਹੈ। ਜਦ ਭਾਣਾ ਇਹਨੂੰ ਚੰਗਾ ਲੱਗਣ ਲੱਗ ਜਾਂਦਾ, ਇਹ ਜੋਗੀ ਹੈ। ਫਿਰ ਰਾਜਾ ਕੌਣ ਹੋਇਆ? ਜਦ ਭਾਣਾ ਮੰਨ ਗਿਆ ਤਾਂ ਰਾਜਾ ਹੈ। ਜਿੰਨਾ ਚਿਰ ਨਹੀਂ ਮੰਨਦਾ ਉਹਨਾਂ ਚਿਰ ਰਾਜਾ ਹੁੰਦਾ ਹੋਇਆ ਵੀ ਰਾਜਾ ਨਹੀਂ। ਰਾਜਾ ਹੁੰਦਾ ਹੋਇਆ ਵੀ ਰਾਜਾ ਨਹੀਂ। ਸੁੱਤਾ ਪਿਆ ਸੁਪਨਾ ਦੇਖਦਾ, ਰਾਜਾ ਉਦੋਂ ਵੀ ਹੈ, ਪਰ ਮੰਨਦਾ ਸੁਪਨੇ 'ਚ ਭਿਖਾਰੀ ਬਣਿਆ ਫਿਰਦਾ। ਰਾਜਾ ਹੁੰਦਾ ਹੋਇਆ ਸੁਪਨੇ 'ਚ ਭਿਖਾਰੀ ਹੈ ਉਹਨਾਂ ਚਿਰ। ਮੰਨਦਾ ਆਪਣੇ ਆਪ ਨੂੰ ਭਿਖਾਰੀਆਂ ਮੈਂ। ਇਹਨਾਂ 'ਚ ਬੜਾ ਛੋਟਾ ਨਹੀਂ ਕੋਈ ਹੁੰਦਾ। ਜਿਹੜਾ ਗੁਰੂ ਆ ਰਾਜਾ ਹੈ, ਗੁਰੂ ਰਾਜੇ ਨੂੰ ਕਹਿੰਦੇ। ਸ਼ਬਦ ਗੁਰੂ ਹੈ, ਹੁਕਮ ਗੁਰੂ ਹੈ, ਹੁਕਮ ਦੇ ਰਾਜ ਚੱਲਦਾ ਸਾਰੇ। ਸਮੁੱਚੀ ਸੱਚਖੰਡ ਦੀ ਜਿਹੜੀ ਸ਼ਕਤੀ ਹੈ, ਪਾਰਲੀਮੈਂਟ ਹੈ, ਉਹਦਾ ਹੁਕਮ। ਕੱਲਾ ਕੋਈ ਨਹੀਂ ਰਾਜਾ ਉੱਥੇ, ਸਾਰੇ ਰਾਜਾ ਨੇ। ਤਾਂ ਹੀ ਕਿਹਾ ਕਹੋ ਕੌਣ ਹੈ ਰਾਜਾ। ਉਹਨਾਂ 'ਚ ਬੜਾ ਛੋਟਾ ਕੌਣ ਹੈ?
ਉਹਨਾਂ 'ਚ ਕੋਈ ਗੁਰੂ ਨਹੀਂ। ਸਾਰੇ ਹੀ ਗੁਰੂ ਨੇ, ਸਾਰੇ ਹੀ ਚੇਲੇ ਨੇ, ਸਾਰੇ ਹੀ ਦਾਸ ਨੇ, ਸਾਰੇ ਹੀ ਗੁਰੂ ਨੇ, ਸਾਰੇ ਹੀ ਦਾਸ ਨੇ, ਬੜਾ ਛੋਟਾ ਨਹੀਂ ਹੈ ਕੋਈ। ਹਾਂਜੀ, ਐਸਾ ਗਿਆਨ ਪ੍ਰਗਟਿਆ ਪ੍ਰਖੋਤਮ, ਇਹ ਹੈ ਗਿਆਨ। ਕਹੋ ਕਬੀਰ ਰੰਗ ਰਾਤਾ। ਐਸਾ ਗਿਆਨ ਪ੍ਰਗਟਿਆ ਪ੍ਰਖੋਤਮ, ਉੱਤਮ ਪੁਰਖ ਬਾਰੇ। ਇਹ ਉੱਤਮ ਪੁਰਖ ਹੈ। ਉੱਤਮ ਪੁਰਖ ਉਹ ਹੈ ਜਿਹਨੇ ਸੰਸਾਰ ਪੈਦਾ, ਸਭ ਤੋਂ ਪਹਿਲਾ ਪੁਰਖ ਉੱਤਮ ਪੁਰਖ ਹੁੰਦਾ, ਫਸਟ ਪਰਸਨ। ਫਸਟ ਪਰਸਨ ਕੌਣ ਹੈ? ਨਾਮ ਹੈ ਫਸਟ ਪਰਸਨ। ਹੁਕਮ ਤੋਂ ਪਹਿਲਾ ਹੈ ਸਭ ਕੁਛ। ਉੱਤਮ ਪੁਰਖ ਦਾ ਐਸਾ ਗਿਆਨ ਸਮਝ ਆਈ ਹੈ, ਪ੍ਰਗਟ ਹੋਇਆ ਮੇਰੇ ਅੰਦਰ। ਕਹੋ ਕਬੀਰ ਰੰਗ ਰਾਤਾ। ਕਬੀਰ ਕਹਿੰਦਾ ਮੈਨੂੰ ਤਾਂ ਉਹਦਾ ਰੰਗ ਚੜ ਗਿਆ ਨਾਮ ਲਈ। ਉਹ ਗਿਆਨ ਦਾ ਹੀ ਰੰਗ ਚੜ ਗਿਆ, ਉੱਤਮ ਪੁਰਖ ਵਾਲਾ ਹੀ ਰੰਗ ਚੜ ਗਿਆ, ਉੱਤਮ ਪੁਰਖ ਵਰਗਾ ਹੀ ਹੋ ਗਿਆ। ਸੁਭਾਅ ਬਦਲ ਗਿਆ, ਹੋ ਗਿਆ ਸੁਭਾਅ। ਉਹਨੇ ਆਪਣੇ ਵਰਗਾ ਹੀ ਕਰ ਲਿਆ। ਜਿਵੇਂ ਜਦੋਂ ਲੋਹਾ ਉਹਦੀ ਰੇਂਜ ਵਿੱਚ ਆ ਜਾਂਦਾ ਨਾ, ਮੈਗਨੇਟ ਦੇ ਵਿੱਚ, ਚੁੰਬਕ ਦੇ ਵਿੱਚ, ਲੋਹਾ ਵੀ ਚੁੰਬਕ ਵਾਲੀ ਸ਼ਕਤੀ ਉਹ 'ਚ ਪੈਦਾ ਹੋ ਜਾਂਦੀ ਹੈ। ਲੋਹਾ ਹੀ ਚੁੰਬਕ ਬਣ ਜਾਂਦਾ, ਉਹੀ ਤਾਕਤ ਉਹ 'ਚ ਪੈਦਾ ਹੋ ਜਾਂਦੀ ਹੈ, ਉਹ ਜਿਹਾ ਹੀ ਹੋ ਜਾਂਦਾ। ਉਹਨੇ ਆਪਣੇ ਵਰਗਾ ਹੀ ਕਰ ਲਿਆ। ਹਾਂਜੀ, ਔਰ ਦੁਨੀ ਸਭ ਭਰਮ ਭਲਾਨੀ, ਮਨ ਰਾਮ ਰਸਾਇਣ ਮਾਤਾ। ਆ ਦੇਖੋ, ਇੱਕ ਮੇਰੇ ਮਨ ਨੂੰ ਛੱਡ ਕੇ, ਔਰ ਦੁਨੀ ਸਭ ਭਰਮ ਭਲਾਨੀ, ਇੱਕ ਮੈਨੂੰ ਛੱਡ ਕੇ ਸਾਰੀ ਦੁਨੀਆ ਭਰਮ 'ਚ ਭੁੱਲੀ ਹੋਈ ਹੈ। ਸਿਰਫ ਇੱਕ ਆਦਮੀ ਹੈ, ਸਭ ਤੋਂ ਪਹਿਲਾ ਹੈ। ਜ਼ਿਆਦਾ ਸ਼ਬਦ ਲਿਖਿਆ ਹੋਇਆ ਨੇ, ਉਦੋਂ ਸਿਰਫ ਇੱਕ ਕਬੀਰ ਨੂੰ ਗਿਆਨ ਹੈ, ਬਾਕੀ ਕਿਸੇ ਨੂੰ ਗਿਆਨ ਨਹੀਂ ਹੋਇਆ। ਨਹੀਂ ਤਾਂ ਇਹ ਸ਼ਬਦ, ਇਸ ਲਾਈਨ ਨੂੰ ਗੁਰੂ ਸਾਹਿਬ ਕੱਢ ਦਿੰਦੇ, ਕਦੇ ਵੀ ਨਾ ਲਿਖਦੇ ਗੁਰਬਾਣੀ 'ਚ। ਔਰ ਦੁਨੀ ਸਭ ਭਰਮ ਭਲਾਨੀ, ਇਹ ਲਾਈਨ ਨਹੀਂ ਸੀ। ਇਹ ਤੇ ਸ਼ੰਕਾ ਕਰਨ ਵੀ ਨਹੀਂ ਲਿਖਣੀ ਇਸ ਵਿੱਚ, ਝੂਠ ਹੈ। ਤਾਂ ਜੇ ਸੱਚ ਹੈ ਗੁਰਬਾਣੀ, ਤਾਂ ਇਸ ਪੰਕਤੀ ਦਾ ਅਲੱਗ ਅਰਥ ਹੈ ਪਿਆ ਆਪਣੀ ਜਗ੍ਹਾ। ਔਰ ਦੁਨੀ ਸਭ ਭਰਮ ਭੁਲਾਨੀ, ਕੋਈ ਮਤ ਦੁਨੀਆ ਦੀ ਨਹੀਂ, ਉਸ ਵੇਲੇ ਦੀ ਕੋਈ ਮਤ ਨਹੀਂ ਛੱਡੀ, ਕੋਈ ਬੰਦਾ ਨਹੀਂ ਛੱਡਿਆ ਹੋਇਆ, ਕੋਈ ਗੁਰੂ ਨਹੀਂ ਛੱਡਿਆ ਹੋਇਆ। ਮਨ ਮੇਰਾ ਮਨ, ਉਹਦਾ ਰਸਾਇਣ ਜਿਹੜੀ ਹੈ ਨਾ, ਰਸਾਇਣ ਦਾ ਮਨ ਰਾਮ ਰਸਾਇਣ ਮਾਤਾ। ਮੈਨੂੰ ਨਾਮ ਦੀ ਬਸਤੀ ਜਿਹੜੀ ਹੋਈ ਜ਼ਰੂਰ ਹੈ, ਬਾਕੀ ਦੁਨੀਆ ਸਾਰੀ ਭਰਮ 'ਚ ਫਸੀ ਹੋਈ ਹੈ। ਜੇ ਇਹ ਗੱਲ ਸੱਚ ਹੈ, ਬਾਕੀ ਦੇ ਧਰਮਾਂ ਦਾ ਕੀ ਹਾਲ ਹੋਣਾ ਚਾਹੀਦਾ? ਜਿਹੜੇ ਬਾਕੀ ਦੇ ਧਰਮ ਤੇ, ਜਿਨ੍ਹਾਂ ਬਾਰੇ ਹੁਣ ਵੀ ਇਨਸਿਸਟ ਕਰੀ ਜਾਂਦੇ ਨੇ ਲੋਕ, ਉਹ ਫਿਰ ਕੀ ਸੀ? ਉਹਨਾਂ ਦਾ ਹੀ ਪ੍ਰਚਾਰ ਹੁਣ ਹੋਈ ਜਾਂਦਾ। ਅੱਜ ਗੁਰਬਾਣੀ ਸਾਡੇ ਕੋਲ ਭਾਵੇਂ ਹੈ, ਹਾਲਤ ਉਸ ਵੇਲੇ ਵਰਗੀ ਹੈ। ਅਜ ਜਿਹੜੀ ਆ ਟਾਈਮ ਲਿਖਿਆ ਹੈ, ਇਹ ਵੇਲੇ ਵਰਗੀ ਹਾਲਤ ਰਹੀ ਹੈ। ਪਿੱਛੇ ਜਿਹੜੇ ਮਹਾਂਪੁਰਸ਼ ਆਪਣੇ ਆਪ ਨੂੰ ਕਹਾਈ ਗਏ ਨੇ, ਉਹ ਵੀ ਉਹੋ ਜਿਹੇ ਸੀ ਜਿਵੇਂ ਉਹ ਉਸ ਵੇਲੇ ਕਹਾਉਂਦੇ ਰਹੇ ਨੇ। ਇਹ ਕਹਾਉਂਦੇ ਹੁੰਦੇ ਨੇ, ਭਰਮ ਭੁਲਾਨੀ, ਭਰਮ 'ਚ ਭੁੱਲੇ ਹੋਏ। ਔਰ ਦੁਨੀ ਸਭ ਭਰਮ ਭਲਾਨੀ, ਉਹ ਭਰਮ ਭੁਲਾਨੇ ਤੇ ਸਾਰੇ ਹੀ। ਜੇ ਭਰਮ ਭੁਲਾਨੇ ਤੇ ਤਾਂ ਮਾਇਆ ਕੇ ਦੀਵਾਨੇ ਤੇ, ਮਾਇਆ ਧਾਰੀ ਵੀ ਤੇ, ਡੇਰੇ ਵੀ ਬਣਾਏ ਨੇ ਸਾਰਿਆਂ ਨੇ, ਚੇਲੇ ਵੀ ਡੇਰਿਆਂ ਨੂੰ ਬਣੇ ਹੋਏ ਨੇ, ਸਾਰਿਆਂ ਦੇ ਬਣੇ ਹੋਏ ਨੇ। ਔਰ ਉਹਨਾਂ ਨੇ ਉਹ ਸ਼ਰਤਾਂ ਵੀ ਪੂਰੀਆਂ ਨਹੀਂ ਕੀਤੀਆਂ ਜਿਹੜੀਆਂ ਗੁਰਬਾਣੀ 'ਚ ਲਿਖੀਆਂ ਹੋਈਆਂ ਨੇ। ਕਾਲ ਖਾਏ ਕਿ ਛੱਤ ਹੁੰਦੇ ਵਾਲੀ ਸ਼ਰਤ ਨਹੀਂ ਪੂਰੀ ਕੀਤੀ ਉਹਨਾਂ ਨੇ, ਕਿਸੇ ਨੇ ਵੀ। ਕਾਲ ਖਾਏ ਕਿ ਛੱਤ ਹੁੰਦੇ, ਨਾਨਕ ਰਾਹ ਪਛਾਣੇ ਸੇ, ਇਹ ਸ਼ਰਤ ਵੀ ਨਹੀਂ ਕਿਸੇ ਨੇ ਪੂਰੀ ਕੀਤੀ। ਜਿਹੜੇ ਸੰਤ ਜਿੰਨੇ ਨੇ, ਦੱਸੋ ਕਿਹਨੇ ਪੂਰੀ ਕੀਤੀ ਹੈ? ਦੱਸੋ। ਜੇ ਕਾਲ ਖਾਧਾ, ਕੀ ਖਾਧਾ? ਕੀ ਉਹਨਾਂ ਗੁਰਬਾਣੀ 'ਚੋਂ ਕਾਲ ਕਮਾਈ ਕੀਤੀ ਹੈ? ਕੀ ਤੁਹਾਨੂੰ ਗਿਆਨ ਦਿੱਤਾ? ਕਾਲ ਖਾਏ ਦਾ ਮਤਲਬ ਸੰਸਾਰੀ ਗੱਲ ਛੱਡੋ, ਤੁਸੀਂ ਸੰਸਾਰੀ ਕੰਮਕਾਰ ਦੀ ਗੱਲ ਛੱਡੋ, ਮਨ ਦੇ ਲੈਵਲ ਤੇ ਉਹਨੇ ਕੀ ਕਾਲ ਕਮਾਈ ਕੀਤੀ? ਕੀ ਗੁਰਬਾਣੀ ਦਾ ਉਹਨੇ ਵਿਚਾਰ ਕੀਤਾ? ਕੀ ਤੁਹਾਨੂੰ ਦਿੱਤਾ? ਕਾਲ ਖਾਏ ਕਿ ਛੱਤ ਹੁੰਦੇ ਦਾ ਮਤਲਬ ਇਹ ਹੈ ਕਿ ਉਹ ਗੁਰਮਤਿ ਨੂੰ ਸਮਝੇ, ਕੁਛ ਗਾਹਾਂ ਦੱਸੇ ਕਿਸੇ ਨੂੰ।
ਗੁਰਮੁਖ ਕੀ ਹੈ? ਗੁਰਮੁਖ ਪਹਿਲਾਂ ਆਪ ਬੁਝੇ, ਆਪ ਸਮਝੇ। ਸਮਝਿਆ ਨਹੀਂ? ਗੁਰਮੁਖ ਦੇਖ ਦਿਖਾਏ। ਹਾਂ, ਨਾਨਕ ਗੁਰਮੁਖ ਦੇਖ ਦਿਖਾਏ। ਆਪ ਸਮਝੇ और दूजे ਨੂੰ ਸਮਝਾਵੇ। ਆਪ ਦਰਸ਼ਨ ਕਰੇ ਨਾਮ ਦਾ, ਸ਼ਬਦ ਦਾ, ਦੂਜੇ ਨੂੰ ਕਰਾਵੇ। ਕਿਹਨੇ ਆਪ ਕੀਤਾ, ਕਿਹਨੇ ਕਰਾਇਆ? ਜਿਹਨੇ ਡੇਰੇ ਬਣੇ ਇੱਕ ਦੱਸੇ। ਗੱਪਾਂ ਬਥੇਰੀਆਂ ਮਾਰੀ ਜਾਂਦੇ ਨੇ। ਕਿਉਂ ਝੂਠ ਬੋਲਦੇ ਹੋ? ਕੀ ਰੱਖਿਆ ਇਹਨਾਂ ਗੱਲਾਂ ਦੇ ਵਿੱਚ? ਝੂਠ ਪਿੱਛੇ ਵੀ ਤਾਂ ਬੋਲਦੇ ਆਏ ਨੇ। ਸੱਚ ਬੋਲਣ ਨੂੰ ਤਿਆਰ ਨਹੀਂ, ਸੱਚ ਨੂੰ ਮੰਨਣ ਨੂੰ ਤਿਆਰ ਨਹੀਂ। ਧਾਰਮਿਕ ਆਦਮੀ ਹੋਵੇ, ਸੱਚ ਨੂੰ ਖੜਾ ਸਾਰੇ ਝੂਠ ਤੇ ਹੋਵੇ, ਉਹ ਤਾਂ ਧਰਮ ਦੇ ਨਾਲ ਤਾਂ ਵੱਡੇ ਫਰੌਡੀ ਨੇ। ਕਮ ਧਾਰਮਿਕ ਆਦਮੀ ਤਾਂ ਸੱਚ ਬੋਲੇ ਨਾ, ਸੱਚ ਨੂੰ ਸੱਚ ਮੰਨੇ। ਤੁਸੀਂ ਖੁਦ ਨਹੀਂ ਮੰਨ ਰਹੇ ਸੱਚ ਨੂੰ ਸੱਚ, ਝੂਠੀਆਂ ਦਲੀਲਾਂ ਦੇ ਰਹੇ ਹੋ। ਤੁਸੀਂ ਤਾਂ ਵੱਡੇ ਅਪਰਾਧੀ ਹੋ। ਤੁਹਾਡੇ ਨੂੰ ਤਾਂ ਸਧਾਰਨ ਆਦਮੀ ਚੰਗੇ ਨੇ। ਜਿੰਨੇ ਵੱਡੇ ਧਾਰਮਿਕ ਹੁੰਦੇ ਨੇ ਏਡੇ ਵੱਡੇ ਅਪਰਾਧੀ ਹੁੰਦੇ ਨੇ। ਤਾਂ ਹੀ ਕਹਿਣਾ ਭੇਖ ਦਿਖਾਇਓ ਜਗਤ ਕੋ ਲੋਕ ਕੋ ਬਸਕੀਨ, ਅੰਤਕਾਲ ਕਾਤੀ ਕੱਢਿਓ। ਇਹਨਾਂ ਨੂੰ ਤਾਂ ਹੀ ਕਿਹਾ ਹੋਇਆ। ਇਹ ਵੱਡੇ ਅਪਰਾਧੀ ਹੁੰਦੇ ਨੇ ਧਰਮ ਦੇ ਨਾਂ ਤੇ। ਇਹ ਅੜਿੱਕਾ ਬਣ ਜਾਂਦੇ ਨੇ, ਮੂਹਰੇ ਸਮਾਂ ਲੋਕਾਂ ਦੇ ਰਾਹ ਰੋਕ ਲੈਂਦੇ ਨੇ। ਆਪਣੇ ਨਾਲੇ ਫਸਾ ਕੇ ਉੱਥੇ ਹੀ ਪਿੱਛੇ ਮੋੜੀ ਜਾਂਦੇ ਨੇ। ਗਾਹ ਜਾਣੇ ਨਹੀਂ ਹੁੰਦੇ ਲੋਕਾਂ ਦੇ। ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਈਐ ਜੋਗ, ਬਣਕਾ ਮਿਰਗ ਮੁਕਤ ਸਭ ਹੋਗ। ਕਿਆ ਨਾਂਗੇ ਕਿਆ ਬੰਦੇ ਚਾਮ, ਜਮਨੀ ਚੀਨਸ ਆਤਮ ਰਾਮ ਰਹਾਉ। ਮੂੰਡ ਮੰਡਾਏ ਜੋ ਸਿਧ ਪਾਈ, ਮੁਕਤੀ ਭੇੜ ਨਾ ਗਈਆ ਕਾਈ। ਬਿੰਦ ਰਾਖ ਜੋ ਤਰੀਐ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਕਹੋ ਕਬੀਰ ਸੁਨੋ ਨਰ ਭਾਈ, RAM ਨਾਮ ਬਿਨ ਕਿਨ ਗਤ ਪਾਈ। ਨਗਨ ਫਿਰਤ ਜੋ ਪਾਈਐ ਜੋਗ। ਸ਼ਿਵ ਜੀ ਨੰਗਾ ਫਿਰਦਾ, ਪਿੰਡੇ ਤੇ ਕੁਛ ਨਹੀਂ ਪਾਉਂਦਾ, ਜੰਮ ਬੰਨ ਲੈਂਦਾ, ਖਲ ਲਪੇਟ ਲੈਂਦਾ। ਕੋਈ ਬਿਲਕੁਲ ਸੰਨਿਆਸੀ ਬਿਲਕੁਲ ਨੰਗੇ ਰਹਿੰਦੇ ਨੇ। ਕਹਿੰਦੇ ਜੇ ਨੰਗਾ ਫਿਰ ਕੇ ਜੋਗ ਦੀ ਪ੍ਰਾਪਤੀ ਹੋਵੇ, ਆਪਣੇ ਮੂਲ ਨਾਲ ਜੁੜਿਆ ਜਾ ਸਕਦਾ ਹੋਵੇ, ਇਹ ਸ਼ਬਦ ਨਾਲ ਜੁੜਿਆ ਜਾ ਸਕਦਾ ਹੋਵੇ, ਨਾਮ ਦੀ ਪ੍ਰਾਪਤੀ ਹੋ ਸਕਦੀ ਹੋਵੇ, ਨਾਮ ਨਾਲ ਜੁੜਿਆ ਜਾ ਸਕਦਾ ਹੋਵੇ, ਹੁਕਮ ਨੂੰ ਬੁਝਿਆ ਜਾ ਸਕਦਾ ਹੋਵੇ। ਇਹ ਜਿਹੜੇ ਜੰਗਲ ਦੇ ਮਿਰਗ ਫਿਰਦੇ ਨੇ ਸਾਰੇ ਨੰਗੇ ਫਿਰਦੇ ਨੇ, ਕੋਈ ਕੱਪੜਾ ਨਹੀਂ ਪਾਇਆ ਇਹਨਾਂ ਨੇ। ਉਹ ਮਿਰਗ ਦੀ ਕਿਉਂ ਲਈ ਹੈ ਮਿਸਾਲ, ਹੋਰ ਕਿਉਂ ਲਈ ਕਿਸੇ ਦੀ? ਬਾਕੀ ਸਾਰੇ ਜਾਨਵਰ ਜਗ੍ਹਾ ਬਦਲ ਕੇ ਇੰਨੀ ਨਹੀਂ, ਜਿੰਨੀ ਮਿਰਗ ਜਗ੍ਹਾ ਬਦਲਦਾ ਨਾ ਰੋਜ਼, ਬਾਕੀ ਜਾਨਵਰ ਜਗ੍ਹਾ ਨਹੀਂ ਬਦਲਦੇ। ਮਿਰਗ 15-15, 20-20 ਕਿਲੋਮੀਟਰ ਚਲੇ ਜਾਂਦੇ ਨੇ। ਇੱਥੋਂ ਦਬਸ਼ ਪੈ ਗਈ, ਕੁੱਤੇ ਮਗਰ ਪੈ ਗਏ, ਸ਼ਿਕਾਰੀ ਪੈ ਗਏ, 15-20 ਕਿਲੋਮੀਟਰ ਇਹਨੂੰ ਚਲੇ ਗਏ। ਉਧਰੋਂ ਕੋਈ ਜਾਨਵਰ ਪੈ ਗਿਆ 15-20 ਕਿਲੋਮੀਟਰ ਹੋਰ ਗਾਉਂ ਲੰਘੇ, ਕਦੇ ਕਦੇ ਮਗਰ ਪੈ ਗਏ, ਸ਼ਿਕਾਰੀ ਪੈ ਗਏ 15-20 ਕਿਲੋਮੀਟਰ ਇਹਨੂੰ ਚਲੇ ਗਏ। ਉਧਰੋਂ ਕੋਈ ਜਾਨਵਰ ਪੈ ਗਿਆ 15-20 ਕਿਲੋਮੀਟਰ ਹੋਰ ਗਾਉਂ ਲੰਘੇ, ਕਦੇ ਇੱਧਰ ਲੰਘੇ, ਕਦੇ ਇੱਧਰ ਲੰਘੇ। ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਟਿਕਣੇ ਨਹੀਂ ਦਿੰਦਾ। ਇਸ ਕਰਕੇ ਮਿਰਗ ਜ਼ਿਆਦਾ ਘੁੰਮਣ ਵਾਲੇ ਨੇ ਬਾਕੀ ਜਾਨਵਰਾਂ ਨੂੰ, ਹਾਥੀਆਂ ਨੂੰ, ਦੂਜੇ ਜਿਹੜੇ ਜੰਗਲੀ ਜਾਨਵਰ ਨੇ। ਕੋਈ ਜਾਨਵਰ ਤਾਂ ਬਿਲਕੁਲ ਆਪਣੇ ਏਰੀਏ 'ਚ ਰਹਿੰਦੇ ਨੇ, ਜ਼ਿਆਦਾ ਦੂਰ ਜਾਂਦੇ ਹੁੰਦੇ ਹੀ ਨਹੀਂ। ਬਣਕਾ ਮਿਰਗ ਮੁਕਤ ਸਭ ਹੋਗ। ਕਿਆ ਨਾਂਗੇ ਕਿਆ ਬੰਦੇ ਚਾਮ, ਚਾਹੇ ਬਿਲਕੁਲ ਲੰਗੇ ਨੇ, ਕਿਆ ਚੰਬ ਬੰਨ ਲਿਆ, ਚਲੋ ਤਾਂ ਵੀ ਕੋਈ ਗੱਲ ਨਹੀਂ। ਲੱਖ ਨੂੰ ਜਬਨੇ ਚੀਨਸ ਆਤਮ ਰਾਮ, ਜਿੰਨਾ ਚਿਰ ਆਪਣਾ ਆਪਾ ਨਹੀਂ ਚੀਨਦਾ, ਆਤਮ ਰਾਮ, ਆਤਮ ਪਲਸ ਰਾਮ, ਜਿੰਨਾ ਚਿਰ ਖੋਜਦਾ ਨਹੀਂ। ਹੁਣ ਇੱਥੇ ਪਰਮੇਸ਼ਰ ਦੀ ਖੋਜ ਦੀ ਗੱਲ ਨਹੀਂ ਕੀਤੀ ਹੋਈ, ਰੱਬ ਦੀ ਖੋਜ ਦੀ ਗੱਲ ਕੀਤੀ ਹੈ ਕਿਤੇ। ਫਿਰ ਰੱਬ ਕਿੱਥੋਂ ਆ ਵੜਿਆ ਇਹਨਾਂ ਦਾ? ਇੱਥੋਂ ਹੀ ਫਰਕ ਪੈ ਗਿਆ ਗੁਰਮਤ ਦਾ, ਐਸ ਮਤ ਦਾ, ਸਾਰੀਆਂ ਮਤਾਂ ਦਾ ਇੱਥੇ ਫਰਕ ਹੈ। ਇਹ ਕਬੀਰ ਨੇ ਦੱਸਿਆ ਹੋਇਆ ਫਰਕ। ਇਹ ਗਾਣਾ ਕਹੂਗਾ ਗੌੜੀ ਦੇ ਵਿੱਚ, ਇਹਦੇ ਵਿੱਚ ਗੌੜੀ ਦੇ ਵਿੱਚ ਬਾਬ ਨਖਰੀ ਹੈ ਜਿਹੜੀ, ਕਿ ਆਤਮ ਰਾਮ ਲੇਹੋ ਪ੍ਰਮਾਣ। ਜਿਹੜਾ ਤੁਹਾਡਾ ਆਪਣਾ ਮੂਲ ਹੈ ਇਹੀ ਰਾਮ ਹੈ ਅਸਲੀ। ਬਸ ਜਿਹੜਾ ਜੀਵਾਤਮਾ ਦਾ ਮੂਲ ਹੈ ਰਾਮ ਹੈ।
ਰਾਮ ਚੋਂ ਹੀ ਜੀਵਾਤਮਾ ਪੈਦਾ ਹੁੰਦੀ ਹੈ। ਤੇ ਫਿਰ ਜੀਵ ਦੇ ਦੋ ਰੂਪ ਕੀ ਨੇ? ਜੀਵ ਦੇ ਦੋ ਰੂਪ ਨੇ ਫਿਰ, ਜਾਂ ਤਾਂ ਗੁਰਮੁਖ ਹੈ ਜਾਂ ਮਨਮੁਖ ਹੈ। ਜੇ ਤਾਂ ਸਰੀਰ ਨਾਲ ਜੁੜਿਆ ਹੈ ਫਿਰ ਤਾਂ ਮਨਮੁਖ ਹੈ, ਫਿਰ ਤਾਂ ਕੁਸੂ ਹੈ। ਕੁਸਾ ਨਾਲ ਜੁੜਿਆ ਨਾ ਸਰੀਰ ਨਾਲ, ਕੁਸਾ ਕਹਿੰਦੇ ਨੇ ਘਾਹ-ਫੂਸ। ਜਿਹਦਾ ਘਾਹ-ਫੂਸ ਦੇ ਸਰੀਰ ਵਾਲਾ ਆਪਣੇ ਆਪ ਨੂੰ ਮਿਲਦਾ ਫਿਰ ਤਾਂ ਕੁਸੂ ਹੈ। ਜਿੱਦਣ ਇਹਨੇ ਆਪਣੇ ਆਪ ਨੂੰ ਜੋ ਸਰੂਪ ਮਿਲ ਲਿਆ, ਮਨ ਤੂੰ ਜੋ ਸਰੂਪ ਹੈ ਉਦੋਂ ਲੱਭੂ ਹੈ, ਲੱਭੀ ਹੈ। ਆਹ ਗੱਲ ਉੱਥੇ ਯਾਰ ਰਮਾਇਣ ਵਾਲੀ ਹੈ ਜਿਹੜੀ ਉਹਦੇ 'ਚ ਲਿਖੀ ਹੋਈ ਹੈ 10 ਗ੍ਰੰਥ ਦੇ ਵਿੱਚ ਹੈ। ਇਹਦੇ ਹੀ ਦੋ ਰੂਪ ਨਿਕਲੇ ਦੇ ਹੈ, ਇੱਕੋ ਹੀ ਪੈਦਾ ਇੱਕੋ ਹੋਇਆ, ਦੋ ਨਹੀਂ ਪੈਦਾ ਹੋਏ ਸੀਤਾ ਦੇ ਲੜਕੇ, ਇੱਕੋ ਹੀ ਪੈਦਾ ਹੋਇਆ। ਉੱਥੇ ਦੋ ਕਿੱਥੇ ਨੇ? ਦੂਆ ਤਾਂ ਉਹਨੇ ਪੈਦਾ ਕੀਤਾ, ਪੈਦਾ ਕਾਹਨੂੰ ਕੀਤਾ? ਦੂਆ ਦਾ ਰੂਪ ਇਹਦੇ ਅੰਦਰੋਂ ਆਪਣੇ ਆਪ ਪੈਦਾ ਹੋਇਆ, ਮੰਨਿਆ ਇਹਨੇ, ਸੀਤਾ ਬੁੱਧੀ ਹੈ। ਇਹਨੇ ਆਪਣੇ ਆਪ ਮੰਨਿਆ ਵੀ ਮੈਂ ਤਾਂ ਸਰੀਰ ਦੇ ਹਾਂ। ਪੈਦਾ ਕੀ ਹੋਇਆ ਸੀ? ਪੈਦਾ ਲਹੂ ਹੋਇਆ ਸੀ, ਬਣ ਗਿਆ ਕੁਝ। ਪੈਦਾ ਤਾਂ ਲਹੂ ਹੋਇਆ, ਲਿਖਿਆ ਹੋਇਆ ਉੱਥੇ, ਪੈਦਾ ਉਹੀ ਹੋਇਆ, ਅੱਡ ਉਹੀ ਹੋਇਆ ਦੁਆਪਰ ਚ। ਪਰ ਜਦ ਪੈਦਾ ਹੋ ਗਿਆ, ਲਿਮ ਛੁਟਕੀ ਲੱਗੀ ਤ੍ਰਿਸ਼ਨਾ ਸਰੀਰ ਕਰਕੇ, ਹੁਣ ਆਪਣੇ ਆਪ ਨੂੰ ਸਰੀਰ ਬਣਦਾ, ਕੁਸੂ ਬਣਦਾ। ਗੱਲ ਤਾਂ ਇਹ ਆ, ਗੱਲ ਤਾਂ ਉਹ ਵੀ ਬ੍ਰਹਮ ਗਿਆਨ ਦੀ ਹੈ, ਰਮਾਇਣ ਦੀ ਵੀ, ਪਰ ਬੁੱਝੇ ਕੌਣ, ਸਮਝੇ ਕੌਣ? ਗੱਲ ਸੀ ਬੁੱਝਣ ਵਾਲੀ, ਨਾ ਤਾਂ ਉਹਨਾਂ ਨੇ ਪਤੰਦਰਾਂ ਨੇ ਬੁੱਝੀ ਹੈ, ਹਿੰਦੂਆਂ ਨੇ, ਉਹ ਵੀ ਆ ਰਹੇ ਨੇ, ਸਮਝਾ ਰਹੇ ਨੇ। ਉਹਨਾਂ ਨੇ ਭੱਬਲ ਭੂਸੇ ਚ ਪਾਇਆ ਤੇ ਸਾਡੇ ਵਾਲੇ ਵੀ ਭੱਬਲ ਭੂਸੇ ਚ ਪੈ ਗਏ। ਜੇ ਬਹਿ ਕੇ ਵਿਚਾਰਦੇ ਤਾਂ ਗੱਲ ਤਾਂ ਬਹੁਤੀ ਦੂਰ ਨਹੀਂ ਹੈ। ਇਸ ਗੱਲ ਤੇ ਏਕਤਾ ਹੋ ਸਕਦੀ ਹੈ, ਤਾਂ ਲਿਖਿਆ 10 ਗ੍ਰੰਥ। 10 ਗ੍ਰੰਥ ਏਕਤਾ ਕਰਾ ਰਿਹਾ ਹੈ। ਇਹ ਪਾੜ ਰਿਹਾ ਪਹਿਲਾਂ, ਆਦਿ ਗੁਰੂ ਗ੍ਰੰਥ ਸਾਹਿਬ ਪਾੜ ਰਿਹਾ ਹੈ ਅਸਲ ਦੇ ਵਿੱਚ। ਬਾਕੀ ਮਤਾਂ ਨੂੰ ਵੱਖਰ ਦੇਖੋ ਨਾ, ਇੱਥੇ ਵੱਖਰੀ ਗੱਲ ਲਿਖਤੀ ਨਾ। ਇਹ ਤਾਂ ਗੁਰਮੁਖਾਂ ਨੂੰ ਔਰ ਮਨਮੁਖਾਂ ਨੂੰ ਅੱਡੋ ਅੱਡ ਕਰ ਰਿਹਾ ਹੈ। 10 ਗ੍ਰੰਥ ਲਿਆ ਕੇ ਫਿਰ ਇਕੱਠਾ ਕਰ ਰਿਹਾ ਹੈ ਵੀ ਨਹੀਂ, ਇਹਨਾਂ ਨੂੰ ਠੀਕ ਤਰੀਕੇ ਨਾਲ ਸਮਝ ਲਓ, ਸ਼ਿਵ ਨੂੰ ਠੀਕ ਤਰੀਕੇ ਨਾਲ ਸਮਝ ਲਓ, ਚੰਡੀ ਨੂੰ ਠੀਕ ਤਰੀਕੇ ਨਾਲ ਸਮਝ ਲਓ। ਇੱਕੋ ਹੀ ਗੱਲ ਹੈ, ਨਿਰਾਕਾਰੀ ਉਹ ਗੱਲ ਹੈ। ਕਈ ਇੱਥੇ ਵੀ ਹੋਈ ਹੈ ਵੀ ਨਿਰਾਕਾਰੀ ਉਹ ਗੱਲ ਹੈ। ਇੱਥੇ ਜਿੰਨਾ ਕੀਤਾ ਹੋਇਆ ਪਖੰਡਵਾਦ ਤੇ, ਇੱਥੇ ਦਾ ਉਹਨਾਂ ਨੂੰ, ਇੱਥੇ ਦਾ ਹੋਰ ਕਿਆ ਹੈ? ਸਗਲ ਮਤਾਂਤ ਕੇਵਲ ਹਰ ਨਾਮ। ਜਾਂ ਹਰ ਨਾਮ ਪੈਦਾ ਹੁੰਦਾ, ਸਾਰੀਆਂ ਮਤਾਂ ਦਾ ਅੰਤ ਕਰ ਦਿੰਦਾ, ਨਾਸ਼ ਕਰ ਦਿੰਦਾ। ਅਸਲ 'ਚ ਮਤਾਂ ਦਾ ਨਾਸ਼ ਨਹੀਂ, ਮਤਾਂ 'ਚ ਸੁਧਾਰ ਕਰ ਦਿੰਦਾ। ਉੱਥੇ ਚੰਡੀ ਦਿਖਾਈਏ ਸੁਧਾਰ ਕਰਦੀ, ਇੱਧਰ ਰਾਖਸ਼ ਨੇ, ਇੱਧਰ ਦੇਵਤੇ ਨੇ। ਦੋਹਾਂ ਨੂੰ ਸਮਝਾ ਰਹੀ ਹੈ, ਸਮਝਾ ਕੇ ਏਕਤਾ ਹੋ ਰਹੀ ਹੈ। ਰਾਖਸ਼ ਮੰਨ ਕੇ ਰਾਜ ਫਿਰ ਇੱਕ ਤੋਂ ਕਰ ਰਹੇ ਨੇ, ਉੱਥੇ ਏਕਤਾ ਹੋ ਰਹੀ ਹੈ। ਉੱਥੇ ਮੂਰਖ ਕੀ ਸਮਝਣ ਵੀ ਗੱਲ ਕੀ ਹੈ? ਮੂਰਖ ਕੀ ਸਮਝਣ? ਜਦੋਂ ਗੁਰਮਤਿ ਪ੍ਰਗਟ ਹੁੰਦੀ ਹੈ, ਸੰਸਾਰ ਦੀ ਏਕਤਾ ਹੋ ਜਾਂਦੀ ਹੈ। ਜਿੱਦਣ ਗੁਰਮਤਿ ਪ੍ਰਗਟ ਹੋਣੀ ਹੈ, ਏਕਤਾ ਕੀ ਹੋਣੀ ਹੈ? ਜਿਹੜੇ ਵਿਰੋਧ ਕਰਦੇ ਨੇ ਬਹਿ ਜਾਓ ਆ ਕੇ, ਭਾਈ ਬੈਠੋ ਆ ਕੇ ਪਬਲਿਕ ਦੇ ਵਿੱਚ, ਵਿਚਾਰੋ। ਜੇ ਤੁਸੀਂ ਠੀਕ ਹੋ, ਤੁਹਾਡੀ ਮਗਰ ਲੱਗ ਜਾਂਦੇ ਆ। ਉਹਨਾਂ ਕੋਲ ਕੋਈ ਰਸਤਾ ਹੀ ਨਹੀਂ ਬਗੈਰ ਮੰਨਣ ਦੇ ਗੁਰਮਤਿ ਨੂੰ, ਬਸ਼ਰਤੇ ਕਿ ਗੁਰਮਤਿ ਦੀ ਸਮਝ ਹੋਵੇ। ਰਸਤਾ ਕੋਈ ਨਹੀਂ ਬਚਦਾ ਕਿਸੇ ਕੋ, ਇੱਥੇ ਝੂਠਾ ਜਾਂ ਫਿਰ ਪਬਲਿਕ ਉਹਦੇ ਖਿਲਾਫ ਹੋ ਜੂ। ਜਿਹੜੇ ਲੋਕ ਨਹੀਂ ਮੰਨਣਗੇ ਉਹਨਾਂ ਦੇ ਸਾਥੀ ਛੱਡ ਜਾਣਗੇ ਉਹਨਾਂ ਨੂੰ ਵੀ ਇਹ ਤਾਂ ਸਾਨੂੰ ਰਵਾਉਣ ਵਾਲੇ ਨੇ। ਫਿਰ ਉਹ ਐਵੇਂ ਨੂੰ ਝਗੜਾ ਹੀ ਕਰਾਉਣ ਵਾਲੇ ਨੇ। ਦੁਨੀਆ ਰਹਿਣਾ ਚਾਹੁੰਦੀ ਹੈ ਅਮਨ ਸ਼ਾਂਤੀ ਨਾਲ, ਰਾਹ ਕੋਈ ਨਹੀਂ ਲੱਭ ਰਿਹਾ ਦੁਨੀਆ। UN ਵੀ ਸਮਝਦੀ ਹੋਣੀ ਇਸ ਗੱਲ ਨੂੰ, ਜਿੰਨਾ ਚਿਰ ਧਰਮ ਕਰੋ ਹੋਇਆ ਬਚਾਓ ਹੈ ਨਹੀਂ। ਤਰੀਕਾ ਹੋਈ ਆ ਜੰਡੀ ਚਰਿੱਤਰ ਵਾਲਾ, ਨਾ ਜੰਡੀ ਦੀ ਵਾਰ ਵਾਲਾ, ਹੋਰ ਕੋਈ ਤਰੀਕਾ ਹੈ ਨਹੀਂ। ਹੋਰ ਕੋਈ ਤਰੀਕਾ ਨਹੀਂ ਹੈ। ਇਹੀ ਤਰੀਕਾ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਧਰਮ ਚਰਚਾ ਕਰਕੇ ਬਣਾਇਆ ਜਾਵੇ, ਔਰ ਜਿਹੜੇ ਪਖੰਡਵਾਦ ਤੇ ਨੂੰ ਗੈਰ ਕਾਨੂੰਨੀ ਬਣਾ ਦਿੱਤਾ ਜਾਵੇ, ਪਖੰਡਵਾਦ ਦੇ ਖਿਲਾਫ ਕਾਨੂੰਨ ਬਣਾ ਦਿੱਤੇ ਜਾਣ। ਧਰਮ ਜਿਹੜਾ
ਫਰਾਡ ਹੈ ਧਰਮ ਦੇ ਨਾਂ ਤੇ। ਧਰਮ ਦੇ ਨਾਂ ਤੇ ਫਰਾਡ ਕਰਨਾ ਗੈਰ ਕਾਨੂੰਨੀ ਬਣਾ ਦਿੱਤਾ ਜਾਵੇ। ਅਪਰਾਧਕ ਮਾਮਲੇ ਦਰਜ ਹੋਣ ਇਹਨਾਂ ਲੋਕਾਂ ਤੇ। ਜਿਹੜਾ ਕੋਈ ਕਹਿੰਦਾ ਮੈਂ ਤਿਗਣਾ ਰੁਪਈਆ ਕਰ ਦੂੰਗਾ, ਉਹਨੂੰ ਕਹੇ ਕਰਕੇ ਦਿਖਾ, ਨਹੀਂ ਚੱਲ ਜੇਲ੍ਹ 'ਚ, ਚੱਲ ਜੇਲ੍ਹ 'ਚ ਕਰ ਪਹਿਲਾਂ। ਬਸ ਸ਼ੁਰੂ ਦੇ ਵਿੱਚ CID ਹੋਵੇ, ਸਰਕਾਰ ਫੜ ਲਵੇ, ਜਾਂ ਪਤਾ ਲੱਗੇ ਉਹ ਕਹਿੰਦੇ ਆ ਜਾ ਭਾਈ ਲੈ ਸਾਡਾ ਖਜ਼ਾਨਾ ਕਰਦੇ, ਅਸੀਂ ਕਾਹਨੂੰ ਲੋਨ ਲੈਣੇ, ਬਾਹਰੋਂ ਜੋ ਲੋਨ ਲਵਾਂਗੇ ਸਰਕਾਰੀ ਹੈ ਜਿਹੜਾ ਪਿਆ ਸੋਨਾ, ਇਹਨੂੰ ਕਰਦੇ ਚੌਗਣਾ, ਇਹ ਦੁਗਣਾ ਤਿਗਣਾ ਅੱਜ ਕਰਦੇ, ਮਹੀਨੇ ਬਾਅਦ ਫੇਰ ਤਿਗਣਾ ਕਰਦੀ, ਆਪੇ ਹੱਥਗੜੇ ਕਰ ਦੂਗਾ। ਸਰਕਾਰ ਨੂੰ ਵੀ ਪਤਾ ਹੁੰਦਾ, ਪੁਲਿਸ ਨੂੰ ਵੀ ਪਤਾ ਹੁੰਦਾ, ਕਿਉਂ ਉਹ ਉਹਨਾਂ ਨੂੰ ਗੱਠ ਕੇ ਰੱਖਦੇ ਨੇ ਸਾਰਿਆਂ ਨੂੰ। ਸਾਰਿਆਂ ਦੀ ਮਿਲੀ ਭੁਗਤ ਬਣਾਏ ਜੇ ਵੱਡੇ ਵੱਡੇ ਫਰਾਡ ਨਹੀਂ ਹੋ ਸਕਦੇ। ਨਾ ਸਰਕਾਰ ਦੀ ਮਿਲੀ ਭੁਗਤ ਬਿਨਾਂ, ਸਿਆਸੀ ਬੰਦਿਆਂ ਦੀ ਮਿਲੀ ਭੁਗਤ ਦੇ ਬਿਨਾਂ, ਜਾਂ ਪੁਲਿਸ ਦੀ ਮਿਲੀ ਭੁਗਤ ਬਿਨਾਂ ਫਰਾਡ ਨਹੀਂ ਹੋ ਸਕਦੇ। ਸਭ ਸਰਕਾਰ ਨੂੰ ਪਤਾ ਹੁੰਦਾ। ਹੋਰ ਇੰਨੀਆਂ ਗੱਲਾਂ ਦਾ ਪਤਾ, ਐਡੇ ਐਡੇ ਫਰਾਡਾਂ ਦਾ ਪਤਾ ਨਹੀਂ ਲੱਗਦਾ ਸਰਕਾਰ ਨੂੰ, ਬਾਅਦ 'ਚ ਪਤਾ ਲੱਗਦਾ। ਸਭ ਪਤਾ ਹੁੰਦਾ। ਇਹ ਸਰਕਾਰ ਦੇ ਵਿੱਚ ਜਿਹੜੇ ਬੰਦੇ ਨੇ ਸਾਰੇ ਬੰਦਿਆਂ 'ਚ ਕਮਜ਼ੋਰੀਆਂ ਨੇ, ਮਾਇਆਧਾਰੀ। ਹਾਂਜੀ, ਜਬ ਨਹੀਂ ਚੀਨ ਸਾਤਮ ਰਾਮ, ਜਿੰਨਾ ਚਿਰ ਆਤਮ ਰਾਮ ਨਹੀਂ ਖੋਜਦਾ, ਜਿੰਨਾ ਚਿਰ ਸਰੀਰ ਦੇ ਵਿੱਚੋਂ ਆਪਣਾ ਆਪਾ ਨਹੀਂ ਖੋਜਦਾ, ਇਹ ਤਨ ਵਿੱਚੋਂ ਮਨ ਨਹੀਂ ਖੋਜਦਾ, ਤਨ ਵਿੱਚ ਤਾਂ ਇਹ ਆਪਣਾ ਆਪਾ ਹੈ ਇਹਦਾ, ਔਰ ਇਹਦੇ ਵਿੱਚ ਫਿਰ ਉਹ ਹੈ ਜਿਹਨੂੰ ਰਾਮ ਹੈ। ਤਨ ਵਿੱਚ ਤਾਂ ਆਤਮ ਹੈ, ਆਤਮ ਦੇ ਵਿੱਚ ਰਾਮ ਹੈ। ਅੱਛਾ, ਆਤਮ ਕੀ ਹੈ? ਆਤਮ ਰਾਮ ਦੀ ਰੋਸ਼ਨੀ ਹੈ, ਰਾਮ ਤੋਂ ਪੈਦਾ ਹੋਈ ਰੋਸ਼ਨੀ ਹੈ ਆਤਮ। ਆਤਮ ਕੁਝ ਵੀ ਨਹੀਂ। ਫਿਰ ਸਰੀਰ 'ਚ ਕੀ ਹੈ? ਰੋਸ਼ਨੀ। ਰੋਸ਼ਨੀ ਖੋਜ ਲਈ ਅੱਡ ਆ ਗਈ, ਆਪਣਾ ਆਪਾ ਖੋਜਿਆ ਰੋਸ਼ਨੀ ਨੇ। ਜਦ ਵਿੱਚ ਖੋਜਿਆ ਰਾਮ, ਦੇਖਿਆ ਤਾਂ ਰਾਮ ਤੋਂ ਹੀ ਪੈਦਾ ਹੋਈ ਰੋਸ਼ਨੀ ਸੀ ਉਹ ਤਾਂ। ਫਿਰ ਕਹਿੰਦਾ ਆਤਮ ਕੀ ਰਹਿ ਗਿਆ? ਆਤਮ ਕੁਝ ਵੀ ਨਹੀਂ, ਰਾਮ ਹੀ ਰਾਮ ਰਹਿ ਗਿਆ। ਫਿਰ ਆਤਮ ਖਤਮ ਹੋ ਗਿਆ, ਰਾਮ ਹੀ ਰਾਮ ਬਚ ਗਿਆ। ਆਤਮ ਵੀ ਖਤਮ ਹੋ ਗਿਆ, ਬਚਿਆ ਕਿ ਰਾਮ। ਮੈਂ ਨਹੀਂ ਕਛਾਉ ਨਹੀਂ, ਮੈਂ ਤਾਂ ਹੀ ਨਹੀਂ ਕੋਈ। ਪਰ ਕੋਈ ਵੀ ਰੋਸ਼ਨੀ ਜਿਹੜੀ ਪੈਦਾ ਹੁੰਦੀ ਹੈ, ਉਹਦੇ ਵਿੱਚੇ ਰੋਸ਼ਨੀ ਪੈਦਾ ਕਰਨ ਵਾਲੀ ਵਸਤੂ ਹੁੰਦੀ ਹੈ। ਕਿਸੇ ਵੀ ਰੋਸ਼ਨੀ ਦੇ ਅੰਦਰ ਹੀ ਰੋਸ਼ਨੀ ਪੈਦਾ ਕਰਨ ਵਾਲੀ ਚੀਜ਼ ਹੁੰਦੀ ਹੈ। ਰੋਸ਼ਨੀ ਤੋਂ ਬਾਹਰ ਕਿਵੇਂ ਪੈਦਾ ਹੋ ਜੂ? ਰੋਸ਼ਨੀ ਕਿਤੇ ਹੋਰ ਹੋਵੇ, ਰੋਸ਼ਨੀ ਪੈਦਾ ਕਰਨ ਵਾਲੀ ਕਿਤੇ ਚੀਜ਼ ਹੋਰ ਹੋਵੇ, ਉਹਦੇ ਵਿੱਚ ਹੀ ਹੁੰਦੀ ਹੈ। ਉੱਥੇ ਹੀ ਆਉਂਦੀ ਹੁੰਦੀ ਹੈ ਰੋਸ਼ਨੀ। ਰੋਸ਼ਨੀ ਉੱਥੇ ਹੀ ਆਉਂਦੀ ਹੁੰਦੀ ਹੈ। ਜੇ ਉਹ ਕਿਰਨ ਦੇ ਪਿੱਛੇ ਪਿੱਛੇ ਚਲੇ ਜਾਈਏ ਨਾ, ਬੈਗ ਉੱਥੇ ਹੀ ਪਹੁੰਚ ਜਾਈਦਾ। ਕਿਰਨ ਨਾਲ ਜੁੜ ਕੇ ਪਿੱਛੇ ਨੂੰ ਮੁੜ ਜਾਈਏ ਤਾਂ ਉੱਥੇ ਹੀ ਪਹੁੰਚ ਜਾਈਦਾ। ਜਿਵੇਂ ਸੂਏ 'ਚ ਪਾਣੀ ਆ ਰਿਹਾ, ਜੇ ਖਾਲੇ ਖਾਲੇ ਤੁਰ ਪਈਏ ਸੂਏ ਤੇ ਪਹੁੰਚ ਜਾਈਦਾ, ਕੱਸੀ ਤੇ ਪਹੁੰਚ ਜਾਗੇ। ਕੱਸੀ ਦੇ ਪਿੱਛੇ ਪਿੱਛੇ ਚਲੇ ਜਾਈਏ ਵੱਡੇ ਰਾਜਬਾਏ ਤੇ ਪਹੁੰਚ ਜਾਗੇ। ਉਹਦੇ ਗਾਂ ਪਿੱਛੇ ਨੂੰ ਮੁੜ ਜਾਈਏ ਤਾਂ ਉਹ ਤੋਂ ਵੱਡੇ ਤੇ ਪਹੁੰਚ ਜਾਗੇ। ਆਖਰ ਨਹਿਰ ਤੇ ਪਹੁੰਚ ਜਾਗੇ, ਆਖਰ ਦਰਿਆ ਤੇ ਪਹੁੰਚ ਜਾਗੇ। ਜਿੱਥੋਂ ਪਾਣੀ ਚੱਲੇ ਉੱਥੇ ਹੀ ਪਹੁੰਚ। ਪਰ ਬੈਗ ਨੂੰ ਜਾਣਾ ਪਊਗਾ। ਪਹਿਲਾਂ ਮਨ ਨੂੰ ਖੋਜ ਲਓ, ਫਿਰ ਆਪੇ ਜਿੱਥੋਂ ਪੈਦਾ ਹੋਇਆ ਖੋਜਿਆ ਜਾਊਗਾ। ਜਿੱਥੋਂ ਇਹ ਆਇਆ ਆਪੇ ਖੋਜਿਆ ਜਾਊਗਾ। ਪਹਿਲਾਂ ਇਹਨੂੰ ਤਾਂ ਖੋਜੋ। ਰਹਾਉ ਮੁੰਡ ਮੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਹੁਣ ਇੱਕ ਜੋਗੀ ਹੋਰ ਨੇ, ਉਹ ਸਿਰ ਬਣਾਉਂਦੇ ਨੇ, ਨੰਗੇ ਨਹੀਂ ਰਹਿੰਦੇ, ਉਹ ਔਗਣ ਨੇ। ਮੁੰਡ ਮੰਡਾਏ ਜੇ ਸਿੱਧ ਪਾਈ, ਮੁਕਤੀ ਭੇਡ ਨਾ ਗਈਆ। ਸਿਰ ਬਣਾਏ ਤੇ ਸਿੱਧੀ ਮਿਲਦੀ ਹੋਵੇ ਤਾਂ ਭੇਡ ਨੂੰ ਤਾਂ ਮੁੰਨ ਕੇ ਬਥੇਰੇ ਰੱਖਦੇ ਨੇ। ਇਹ ਗੱਲ ਭੇਡ ਦੀ ਇਹੀ ਦਾ ਸੰਭਾਸ਼ਾ ਨੇ ਲਿਖੀ ਹੈ। ਮਿਰਗ ਵਾਲੀ ਗੱਲ ਵੀ ਦਾ ਸੰਭਾਸ਼ਾ ਨੇ ਲਿਖੀ ਹੈ। ਇਹ ਦੋਏ ਗੱਲਾਂ ਦਾ ਸੰਭਾਸ਼ਾ ਨੇ ਉਹਦੇ ਵਿੱਚ ਲਿਖੀ ਹੋਈਆਂ ਨੇ। ਜਿਹੜਾ ਅਕਾਲ ਉਸਤਤ ਵਿੱਚ ਕਈ ਜਗ੍ਹਾ ਲਿਖੀ ਹੋਈ ਹੈ। ਭੇਡ ਵਾਲੀ ਗੱਲ ਵੀ ਉੱਥੇ ਲਿਖੀ ਹੈ, ਮਿਰਗ ਵਾਲੀ ਵੀ ਗੱਲ ਉੱਥੇ ਲਿਖੀ ਹੈ।
ਬਿੰਦ ਰਾਖ ਜੋ ਤਰੀਏ ਭਾਈ ਆ ਵੀ ਲਿਖੀ ਹੋਈ ਆ ਉੱਥੇ, ਖੁਸਰੇ ਕਿਉਂ ਨਾ ਪਰਮਗਤ ਪਾਈ। ਇਹ ਵੀ ਤਾਂ ਸੰਭਾਸ਼ਾ ਨੇ ਉੱਥੇ ਲਿਖੀ ਹੈ ਅਕਾਲ ਉਸਤਤ ਵਿੱਚ। ਬਿੰਦ ਰਾਖ ਜੇ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਜਿਹੜੇ ਜਤੀ ਨੇ, ਜਤੀ ਸਦਾਏ ਗੁਰੂ ਨਾਨਕ ਨੇ ਲਿਖੇ, ਜਤੀ ਸਦਾਏ ਜੁਗਤ ਨ ਜਾਣੇ, ਛੱਡ ਬਹਿਣ ਕਰਵਾਰ। ਯਤ ਕੀ ਹੈ? ਯਤ ਦਾ ਮਤਲਬ ਹੈ ਯਤਨ ਕਰਨਾ। ਫਸ ਗਿਆ ਮਾਇਆ ਵਿੱਚ ਨਿਕਲਣ ਦਾ ਯਤਨ ਕਰਨ ਨੂੰ ਯਤ ਕਹਿੰਦੇ ਨੇ। ਉਹਦਾ ਅਰਥ ਹੋਰ ਬਣਾ ਲਿਆ। ਛੁੱਟਣ ਦੀ ਵਿਧੀ ਜਾਣਦੇ ਨਹੀਂ, ਜਦੀ ਆਪਣੇ ਆਪ ਨੂੰ ਕਹੀ ਜਾਂਦੇ ਨੇ। ਉਹ ਛੁੱਟਣ ਦੀ ਵਿਧੀ ਨੂੰ ਸਮਝਣਾ, ਛੁੱਟਣ ਦੀ ਵਿਧੀ, ਸੰਸਾਰ ਚੋਂ ਨਿਕਲਣ ਦੀ ਵਿਧੀ ਨੂੰ ਜਾਣਨ ਦੀ ਕੋਸ਼ਿਸ਼ ਕਰਨਾ, ਇਹਨੂੰ ਜਤੀ ਕਹਿੰਦੇ ਨੇ। ਯਤਨ ਕਰਨਾ, ਫਸੇ ਹੋਏ ਆ ਕਿਤੇ ਗਿਰ ਗਏ ਟੋਏ ਦੇ ਵਿੱਚ, ਨਿਕਲਣ ਦੇ ਯਤਨ ਕਰ ਰਹੇ ਹਨ। ਜਿਹੜੇ ਯਤਨ 'ਚ ਲੱਗਿਆ ਨਿਕਲਣ ਦੇ ਜਤੀ ਹੈ। ਇਹ ਜਤੀ ਸਦਾਏ ਜੁਗਤ ਨੂੰ ਜਾਣ, ਛੱਡ ਬਹਿ ਘਰ-ਬਾਰ, ਘਰ-ਬਾਰ ਹੀ ਛੱਡ ਕੇ ਬਹਿ ਗਏ। ਹਾਂ, ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ। ਇਹ ਅਨਨੈਚੁਰਲ ਗੱਲ ਕਰ ਲਈ ਸੋ ਉਹਨਾਂ ਨੇ। ਸੰਸਾਰ ਪੈਦਾ ਕਿਵੇਂ ਹੋਊਗਾ ਜੇ ਸਾਰੇ ਹੀ ਜਤੀ ਹੋ ਜਾਣ? ਇਹ ਤਾਂ ਕੁਦਰਤ ਤੋਂ ਖਿਲਾਫ ਹੈ ਗੱਲ ਸਾਰੀ। ਇਹ ਤਾਂ ਹੁਕਮ ਦੇ ਖਿਲਾਫ ਹੈ। ਇਹ ਜਿਹੜਾ ਲੋਕ ਨੇ ਜਿਵੇਂ ਬੈਠੀਆਂ ਨੇ ਨਾ, ਜਿਹੜੇ ਬ੍ਰਹਮ ਕੁਮਾਰੀਆਂ, ਉਹਦਾ ਹੁਕਮ ਤੋਂ ਵਿਰੁੱਧ ਨੇ ਸਾਰਾ ਕਾਨੂੰਨ। ਉਹ ਤਾਂ ਪਰਮੇਸ਼ਰ ਤੋਂ ਵਿਰੁੱਧ, ਉਹਨਾਂ ਦਾ ਸਾਰਾ ਪ੍ਰੋਗਰਾਮ ਹੈ ਪਰਮੇਸ਼ਰ ਤੋਂ ਵਿਰੁੱਧ। ਇਸੇ ਕਰਕੇ ਕਹਿੰਦੇ ਸਾਰੇ ਚ ਪਰਮਾਤਮਾ ਨਹੀਂ। ਉਹਨਾਂ ਨੂੰ ਦੀਦਾ ਹੀ ਕੱਖ ਨਹੀਂ ਹੈ। ਉਹਨਾਂ ਦੇ ਬੁੱਧ ਬਿਲਕੁਲ ਹੀ ਭ੍ਰਸ਼ਟ ਹੋਈ ਹੋਈ ਹੈ, ਬਿਲਕੁਲ ਗਿਆਨ ਹੈ ਨਹੀਂ ਉਹਨਾਂ ਨੂੰ। ਉਹਨੂੰ ਪੁੱਛਿਆ ਜੇ ਤੁਹਾਡੇ ਮਾਂ ਪਿਓ ਹੁੰਦੇ ਤੁਹਾਡਾ ਜਨਮ ਕਿੱਥੇ ਹੋ ਜਾਂਦਾ ਜੇ ਤੁਹਾਡੇ ਵਰਗੇ ਹੁੰਦੇ? ਇਹ ਤਾਂ ਬਿਲਕੁਲ 100% ਪਰਮੇਸ਼ਰ ਦੀ ਰਜ਼ਾ ਤੋਂ ਖਿਲਾਫਤ ਹੈ। ਇਹ ਤਾਂ ਉਹਦੇ ਖਿਲਾਫ ਹੈ, ਬਗਾਵਤ ਹੈ ਸਾਰੀ। ਬਾਗੀ ਬਗਾਵਤ ਪੈਦਾ ਕਰਨੀ ਹੈ, ਹੁਕਮ ਦੇ ਖਿਲਾਫ ਹੈ। ਬਗਾਵਤ ਦਾ ਝੰਡਾ ਲੈ ਲਿਆ ਹੁਕਮ ਦੇ ਖਿਲਾਫ। ਤੁਸੀਂ ਇਹ ਤਾਂ ਕਰ ਰਹੇ ਹੋ, ਹੁਕਮ ਦਾ ਵਿਰੋਧ ਕਰ ਰਹੇ ਹੋ। ਅਸੀਂ ਕਰ ਰਹੇ ਹਾਂ ਧਰਮ। ਮੂਰਖ ਹੋਰ ਹੈ ਜਿਹੜੇ ਤੁਹਾਨੂੰ ਧਰਮ ਮੰਨਦੇ ਨੇ। ਮੂਰਖ ਹੋਰ ਹੈ ਜਿਹੜੇ ਤੁਹਾਨੂੰ ਪੈਸੇ ਦੇਈ ਜਾਂਦੇ ਨੇ ਧਰਮ ਦੇ ਨਾਂ ਤੇ। ਪਾਗਲ ਉਹ ਵਿਚਾਰੇ ਆਪ ਗਿਆਨ ਨਹੀਂ ਧਰਮ ਦਾ। ਹਾਂ, ਇਹ 2-4 ਗੱਲਾਂ ਕਹਿਣਾ ਜੀ ਪ੍ਰੇਮ ਨਾਲ ਹੋ ਜੀ, ਇਹ ਕੋਈ ਧਰਮ ਹੈ? ਧਰਮ ਨਹੀਂ ਹੈ, ਇਹ ਸਮਾਜ ਸੁਧਾਰ ਹੈ। ਸਮਾਜ ਸੁਧਾਰ ਹੋਰ ਗੱਲ ਹੈ, ਧਰਮ ਹੋਰ ਗੱਲ ਹੈ। ਧਰਮ ਦਾ ਹਿੱਸਾ ਸਮਾਜ ਸੁਧਾਰ ਹੈ, ਸਮਾਜ ਸੁਧਾਰ ਦਾ ਹਿੱਸਾ ਧਰਮ ਨਹੀਂ ਹੈ। ਧਰਮ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ। ਧਰਮ ਦੇ ਵਿੱਚ ਤਾਂ ਸਭ ਕੁਝ ਆ ਜਾਂਦਾ ਹੈ। ਹੁਕਮ ਦੇ ਤਾਂ ਤਿੰਨੇ ਲੋਕ ਅੰਦਰ ਨੇ, ਜੰਮਣ ਮਰਨ ਅੰਦਰ ਹੈ ਉਹਦੇ। ਇਹ ਹੁਕਮ ਨੂੰ ਮੁਝਣਾ ਧਰਮ ਨੇ ਤਾਂ। ਸਮਾਜ ਸੁਧਾਰ ਹੈ ਕੋਈ ਬੁੱਲੀ ਜੀ ਗੱਲ, ਛੋਟੀ ਜੀ ਗੱਲ ਹੈ। ਸਮਾਜ ਸੁਧਾਰ ਬਹੁਤ ਬੜੀ ਗੱਲ ਨਹੀਂ ਹੈ। ਲੇਕਿਨ ਵਿਦਵਾਨ ਸਮਾਜ ਸੁਧਾਰ ਤੇ ਗਾਹਾਂ ਇਹਨਾਂ ਕੋ ਅਕਲ ਨਹੀਂ ਹੁੰਦੀ। ਜਿੰਨੀ ਅਕਲ ਹੈ ਭਾਂਡਾ ਇਹਨਾਂ ਕੋ, ਉਹਨੀ ਗੱਲ ਕਰਨੀ ਇਹਨਾਂ ਨੇ। ਤੇ ਬਹੁਤ ਬੜਾ ਵਿਸ਼ਾ ਧਰਮ ਦਾ, ਛੋਟਾ ਵਿਸ਼ਾ ਨਹੀਂ ਹੈ। ਸਮਾਜ ਸੁਧਾਰ ਵੀ ਹੈ, ਆਰਥਿਕ ਵਿਸ਼ਾ ਵੀ ਹੈ। ਲੋਕਾਂ ਦੇ ਮਤਲਬ ਹੈ ਜਿਹੜਾ ਰਾਜ ਕਰਨਾ, ਇਹ ਵੀ ਵਿਸ਼ਾ ਹੈ। ਕਿਵੇਂ ਕਰਨਾ, ਜ਼ੁਲਮ ਨਹੀਂ ਕਰਨਾ, ਧੱਕਾ ਨਹੀਂ ਕਰਨਾ, ਸਾਰੇ ਵਿਸ਼ੇ ਹੀ ਨੇ ਇਹਦੇ ਵਿੱਚ ਤਾਂ। ਫਿਰ ਉਹ ਤੋਂ ਇਲਾਵਾ ਪਰਲੋਕ ਦਾ ਸੁਧਾਰ ਕਿਵੇਂ ਕਰਨਾ, ਮੇਨ ਵਿਸ਼ਾ ਤਾਂ ਪਰਲੋਕ ਦਾ, ਇਹਦਾ ਧਰਮ ਦਾ। ਆਹ ਲੋਕ ਦਾ ਤਾਂ ਸਿਰਫ ਛੋਟਾ ਵਿਸ਼ਾ ਹੈ। ਇਹ ਸੰਸਾਰ ਦਾ ਵਿਸ਼ਾ ਲੋਕਾਂ ਦੀ ਠੀਕ ਠਾਕ ਰਹਿਣਾ, ਸਾਰਿਆਂ ਦੇ ਕੰਮ ਆਉਣਾ, ਸਾਰਿਆਂ ਦਾ ਭਲਾ ਸੋਚਣਾ, ਬੁਰੇ ਦਾ ਵੀ ਭਲਾ ਕਰਨਾ। ਇਹ ਤਾਂ ਇੱਕ ਉਹਦੇ ਸੁਭਾਅ ਦਾ ਹਿੱਸਾ ਹੈ, ਗੁਰਮੁਖ ਦੇ ਸੁਭਾਅ ਦਾ ਹਿੱਸਾ ਹੈ। ਕਹੋ ਅਸਲ ਤਿਆਰ ਕਰਦਾ ਉਹਦਾ ਪਰਲੋਕ ਹੈ ਧਰਮ ਦਾ। ਸਮਾਜ ਸੁਧਾਰ ਦਾ ਕਿੱਥੇ ਵਿਸ਼ਾ ਪਰਲੋਕ? ਸਮਾਜ ਸੁਧਾਰ ਵਾਲੇ ਦਾ ਵਿਸ਼ਾ ਕਿੱਥੇ ਪਰਲੋਕ? ਸਮਾਜ ਸੁਧਾਰ ਆਦਮੀ ਧਰਮ ਦੇ ਵਿਰੋਧੀ ਹੁੰਦੇ ਨੇ, ਧਰਮ ਵਿਰੋਧੀ ਹੁੰਦੇ ਨੇ। ਕਹਿੰਦੇ ਹੁੰਦੇ ਅਸੀਂ ਧਾਰਮਿਕ। ਜਿਹੜਾ ਮਾਇਆ ਨਾਲ ਜੋੜ ਕੇ ਹੀ ਰੱਖ ਰਿਹਾ ਹੈ, ਪਰਲੋਕ ਦਾ ਵਿਰੋਧੀ ਹੈ। ਪਰਲੋਕ ਸੰਭਾਲ ਨਹੀਂ ਦਿੰਦਾ ਉਹ, ਪਰਲੋਕ ਦੀ ਗੱਲ ਤੇ ਅੱਗੇ ਫਿਰਦਾ।
ਉਹ ਤਾਂ ਭਰਮ ਭੁਲਾਉਣੇ ਵਾਲੀ ਗੱਲ ਹੈ। ਜਿਹੜੇ ਕੰਮ ਆਇਆ ਸੰਸਾਰ ਦੇ ਵਿੱਚ ਆਦਮੀ, ਉਹ ਕੰਮ ਉਹਦੇ ਯਾਦ ਹੀ ਨਹੀਂ ਹੋਣ ਦਿੰਦਾ ਸਮਾਜ ਸੁਧਾਰਕ ਆਦਮੀ। ਉਹਦੀ ਤਾਂ ਗੱਲ ਹੀ ਨਹੀਂ ਕਰਦਾ, ਉਹਦੀ ਗੱਲ ਨਾ ਕਰਨੀ ਵੀ ਅਪਰਾਧ ਹੈ। ਉਸ ਵਿਸ਼ੇ ਨੂੰ ਤਿਆਗ ਦੇਣਾ ਵੀ ਅਪਰਾਧ ਹੈ। ਉਹਦੀ ਮੱਤ ਮਾਰੀ ਹੋਈ ਹੈ। ਫਿਰ ਸਮਾਜ ਸੁਧਾਰ ਵਿਸ਼ਾ ਹੁੰਦਾ ਸਰਕਾਰ ਦਾ, ਰਾਜੇ ਦਾ ਵਿਸ਼ਾ ਹੋ ਸਕਦਾ ਹੈ, ਦੇਵਤਿਆਂ ਦਾ ਵਿਸ਼ਾ ਹੋ ਸਕਦਾ ਹੈ, ਵਿਸ਼ਨੂੰ ਦਾ ਵਿਸ਼ਾ ਹੋ ਸਕਦਾ ਹੈ। ਸ਼ਿਵ ਜੀ ਦਾ ਵਿਸ਼ਾ ਨਹੀਂ ਹੈ ਸਮਾਜ ਸੁਧਾਰ। ਇੱਥੇ ਫਰਕ ਹੈ। ਸਮਾਜ ਸੁਧਾਰ ਸ਼ਿਵ ਜੀ ਦਾ ਵਿਸ਼ਾ ਨਹੀਂ ਹੈ। ਉਹਨੇ ਕਿਹੜਾ ਰਾਜ ਕਰਨਾ, ਉਹਦਾ ਪਰਲੋਕ ਦਾ ਵਿਸ਼ਾ ਜ਼ਿਆਦਾ, ਸਮਾਜ ਸੁਧਾਰ ਦਾ ਵਿਸ਼ਾ ਨਹੀਂ। ਸਮਾਜ ਛੱਡੀ ਫਿਰਦਾ, ਇਸ ਕਰਕੇ ਉਹ ਵੀ ਇਨਕੰਪਲੀਟ ਹੈ। ਉਹਨੂੰ ਵੀ ਨਹੀਂ ਮੰਨਿਆ। ਉਹ ਜਤੀ ਸਦਾਏ ਜੁਗਤ ਨੇ ਜਾਣੇ, ਉਹਨੇ ਜੇ ਨੁਕਸਾ ਗਿਆ। ਕਾਰੋਬਾਰ ਵੀ ਨਹੀਂ ਛੱਡਣਾ, ਸਮਾਜ ਸੁਧਾਰ ਦੇ ਵਿੱਚ ਵੀ ਰੱਖਣਾ ਇੱਕ ਪੈਰ, ਸਮਾਜ ਨਾਲ ਵੀ ਚੱਲਣਾ। ਸਮਾਜ ਸੁਧਾਰ ਵੀ ਜ਼ਰੂਰੀ ਹੈ, ਪਰ ਟਾਰਗੇਟ ਪਰ ਲੋਕ ਦਾ ਹੀ ਹੈ। ਲੋਕ ਸੁਖੀ ਪਰ ਲੋਕ ਸਹਿਲੇ। ਸਾਡੇ ਦੋ ਹੀ ਵਿਸ਼ੇ ਨੇ, ਦੋ ਵਿਸ਼ੇ ਨੇ, ਦੋਵੇਂ ਇੱਥੇ ਲੱਡੂ ਨੇ। ਵਿਸ਼ਨੂੰ ਵਾਲਿਆਂ ਨੇ ਪਰ ਲੋਕ ਛੱਡਤਾ, ਸ਼ਿਵ ਜੀ ਵਾਲੇ ਨੇ ਲੋਕ ਛੱਡਤਾ। ਦੋਏ ਨਹੀਂ ਰਹੇ, ਦੋਹਾਂ ਕੋਲ ਦੋਏ ਨਹੀਂ ਰਹੇ, ਦੋਏ ਦਸ਼ਾਹੀਨ ਹੋ ਗਏ। ਜਿਹੜੇ ਬ੍ਰਹਮ ਗਿਆਨੀ ਨੇ, ਵਿਚਾਰੇ ਨੇ, ਬ੍ਰਹਮ ਰਿਸ਼ੀ ਨੇ, ਉਹਨਾਂ ਨੇ ਦੋਏ ਰੱਖੇ ਨੇ, ਪੈਰਲਲ ਚੱਲੇ ਨੇ। ਦੋ ਪੈਰ ਇੱਧਰਲੇ ਨੇ, ਦੋ ਇੱਧਰਲੇ। ਉਹਨਾਂ ਦਾ ਇੱਕ ਪੈਰ ਹੈ। ਇੱਕ ਪੈਰ ਵਾਲਾ ਦਰਖਤ ਉੱਥੇ ਰਹਿ ਜਾਂਦਾ, ਗਾਂ ਨਹੀਂ ਤੁਰ ਸਕਦਾ। ਦੋ ਪੈਰ ਵਾਲਾ ਆਦਮੀ ਗਾਂ ਉਹ ਤੁਰਦਾ। ਦੋ ਪੈਰ ਨੇ ਆਦਮੀ ਦੇ, ਤਾਂ ਹੀ ਗਾਂ ਤੁਰਦਾ। ਜੇ ਕੋ ਪੈਰ ਹੁੰਦਾ ਗਾਂ ਕਿਵੇਂ ਤੁਰਦਾ? ਦੋ ਪੈਰ ਵਾਲੇ ਦਾ ਗਿਆਨ ਹੀ ਗਾਂ ਤੁਰੂਗਾ, ਇੱਕ ਪੈਰ ਵਾਲੇ ਦਾ ਗਿਆਨ ਗਾਂ ਤੁਰ ਨਹੀਂ ਸਕਦਾ। ਤੇ ਜੋਗੀ ਦਾ ਗਿਆਨ ਗਾਂ ਤੁਰ ਰਿਹਾ। ਵਿਸ਼ਨੂੰ ਦਾ ਗਿਆਨ ਜੇ ਗਾਂ ਤੁਰੂਗਾ ਤਾਂ ਸਾਇੰਸ ਵਾਲਾ ਤੁਰੂਗਾ। ਉਹਦਾ ਵਿਨਾਸ਼ਕਾਰੀ ਵਿਕਾਸ ਔਰ ਵਿਨਾਸ਼। ਜੇ ਤਾਂ ਤੁਰੂਗਾ ਸੰਸਾਰੀ ਰਾਜੇ ਦਾ ਗਿਆਨ, ਉਹਦਾ ਹੁੰਦਾ ਵਿਕਾਸ ਔਰ ਵਿਨਾਸ਼। ਪਿਛੇ ਵੀ ਦੇਖ ਲਓ, ਰਿਸ਼ੀ ਮੁਨੀ ਕੀ ਕਰ ਦਿੱਤੇ? ਉਹ ਰਥ ਨਿਕਲਿਆ ਜੀ, ਉੱਥੇ ਉਹ ਨਿਕਲਿਆ, ਚੱਕਰ ਨਿਕਲਿਆ ਜੀ, ਧਨਖ ਨਿਕਲਿਆ ਜੱਗ ਚੋਂ, ਉਹ ਤੀਰ ਨਿਕਲੇ, ਕੀ ਮੌਤ ਦਾ ਸਮਾਨ ਨਿਕਲਿਆ। ਹੋਰ ਕੀ ਹੈ? ਉਹ ਕੀ ਸੀ? ਮੌਤ ਦਾ ਸਮਾਨ, ਆਪਣੇ ਵਿਰੋਧੀ ਦੇ ਖਿਲਾਫ। ਇਹ ਵੀ ਵਿਨਾਸ਼ ਦਾ ਹੀ ਸਮਾਨ ਸੀ ਇਹਨਾਂ ਕੋਲ ਵੀ, ਹੋਰ ਕੁਛ ਨਹੀਂ ਸੀ। ਸ਼ਿਵ ਜੀ ਦਾ ਮਤਲਬ ਇਹ ਨਹੀਂ ਸੀ ਗਿਆਨ ਚ। ਗਿਆਨ ਚ ਉਹਨੇ ਸੰਸਾਰੀ ਗਿਆਨ ਤਾਂ ਨਹੀਂ ਉਹਨੇ ਬਲ ਗਿਆ, ਪਰ ਉਹ ਦਿਸ਼ਾਹੀਨ ਹੋ ਕੇ ਮਾਇਆ ਨਾਲ ਜੁੜ ਗਿਆ। ਜਿਹੜਾ ਉਹ ਗਿਆਨ ਸੀ ਨਾ, ਆਤਮ ਗਿਆਨ, ਆਤਮਾ ਨਾਲ ਰਿਲੇਟਡ, ਸਰੀਰ ਨਾਲ ਰਿਲੇਸ਼ਨ ਕਰਕੇ ਉਹ ਤੋਂ ਰੁਕ ਗਿਆ। ਇਸ ਕਰਕੇ ਜੋਗੀਆਂ ਨਾਲ ਗੱਲ ਕੀਤੀ ਹੈ ਗੁਰਬਾਣੀ ਨੇ, ਇਹਨਾਂ ਨੂੰ ਚਲਾਉਣ ਦੀ ਗੱਲ ਕੀਤੀ ਹੈ। ਕਿਆ ਨਾਂਗੇ ਕਿਆ ਬਾਂਦੇ ਸ਼ਾਮ ਸ਼ਾਮ, ਇਹੀ ਗੱਲ ਹੈ। ਜਬਰੇ ਸਾਤਮ ਰਾਮ, ਜਬਰੇ ਜੀਨ ਸਾਤਮ ਰਾਮ। ਇਹਨਾਂ ਨੂੰ ਕਿਹਾ ਤੁਸੀਂ ਚੱਲੋ ਅੱਗੇ। ਵਿਸ਼ਨੂੰ ਦੀ ਤਾਂ ਗੱਲ ਨਹੀਂ ਹੈ, ਗੱਲੇ ਜੋਗੀਆਂ ਦੀ ਇਹਦੇ ਵਿੱਚ ਸ਼ਬਦ। ਹਾਂ, ਬਿੰਦ ਰਾਖ ਜੋ ਤਰੀਏ ਭਾਈ, ਗੁਜ਼ਰੇ ਕਿਉਂ ਨਾ ਪਰਮਗਤ ਪਾਈ। ਇਹ ਵੀ ਜੋਗੀਆਂ ਨੂੰ, ਇਹ ਵੀ ਜੋਗੀਆਂ ਨੂੰ ਗੱਲ ਹੈ। ਦੇਵਤਿਆਂ ਵਾਸਤੇ ਤਾਂ ਹੀ ਨਹੀਂ, ਸ਼ਿਵ ਜੀ ਵਾਲਿਆਂ ਦੀ, ਸ਼ਿਵ ਜੀ ਵਾਲਿਆਂ ਦੀ ਹੈ। ਵੀ ਜੇ ਬਿੰਦ ਰਾਖ ਕੇ ਤਰੀਏ ਜਤਿਤ ਕਰਕੇ ਖੁਸਰੇ ਕਿਉਂ ਨਾ ਪਰਮਗਤ ਪਾਈ, ਇਹ ਵੀ ਛੱਡੋ, ਇਹ ਵੀ ਛੱਡ ਦੋ। ਛੜਾਇਆ ਉਹਨਾਂ ਤੇ ਕਹਿ ਕੇ। ਹਾਂਜੀ, ਕਹੋ ਕਬੀਰ ਸਰੂ ਨਰ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਬਾਕੀ ਹੁਣ ਸਾਰਿਆਂ ਨੂੰ ਕਹਿਤੀ ਗੱਲ, ਇਹ ਸਾਰਿਆਂ ਨੂੰ ਕਹਿ, ਸੁਣੋ ਨਰ ਭਾਈ, ਨਰ ਭਾਈ ਕਹਿਤਾ ਨਾ, ਸਾਰੇ ਸੰਸਾਰ ਵਾਸਤੇ ਗੱਲ। ਰਾਮ ਨਾਮ ਤੇ ਬਿਨਾਂ ਗਤੀ ਕਿਹਨੇ ਪਾਈ? ਅੱਜ ਤੇ ਇੱਕ ਆਦਮੀ ਦੀ ਗੱਲ ਦੱਸੋ। ਗੱਟ ਪਾਈ, ਗੱਟ ਪਾਈ ਦਾ ਕਿਹਦਾ ਗਿਆਨ ਗਾਹਾਂ ਵਧਿਆ? ਨਹੀਂ, ਇੱਥੇ ਹੀ ਖੜਾ ਹੈ। ਗਿਆਨ ਗਾਹਾਂ ਉਹਦਾ ਵਧਿਆ, ਤੁਰ ਸਹੀ ਉਹ ਪਹੁੰਚਿਆ ਜਿਹਨੂੰ ਨਾਮ ਮਿਲਿਆ।
ਜਿਹਨੇ ਆਤਮ ਗਿਆਨ ਸਮਝਿਆ, ਜੋ ਆਤਮ ਗਿਆਨੀ ਸੀ, ਆਤਮਦਰਸ਼ੀ ਸੀ, ਉਹਦੇ ਕੋਲ ਤੁਰਦਾ ਗਿਆਨ ਹੈ, ਬਾਕੀ ਕਿਸੇ ਕੋਲ ਨਹੀਂ ਹੈ। ਹਾਂਜੀ। ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਿਉ ਪਏ ਦਾਦੁਰ ਪਾਣੀ ਮਾਹੀ। ਇਹ ਹੈਗਾ ਹੁਣ ਪੰਡਤ ਆ ਗਿਆ, ਹੁਣ ਫੜ ਲਿਆ ਪਾਂਡਾ, ਇਹ ਉਹਦਾ ਚੇਲੇ ਸੁਬਾਹ ਸ਼ਾਮ ਇਸ਼ਨਾਨ ਕਰਦੇ ਨੇ। ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਕੋਈ ਸੰਤ ਵੀ ਨੇ ਇਹ ਇਹਨਾਂ ਦੇ, ਉਹ ਵਾਲਾਂ ਵਾਲੇ ਚਿੱਟੇ ਕੱਪੜਿਆਂ ਵਾਲੇ, ਉਹ ਵੀ ਸੰਧਿਆ ਪ੍ਰਾਤ ਇਸ਼ਨਾਨ ਕਰਨ ਵਾਲੇ ਨੇ। ਜਿਉ ਪਏ ਦਾਦੁਰ ਰਾਤ ਪਾਣੀ ਹੁੰਦਾ ਮਾਹੀ। ਸੁਬਾਹ ਪ੍ਰਾਤः ਕਾਲ ਸਵੇਰੇ ਔਰ ਸ਼ਾਮ ਨੂੰ, ਦੋਵੇਂ ਟਾਈਮ ਨਹਾਉਣਾ, ਇਸ਼ਨਾਨ ਕਰਾਈ। ਕਹਿੰਦੇ ਐ ਸਮਝ ਲਓ ਵੀ ਪਾਣੀ ਡੱਡੂ ਪਾਣੀ ਜੇ ਰਹਿੰਦੇ ਨੇ। ਇਸ਼ਨਾਨ ਲਫ਼ਜ਼ ਵਰਤਦਾ ਉਹ ਇਸ਼ਨਾਨ ਕਹਿੰਦੇ ਨੇ, ਅਸਲ 'ਚ ਗੁਰਬਾਣੀ ਨਹੀਂ ਇਸ਼ਨਾਨ ਮੰਨਦੀ ਇਹਨੂੰ। ਭਾਵੇਂ ਇਸ਼ਨਾਨ ਨਹੀਂ ਮੰਨਦੀ ਗੁਰਬਾਣੀ, ਪਰ ਉਹ ਆਪਣੇ ਆਪ ਨੂੰ ਤਾਂ ਇਸ਼ਨਾਨ ਕਹਿੰਦੇ ਨੇ ਨਾ, ਉਹਨਾਂ ਦੀ ਭਾਸ਼ਾ 'ਚ ਇਸ਼ਨਾਨ ਕਿਹਾ। ਤੁਸੀਂ ਸੁਬਾਹ ਇਸ਼ਨਾਨ ਜਿਹੜਾ ਕਰਦੇ ਹੋ, ਇਸ਼ਨਾਨ ਕਹਿੰਦੇ ਹੋ, ਉਹ ਡੱਡੂਆਂ ਵਾਲੀ ਗੱਲ ਹੈ, ਪਾਣੀ 'ਚ ਰਹਿੰਦੇ ਨੇ ਜਿਹੜੇ। ਇਸ਼ਨਾਨ ਨਹੀਂ ਹੈ ਇਹ, ਕਹਿਣ ਦਾ ਮਤਲਬ ਇਸ਼ਨਾਨ ਨਹੀਂ ਹੁੰਦਾ ਹੈ। ਇਸ਼ਨਾਨ ਦਾ ਮਨ ਸਾਫ਼ ਹੁੰਦਾ। ਹਾਂਜੀ। ਜੋ ਪੈ ਰਾਮ ਰਾਮ ਰਤਨਾ ਨਾਹੀ, ਤੇ ਸਭ ਧਰਮ ਰਾਏ ਕਹਿ ਜਾਹੀ। ਜਿਨ੍ਹਾਂ ਨੂੰ ਰਾਮ ਨਾਮ ਦਾ ਰੰਗ ਨਹੀਂ ਨਾ ਚੜਦਾ, ਜਿਹੜੇ ਰਾਮ ਨਾਮ ਦਾ ਗਿਆਨ ਨਹੀਂ ਲੈਂਦੇ, ਉਹ ਧਰਮ ਰਾਏ ਦੇ ਜਾਂਦੇ ਨੇ, ਦੂਆ ਜਨਮ ਮਿਲਦਾ ਉਹਨਾਂ ਨੂੰ। ਉਹਨਾਂ ਦਾ ਲੇਖਾ ਪੁੰਨ ਪਾਪ ਦਾ ਹੁੰਦਾ। ਉਹ ਮਰਦੇ ਨੇ, ਜਿਹੜੇ ਮਰਦੇ ਨੇ ਧਰਮ ਰਾਏ ਦੇ ਉਹੀ ਜਾਂਦੇ ਨੇ। ਜਿਹੜੇ ਮਰਦੇ ਹੀ ਨਹੀਂ, ਉਹਨਾਂ ਨੇ ਜਿਹੜੇ ਹਥਕੜੀ ਲਾ ਕੇ ਜਾਂਦੇ ਨੇ ਨਾ, ਹਥਕੜੀ ਲੱਗ ਕੇ ਨਿਕਲਦੇ ਨੇ ਸਰੀਰ ਚੋਂ, ਉਹ ਧਰਮ ਰਾਏ ਦੇ ਪੇਸ਼ ਹੁੰਦੇ ਨੇ ਜਾ ਕੇ। ਜਿਨ੍ਹਾਂ ਨੇ ਰਾਮ ਦਾ ਮਰ ਗਏ, ਜਿਹਨੇ ਰਾਮ ਨਾਲ ਜਾਣਿਆ, ਰਾਮ ਨਾਮ ਰਾਦਾ, ਜਿਹਨੇ ਨਾਮ ਨੂੰ ਜਾਣ ਲਿਆ, ਰਾਮ ਨੂੰ ਆਪਣੇ ਅੰਦਰ ਜਾਣ ਲਿਆ, ਆਪਣੇ ਮੂਲ ਨੂੰ। ਰਾਮ ਅੰਦਰ ਹੀ ਹੈ ਨਾ। ਜਿਹਨੇ ਆਪਣੇ ਮੂਲ ਨੂੰ ਜਾਣ ਲਿਆ ਵੀ ਮਹੀ ਰਾਮ, ਆਤਮ ਰਾਮ ਨੇ ਹੋ ਪ੍ਰਵਾਨ, ਉਹਦਾ ਦੁਬਾਰਾ ਜਨਮ ਕਿਵੇਂ ਹੋ ਜੂ? ਕਾਹਦੇ ਵਾਸਤੇ ਹੋਊ ਜਨਮ? ਜੇ ਹੋਊ ਉਹਦਾ ਕਾਹਦੇ ਵਾਸਤੇ ਹੋਊ? ਕਿਹੜੀ ਗੱਲ ਦੀ ਲੋੜ ਹੈਗੀ ਉਹਨੂੰ? ਹੋਰ ਕਹਾਂ ਰਾਮ ਤੋਂ ਵੱਡਾ ਤਾਂ ਕੋਈ ਹੁੰਦਾ ਹੀ ਨਹੀਂ। ਰਾਮ ਤੋਂ ਵੱਡਾ ਤਾਂ ਹੈ ਹੀ ਨਹੀਂ ਕੋਈ। ਰਾਮ ਤੋਂ ਵੱਡਾ ਸਿਰਫ ਰਾਜਾ ਰਾਮ ਹੈ। ਰਾਜਾ ਰਾਮ ਹੁਕਮ ਨੂੰ ਕਿਹਾ ਹੋਇਆ ਹੈ। ਹੁਕਮ ਦਾ ਰਾਜ ਹੈ ਨਾ, ਰਾਜ ਹੁਕਮ ਦਾ। ਰਾਮ ਤਾਂ ਸਾਰੇ ਹੀ ਨੇ, ਉਹਨਾਂ ਦਾ ਹੁਕਮ ਰਾਜ ਕਰਦਾ। ਹੁਕਮ ਵੱਡਾ ਸਾਰਿਆਂ ਨੂੰ, ਸੰਵਿਧਾਨ ਵੱਡਾ ਹੈ। ਸਾਡੇ ਸੰਵਿਧਾਨ ਨਹੀਂ ਵੱਡਾ, ਬਣਾਇਆ ਕਿਹਦਾ? ਬਣਾਇਆ ਇਹਨਾਂ ਦਾ ਹੀ ਹੈ। ਜਿਨ੍ਹਾਂ ਨੇ ਬਣਾਇਆ ਉਹੀ ਸਹੁੰ ਖਾਂਦੇ ਨੇ ਉਹਦੀ। ਵੱਡਾ ਸੰਵਿਧਾਨ ਹੈ, ਆਦਮੀ ਵੱਡਾ ਨਹੀਂ ਹੈ। ਜਿਹਨੇ ਬਣਾਇਆ ਉਹ ਵੀ ਨਹੀਂ ਵੱਡਾ। ਜਿਨ੍ਹਾਂ ਨੇ ਬਣਾਇਆ ਸਾਰੇ ਰਲ ਕੇ ਵੀ ਨਹੀਂ ਵੱਡੇ, ਉਹ ਵੀ ਉਹ ਸੰਵਿਧਾਨ ਦੇ ਅੰਡਰ ਨੇ। ਇਸ ਕਰਕੇ ਹੁਕਮ ਦੇ ਅੰਦਰ ਸਭ ਕੋ। ਜਿਨ੍ਹਾਂ ਨੇ ਬਣਾਇਆ ਉਹ ਵੀ ਹੁਕਮ ਦੇ ਅਧੀਨ ਨੇ। ਜੇ ਹੁਕਮ ਦੀ ਮੁਖਾਲਫਤ ਕਰਕੇ ਉਹ ਵੀ ਕੋਈ ਕਰ ਗਿਆ, ਉਹ ਵੀ ਉਸੇ ਆਰੀ ਥੱਲੇ ਆ ਜਾਊਗਾ। ਹੁਕਮ ਬਣਾਉਣ 'ਚ ਜਿਹੜਾ ਹੱਕਦਾਰ ਹੈ, ਜੇ ਹੁਕਮ ਦੀ ਉਸੂਲੀ ਉਹਦੇ ਵੀ ਹੋ ਗਈ, ਉਹ ਵੀ ਉੱਥੇ ਹੀ ਆ ਗਿਆ। ਉਹਦੇ ਵੀ ਦਫਾ ਉਹੀ ਲਾਗੂ ਹੋ ਜਾਣੀ ਹੈ। ਹਾਂਜੀ। ਰਹਾਉ ਕਾਇਆ ਰਤ ਬਹੁ ਰੂਪ ਰਚਾਹੀ, ਤਿਨ ਕੋ ਦਇਆ ਸੁਪਨੇ ਭੀ ਨਾਹੀ। ਕਾਇਆ ਰਤ ਉਹ ਜਿਹੜੇ ਸਿਰਫ ਸਰੀਰ ਨਾਲੇ ਰਚੇ ਹੋਏ ਨੇ। ਦੇਖੋ ਇੱਥੇ ਕਾਇਆ ਚਾਹੇ ਅੰਦਰਲੇ ਸਰੀਰ ਨੂੰ ਕਿਹਾ ਹੋਇਆ, ਇੱਥੇ ਇਸ਼ਨਾਨ ਔਰ ਕਾਇਆ ਵਾਲੇ ਸਰੀਰ ਨੂੰ ਜਾਣ ਕੇ ਕਿਹਾ ਕਿ ਕਾਇਆ ਮੰਨਦੇ ਨੇ। ਪੰਡਤ ਕਾਇਆ ਨੂੰ ਮੰਨਦੇ ਨੇ ਨਾ। ਧੋਦੇ ਮਾਇਆ ਨੇ ਕਹਿੰਦੇ ਨੇ ਕਾਇਆ ਧੋਨੇ, ਕਾਇਆ ਸ਼ੁੱਧ ਕਰਕੇ ਆਏ ਆ। ਸਰੀਰ ਨੂੰ ਨਹਾ ਕੇ ਕਾਇਆ ਨੂੰ ਸ਼ੁੱਧ ਕਹਿੰਦੇ ਨੇ। ਇਹ ਉਹਨਾਂ ਦੀ ਬੋਲੀ 'ਚ ਬੋਲਿਆ ਹੋਇਆ, ਗੁਰਬਾਣੀ ਦੀ ਭਾਸ਼ਾ ਨਹੀਂ ਹੈ ਇਹ। ਕਾਇਆ ਰਤ ਬਹੁ ਰੂਪ ਰਚਾਹੀ, ਜੁੜੇ ਤਾਂ ਸਰੀਰ ਨਾਲ ਹੋਏ ਨੇ। ਅੱਡ ਅੱਡ ਤਰ੍ਹਾਂ ਦੇ ਚਾਹੇ ਭੇਖ ਨੇ ਸਾਰਿਆਂ ਦੇ, ਸਾਰੇ ਹੀ ਲੈ ਲਏ ਹੁਣ ਬੱਚੇ ਨੇ, ਸਾਰੀਆਂ ਮੱਤਾਂ ਹੀ ਲੈ ਲਈਆਂ। ਕੱਲੇ ਪੰਡਤ ਨੂੰ ਛੱਡ ਕੇ ਜਿੰਨੀਆਂ ਵੀ ਮੱਤਾਂ ਨੇ ਦੇਹਧਾਰੀ ਨੇ, ਚਾਹੇ ਉਹਨਾਂ ਨੇ ਆਪਣੇ ਭੇਖ ਅੱਡ ਅੱਡ ਜਿੰਨੇ ਮਰਜੀ ਨੇ, ਰੂਪ ਭੇਖ ਨੂੰ ਕਹਿੰਦੇ ਨੇ ਨਾ। ਕਾਇਆ ਰਤ ਬਹੁ ਰੂਪ ਰਚਾਹੀ।
ਜੁੜੇ ਹੋਏ ਸਰੀਰ ਨਾਲ ਨੇ, ਭੇਖ ਚਾਹੇ ਉਹਨਾਂ ਦੇ ਅੱਡੋ ਅੱਡ ਨੇ, ਜਿੰਨੇ ਵੀ ਮਰਜੀ ਨੇ। ਕਾਇਆ ਰਤਬਾ ਰੂਪ, ਰੂਪ ਭੇਖ ਨਾ ਬਦਲ ਗਿਆ ਨਾ, ਭੇਖ ਰੂਪ ਆ ਗਿਆ। ਤਿਨ ਕੋ ਦਇਆ ਸੁਪਨੇ ਪੀ ਨਾਹੀ। ਇਹ ਸਾਰਿਆਂ ਨੂੰ ਸੁਪਨੇ 'ਚ ਵੀ ਦਇਆ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਕੀ ਗੱਲ ਹੈ? ਇਹ ਜਾਣ ਕੇ ਜੰਮਦੇ ਜਾਲ 'ਚ ਫਸਾ ਰਹੇ ਹੁੰਦੇ ਨੇ ਲੋਕਾਂ ਨੂੰ, ਜਾਣਦੇ ਹੋਏ ਵੀ ਸਾਡੇ ਧਰਮ 'ਚ ਕੁਝ ਨਹੀਂ ਮਿਲ ਰਿਹਾ, ਫਿਰ ਵੀ ਜੀਵਨ ਭ੍ਰਸ਼ਟ ਕਰ ਲੈਂਦੇ ਸਾਰਿਆਂ ਦਾ। ਆਤਮ ਕਥਾ ਹੈ। ਗੁਰਬਾਣੀ ਕੀ ਕਹਿ ਰਹੀ ਹੈ ਇਸ ਵਿਸ਼ੇ ਤੇ? ਹਿਰਨਾ ਬਾਜਾਂ ਤੇ ਸਿਕਦਾਰਾਂ ਇੰਨਾ ਪੜਿਆ, ਆਹ ਗੱਲ ਹੈ। ਐਸੇ ਦੀ ਵਿਆਖਿਆ ਲੱਗੀ ਜਾਤ ਪਾਇਆ। ਹਿਰਨਾ ਬਾਜਾਂ, ਉਹ ਬਾਹਰ ਦੇ ਵਿੱਚ ਆਇਆ ਇਹ ਗੱਲ, ਵਿਆਖਿਆ ਕੀਤੀ। ਹਿਰਨਾ ਬਾਜਾਂ ਤੇ ਸਿਕਦਾਰਾਂ ਇੰਨਾ ਪੜਿਆ ਨੋ, ਕੋਈ ਤਾਂ ਇਹਨਾਂ 'ਚ ਹਿਰਨ ਨੇ, ਕੋਈ ਬਾਜ ਨੇ, ਕੋਈ ਸਾਖਤ ਨੇ। ਜਿਵੇਂ ਹਿਰਨ ਬਾਜ ਪੜ੍ਹ ਲੈਂਦੇ ਨੇ ਗਿਆਨ, ਹਿਰਨਾਂ ਨੂੰ ਫਸਾਉਂਦਾ, ਬਾਜ ਬਾਜਾਂ ਨੂੰ ਫਸਾਉਂਦਾ। ਐਵੇਂ ਸਾਖਤ ਆਦਮੀ ਗਿਆਨ ਪੜ੍ਹ ਕੇ ਫਸਾਉਂਦੇ ਨੇ ਆਦਮੀ ਨੂੰ ਜੰਮਦੇ ਜਾਲ 'ਚ। ਸਿਕਦਾਰਾਂ ਇੰਨਾ ਪੜਿਆ ਨੋ, ਫਾਈ ਲੱਗੀ, ਫਾਈ ਤਾਂ ਪਹਿਲੇ ਲੱਗੀ ਹੋਈ ਹੈ, ਜੰਮਦਾ ਜਾਲ ਤਾਂ ਪਹਿਲੇ ਲੱਗਿਆ ਹੈ। ਜਾਤ ਫਾਏ ਨੂੰ ਆਦਮੀ ਨੂੰ ਫਸਾ ਰਹੇ ਨੇ, ਪਰਲੋਕਦਾਰਾ ਰੋਕੀ ਬੈਠੇ ਨੇ ਲੋਕ ਸਾਰੇ, ਅੱਗੇ ਨਹੀਂ ਥੋ। ਪਰਲੋਕ ਜਿਹਨਾਂ ਵਾਸਤੇ ਜਗ੍ਹਾ ਕਿੱਥੇ? ਆਹੀ ਗੱਲ ਕਹੀ ਹੋਈ। ਤਿਨ ਕੋ ਦਇਆ ਸੁਪਨੇ ਪੀ ਨਾਹੀ। ਇਹਨਾਂ ਦੇ ਵਿੱਚ ਦਇਆ ਨਹੀਂ ਹੈ, ਸੁਪਨੇ ਵਿੱਚ ਵੀ ਉਹਦੇ ਦਇਆ ਹੈ। ਉਹ ਤਾਂ ਲੋਕਾਂ ਨੂੰ ਫਸਾ ਰਹੇ ਨੇ। ਉਹ ਦਇਆ ਦਾ ਪ੍ਰਚਾਰ ਕਰਦੇ ਨੇ। ਕਰ ਕੀ ਰਹੇ ਹੋ ਤੁਸੀਂ? ਆਪਣੇ ਅੰਦਰ ਝਾਕ ਕੇ ਦੇਖ ਲੈਣ ਇਹ ਕਰ ਰਹੇ ਨੇ, ਨਹੀਂ ਕਰ ਰਹੇ। ਗੁਰਬਾਣੀ ਕਹਿੰਦੀ ਹੈ ਇਹ, ਅਸੀਂ ਤਾਂ ਵਿਆਖਿਆ ਕੀਤੀ ਹੈ ਜੀ, ਕਬੀਰ ਕਹਿ ਰਿਹਾ। ਜੇ ਵਿਆਖਿਆ ਗਲਤ ਕੀਤੀ ਹੈ ਸਾਨੂੰ ਦੱਸ ਦੇਣ ਵੀ ਭਾਈ ਤੁਸੀਂ ਗਲਤ ਵਿਆਖਿਆ ਕਰਦੇ ਹੋ। ਇਹ ਘਬਰਾਉਂਦੇ ਕਰਦੇ ਨੇ, ਸਾਰੇ ਖਰਾਬ ਕਿਉਂ ਹੁੰਦੇ ਨੇ ਗੁਰਬਾਣੀ ਤੇ? ਆਹ ਕਹਿ ਰਹੀ ਹੈ ਗੁਰਬਾਣੀ ਨੇ ਸਾਰਿਆਂ ਨੂੰ, ਸਾਰੀਆਂ ਬੱਤਾਂ ਨੂੰ। ਇਹ ਅੰਦਰੋਂ ਸਾਰੇ ਹਿੱਲ ਜਾਂਦੇ ਨੇ। ਲੋਕ ਉਹਨਾਂ ਨੂੰ ਬੜੇ ਬੜੇ ਉਹਦੇ ਮੰਦੀ ਹੈ, ਗੁਰੂ ਬਣੀ ਬੈਠੀ ਹੈ। ਗੁਰਬਾਣੀ ਕਹਿੰਦੀ ਹੈ ਤੁਹਾਡੇ ਅੰਦਰ ਦਇਆ ਨਾਂ ਦੀ ਕੋਈ ਚੀਜ਼ ਹੈ ਨਹੀਂ, ਤੁਸੀਂ ਕਸਾਈ ਹੋ। ਦਇਆ ਬਿਨ ਸਿੱਧ ਕਸਾਈ। ਕਿੱਡਾ ਹੀ ਬੜਾ ਸਿੱਧ ਹੋਵੇ, ਜੇ ਦਇਆ ਨਹੀਂ ਹੈ ਤਾਂ ਕਸਾਈ ਹੈ। ਉੱਥੇ ਦਇਆ ਬਿਨ ਸਿੱਧ ਕਸਾਈ, ਕਸਾਈ ਹੋ ਗਏ ਨਾ। ਤੇ ਇਹਨਾਂ ਨੂੰ ਸੁਪਨੇ 'ਚ ਦਇਆ ਨਹੀਂ, ਇਹਨਾਂ ਨੂੰ ਕਸਾਈ ਹੋ ਗਏ ਨਾ। ਫਿਰ ਦੂਆ ਵਰਸ਼ਨ ਇੱਕ ਹੋਰ ਹੈ, ਦਇਆ ਬਿਨ ਸਿੱਧ ਕਸਾਈ। ਬਿਨਾਂ ਦਇਆ ਤੇ ਸਿੱਧ ਵੀ ਹੋਏ ਕਸਾਈ ਹੈ, ਜਾਂ ਦਇਆ ਹੀ ਨਹੀਂ ਅੰਦਰ ਕਸਾਈ ਹੈ। ਉਹ ਦੁਨੀਆ ਮਰਦੀ ਹੋਵੇ, ਭੁੱਖ ਮਰੀ ਨਾ, ਅਰਬਾਂ ਖਰਬਾਂ ਦੇ ਤੁਹਾਡੇ ਮੰਦਰਾਂ 'ਚ ਪਿਆ ਹੋਵੇ ਪੈਸਾ, ਤੁਸੀਂ ਕਸਾਈ ਨੇ ਕੀ ਹੋ? ਤੁਸੀਂ ਖਰਬਾਂ ਰੁਪਈਏ ਦੇ ਤੁਹਾਡੇ ਹੀਰੇ ਜਵਾਹਰਾਤ ਤੋਂ ਪਏ ਹੁਣ, ਕਸਾਈ ਨਹੀਂ ਕੀ ਹੋ? ਤੁਸੀਂ ਕੀ ਕਰੋਗੇ ਤੁਸੀਂ ਪੈਸੇ? ਕਸਾਈ ਨੇ ਕੀ ਹੋ ਤੁਸੀਂ? ਤੁਸੀਂ ਮਰਦਿਆਂ ਨੂੰ ਦੇਖੀ ਜਾਂਦੇ ਚੁੱਪ ਕਰੇ। ਇਹ ਤਾਂ ਤੁਹਾਡਾ ਟੈਸਟ ਲੈ ਕੇ ਦੇਖ ਰਿਹਾ, ਪਰਮੇਸ਼ਰ ਸਭ ਕੁਝ ਦੇ ਸਕਦਾ ਹੈ, ਪਰ ਤੁਹਾਨੂੰ ਸਾਦਾ ਕਰ ਰਿਹਾ, ਸਿੱਧ ਕਰ ਰਿਹਾ ਲੋਕਾਂ ਨੂੰ ਵੀ ਕਸਾਈ ਨੇ, ਇਹਨਾਂ ਨੂੰ ਗੁਰੂ ਨਾ ਮੰਨੋ। ਤੁਹਾਡਾ ਪੜਦਾ ਜ਼ਾਹਰ ਕਰ ਰਿਹਾ ਆ ਕਰਕੇ, ਉਹ ਕਿਤੇ ਇਹਨਾਂ ਨੂੰ ਭੁੱਖੇ ਤਾਂ ਨਹੀਂ ਮਰਨ ਦਿੰਦਾ। ਉਹ ਸਭ ਕੁਝ ਕਰ ਸਕਦਾ ਹੈ, ਪਰ ਜਾਣ ਕੇ ਨਹੀਂ ਕਰਦਾ। ਕਾਫੀ ਕੁਛ ਇਸ ਕਰਕੇ ਕਰ ਰਿਹਾ ਹੈ ਤਾਂ ਕਿ ਪਬਲਿਕ ਨੂੰ ਤੁਹਾਡੇ ਬਾਰੇ ਗਿਆਨ ਹੋਵੇ। ਆ ਜਿਹੜਾ ਗਾਂਵ ਦੇ ਆਦਮੀ ਨੇ ਬੋਲਣੀ ਹੈ ਗੱਲ, ਕਿਸੇ ਗਰਾਊਂਡ ਤੇ ਹੀ ਬੋਲਣਗੇ ਨਾ। ਜੋ ਇੱਥੇ ਹੈ ਉਹ ਦੇਖ ਕੇ ਬੋਲ ਰਹੇ ਨੇ ਨਾ। ਕੀ ਬੋਲ ਰਹੇ ਨੇ? ਸੋ ਬੋਲੇ ਜੋ ਵੇਖੇ ਆਖੀ। ਗੁਰਬਾਣੀ ਤਾਂ ਉਹ ਬੋਲੀਏ ਜੋ ਅੱਖੀਂ ਦੇਖੇ। ਉਹਨਾਂ ਦੇ ਵਿੱਚ ਸੁਪਨੇ 'ਚ ਵੀ ਦਇਆ ਨਹੀਂ ਹੁੰਦੀ। ਹੁਣ ਸਾਨੂੰ ਦੀਦਾ ਨਹੀਂ। ਉਹ ਅਰਬਾਂ ਖਰਬਾਂ ਰੁਪਈਏ ਚੜ੍ਹਦੇ ਨੇ, ਦੁਨੀਆ ਭੁੱਖੀ ਮਰਦੀ ਹੈ। ਤੇ ਆਤਮ ਹੱਤਿਆ ਕਰਦਾ, ਕੋਈ ਕੁਛ ਕਰਦਾ, ਤੁਸੀਂ ਰੁਪਈਆ ਕਰਨਾ ਕੀ ਹੈ? ਇਹਨਾਂ ਮੰਦਰਾਂ ਵਾਲਿਆਂ ਨੇ, ਗੁਰਦੁਆਰੇ ਵਾਲਿਆਂ ਨੇ ਪੈਸੇ ਕਰਨੇ ਕੀ ਨੇ? ਪਰ ਕਸਾਈ ਨਹੀਂ ਤੁਸੀਂ, ਹੋਰ ਕੀ ਹੋ? ਸਾਰੇ ਕਸਾਈ ਨੇ। ਜਿੰਨੇ 2 ਨੰਬਰ ਦੇ ਧਰਮ ਨੇ ਇਹ ਸਭ ਕਸਾਈ ਨੇ। 2 ਨੰਬਰ ਦਾ ਬੰਦਾ ਹੁੰਦਾ ਹੀ ਕਸਾਈ ਹੈ। ਜੇ ਨੰਬਰ 2 ਲੱਗ ਗਿਆ, 2 ਨੰਬਰ ਦਾ ਕੰਮ ਵੀ ਮਾੜਾ ਹੈ। ਸਰਕਾਰ 2 ਨੰਬਰ ਦੇ ਕੰਮ ਨੂੰ ਚੰਗਾ ਸਮਝਦੀ ਹੈ। ਮਾਇਆ ਜਿੱਥੇ ਆ ਗਈ, ਕੰਮ 2 ਨੰਬਰ ਦਾ ਹੋ ਗਿਆ। 1 ਨੰਬਰ ਦਾ ਕੰਮ ਹੈ ਨਾਮ ਨਾਲ, ਦੂਏ ਪਾਏ ਵਿਗੂਚੀ ਹੈ।
ਜਾਂ ਭਾਵਨਾ ਦੂਈ ਪੈਦਾ ਹੋਗੀ ਅੰਦਰ, ਭੁੱਖ ਮਾਇਆ ਦੀ ਪੈਦਾ ਹੋਗੀ, ਜਿੱਥੇ ਮਾਇਆ ਦੀ ਲੋੜ ਜਿੱਥੇ ਮਹਿਸੂਸ ਹੋ ਗਈ ਉੱਥੇ ਕੰਮ 2 ਨੰਬਰ ਦਾ ਸ਼ੁਰੂ ਹੋ ਗਿਆ। ਮਾਇਆ ਦਾ ਜਿੱਥੇ ਪ੍ਰਭਾਵ ਦਾ ਕੰਮ 2 ਨੰਬਰ ਦਾ, ਗੁਰੂਆਂ ਨੇ 2 ਨੰਬਰ ਦਾ ਕੰਮ ਮਾਇਆ ਕਰਕੇ ਹੁੰਦਾ। ਮਾਇਆ ਨੂੰ ਕੱਢਦੇ ਹੋਏ 1 ਨੰਬਰ ਦਾ ਕੰਮ ਰਹਿ ਜੂ। ਮਾਇਆ ਨੂੰ ਕੱਢਦਾ 2 ਨੰਬਰ ਖਤਮ। ਜਿੰਨਾ ਚਿਰ ਮਾਇਆ ਰਹੂ ਗੁਰੂਆਂ ਨੇ ਨੰਬਰ 2 ਦਾ ਹੀ ਕੰਮ ਰਹੂ, 1 ਦਾ ਹੋਣਾ ਹੀ ਨਹੀਂ ਇੱਥੇ। ਦੂਜੇ ਭਰੇ ਵਿੱਚ 1 ਨੰਬਰ 2 ਨੰਬਰ ਦਾ ਜੇ ਕੰਮ ਇਕੱਠਾ ਕਰ ਲਈਏ ਉਹਦੇ 2 ਨੰਬਰੇ ਭਰ ਹੋ ਜਾਂਦਾ ਹੁੰਦਾ। ਜੇ 1 ਨੰਬਰ 2 ਨੰਬਰ ਇਕੱਠੇ ਕਰ ਲਈਏ ਨਾ, ਹਿੰਦੂ ਮਤ ਕੀ ਹੈ? 1 ਨੰਬਰ 2 ਨੰਬਰ ਦਾ ਕੰਮ ਇਕੱਠਾ ਹੈ। ਅੱਧ ਵਿੱਚ ਚੰਡਾਲੀ ਭਈ ਬ੍ਰਾਹਮਣੀ, ਬ੍ਰਾਹਮਣੀ ਮਤ ਅੱਧ ਤੋਂ ਬਾਅਦ ਚੰਡਾਲੀ ਹੋਈ ਹੈ। ਅੱਧ ਤੱਕ 1 ਨੰਬਰ ਆਤੇ ਬਾਅਦ 2 ਨੰਬਰ ਹੈ ਤੇ ਅੱਧ ਤੱਕ ਦਰਖਤ 1 ਨੰਬਰ ਦਾ, ਗਾਂ ਫਲ ਫੁੱਲ ਤਾਂ 2 ਨੰਬਰ ਜੇ ਲੱਗਣੇ ਨੇ। ਜਾ ਕੇ ਫਲ ਫੁੱਲ ਕਿੱਥੇ ਲੱਗਣੇ ਨੇ? ਉੱਪਰ ਜਾ ਕੇ। ਉੱਥੇ 2 ਨੰਬਰ ਦਾ ਕੰਮ ਹੈ ਸਾਰਾ। ਗਿਆਨ 2 ਨੰਬਰ ਦਾ, ਧਿਆਨ 2 ਨੰਬਰ ਦਾ, ਫਲ ਫੁੱਲ ਜਿਹੜੇ ਉੱਤੇ ਲੱਗਣੇ ਨੇ ਦਰਖਤ ਨੂੰ ਜਾ ਕੇ, ਉਹਦਾ 2 ਨੰਬਰ ਨਹੀਂ ਲੱਗਣੇ ਨੇ। ਫਿਰ ਇਸ ਕਰਕੇ ਸਾਰਾ ਕੁਝ 2 ਨੰਬਰ ਦਾ ਹੀ ਫਲ ਫੁੱਲ ਨੇ। ਪ੍ਰਚਾਰ ਸਾਰਾ 2 ਨੰਬਰ ਦਾ। ਉਹਦਾ ਮੂਲ ਦੇ ਮੂਲ ਬੰਧਨ ਦਾ ਮੂਲ ਚ ਪਿਆ ਥੱਲੇ। ਗੁਰਬਾਣੀ ਦਾ ਮੂੰਹ ਚ ਹੈ, ਮੰਨਣ ਚ ਨਹੀਂ ਹੈਗੀ। ਮੰਨਣ ਚ ਉਹ ਗੱਲ ਨਹੀਂ ਅਰਦਾਸ ਚ ਕਹਿੰਦੇ ਅਸੀਂ। ਜੋ ਅਰਦਾਸ ਚ ਕਹਿੰਦੇ ਉਹ ਮੰਨਣ ਚ ਹੈ। ਜੋ ਪਹਿਲਾਂ ਪੜ੍ਹ ਲੈਂਦੇ ਆ ਉਹ ਬਸ ਉਹ ਮੂੰਹ ਚ ਹੈ। ਦਿਨ ਮਨ ਹੋਰ ਮੁਖ ਹੋਰ। ਗੁਰਬਾਣੀ ਦਾ ਮੂੰਹ ਜੇ ਹੈ। ਮਨ ਵਿੱਚ ਕੀ ਹੈ? ਮਨ ਵਿੱਚ ਉਹ ਗੱਲ ਨਿਕਲਦੀ ਹੈ ਜਿਹੜੀ ਅਰਦਾਸ ਚ ਹੈ। ਉਹ ਗੁਰਬਾਣੀ ਤੋਂ ਉਲਟ ਨਿਕਲਦੀ ਹੈ। ਉਹ ਸਾਰਾ ਕੰਮ 2 ਨੰਬਰ ਦਾ, ਫਲ ਫੁੱਲ ਹੋ ਨੇ। ਉਹੀ ਹੈ ਨਾਨਕ ਹੁਕਮ ਨੇ ਚੱਲੇ ਜੀ ਨਾਲ ਖਸਮ ਚੱਲੇ। ਅਰਦਾਸ ਉਹਦਾ ਉਲਟਾ ਉਹ ਉੱਤੇ ਹੁਕਮ ਹੋ ਰਿਹਾ, ਆ ਕਰੋ ਜੀ, ਉਹ ਕਰੋ ਜੀ, ਉਹ ਕਰੋ ਜੀ। ਉੱਤੇ ਅਰਦਾਸ ਕਿਤੇ ਹੋ ਰਹੀ? ਉਹਦਾ ਹੁਕਮ ਹੈ। ਹੁਕਮ ਨੂੰ ਅਰਦਾਸ ਕਹਿਤਾ। ਹੁਕਮ ਨੂੰ ਅਰਦਾਸ ਮੰਨ ਲਿਆ। ਤੁਸੀਂ ਮੰਨ ਲਿਆ ਹੋਊਗਾ। ਜਿਹਨੂੰ ਅਰਦਾਸ, ਜਿਹਨੂੰ ਹੁਕਮ ਕਰਦਾ ਉਹ ਤਾਂ ਨਹੀਂ ਮੰਨਦਾ। ਉਹਨੇ ਤਾਂ ਇਹ ਲਿਖਿਆ ਸੀ ਸਤ ਸੰਤੋਖ ਹੋਵੇ ਅਰਦਾਸ ਤਾਂ ਤੁਹਾਨੂੰ ਸਤ ਬਹਾਲੇ ਪਾਸ। ਸਤ ਸੰਤੋਖ 2 ਚੀਜ਼ਾਂ ਦੀ ਅਰਦਾਸ ਹੋਵੇ ਤਾਂ ਉਹ ਅਰਦਾਸ ਸੁਣਦਾ, ਤਾਂ ਨਹੀਂ ਸੱਦ ਕੇ ਪਾਸ ਪਹੁੰਚਦਾ। ਦੱਸੋ ਕਿਹੜੀ ਤੁਹਾਡੀ ਸਤ ਸੰਤੋਖ ਦੀ ਅਰਦਾਸ ਹੈ? ਕਾ ਤੁਸੀਂ ਕੀਤੀ ਹੈ? ਕਿਹੜੀ ਉਹਨੇ ਸੁਣੀ ਨਹੀਂ? ਜੇ ਕਰਦੇ ਤਾਂ ਉਹ ਸੁਣਦਾ, ਨਾ ਸੁਣਦਾ ਗੁਰਬਾਣੀ ਝੂਠੀ ਹੈ। ਜੇ ਨਹੀਂ ਸੁਣਦਾ ਫਿਰ ਤੁਹਾਡੀ ਅਰਦਾਸ ਗਲਤ ਹੈ। ਤਾਂ ਹੀ ਕਿਹਾ ਸੀ ਨਾ, ਜੋ ਬਿਨ ਬੋਲੇ ਸਭ ਕੁਝ ਜਾਣਦਾ। ਕਿ ਆਗਾ ਕੀ ਜੇ ਅਰਦਾਸ, ਅਰਦਾਸ ਦੀ ਲੋੜ ਕੀ ਆ ਕਰਨ ਦੀ? ਬਿਨ ਬੋਲੇ ਸਭ ਕੁਝ ਜਾਣਦਾ। ਤੁਸੀਂ ਜਿਹੜਾ ਅਰਦਾਸ ਘੜੀ ਘੜੀ ਕਰੀ ਜਾਂਦੇ ਹੋ, ਕਾਹਦੇ ਕਰਦੇ ਹੋ? ਵਿਸ਼ਵਾਸ ਬਾਣੀ ਤੇ ਬਿਲਕੁਲ ਨਹੀਂ, ਬਿਲਕੁਲ ਵੀ ਨਹੀਂ ਹੈ। 1% ਵੀ ਨਹੀਂ ਹੈ ਵਿਸ਼ਵਾਸ। ਬਸ 2 ਨੰਬਰ ਦਾ ਕੰਮ ਹੈ ਸਾਰਾ। ਉਹ ਮੂੰਹ ਜਿਹਾ ਪੜਿਆ ਹੋਇਆ, ਤਾਂ ਯਾਦ ਬਣੀ ਵੀ ਪੜਿਆ ਹੋਇਆ ਹੈ। ਲਿਖਿਆ ਹੋਇਆ ਜੋ ਪੜ੍ਹ ਲੈਂਦੇ ਜਦੇ ਛੱਡ ਦਿੰਦੇ ਨੇ। ਚੇਤਾ ਵੀ ਨਹੀਂ ਹੈਗਾ। ਚੇਤਾ ਕਿਰਾਏ ਤੋਂ ਆਉਂਦਾ ਵੀ ਆਹ ਤਾਂ ਉੱਥੇ ਹੈਗਾ, ਤੁਸੀਂ ਐਂ ਕਰੀ ਜਾਂਦੇ ਹੋ। ਉਹ ਜੀ ਹੁਣ ਕੀ ਕਰੀਏ? ਹੁਣ ਬਸ ਚੱਲ ਪਿਆ, ਸਰਦਾ ਨਹੀਂ ਹੈ। ਲੋਕ ਕਹਿੰਦੇ ਨੇ ਅਰਦਾਸ ਕਰੋ। ਫਿਰ ਜੋ ਲੋਕ ਕਹਿੰਦੇ ਨਵਾਂ ਗ੍ਰੰਥ ਲੋਕਾਂ ਦਾ ਬਣਾ ਕੇ ਰੱਖ ਲਓ, ਇਹਨੂੰ ਚੱਕ ਦਿਓ। ਪਰ ਇਹਦੇ ਕੀ ਕਰਾਉਣਾ? ਤੁਸੀਂ ਦਿਖਾਵਾ ਕੀ ਰੱਖਿਆ ਕਰਦੇ? ਫਿਰ ਲੋਕਾਂ ਦੀ ਮਰਜ਼ੀ ਦਾ ਗ੍ਰੰਥ ਬਣਾ ਕੇ ਰੱਖੋ। ਇਹਨੂੰ ਛੱਡ ਦਿਓ ਪਿੱਛੇ, ਤੇ ਪਿੱਛੇ ਹਟ ਜਾਓ। ਫਿਰ ਤੁਹਾਨੂੰ ਕਿੰਨਾ ਕੁ ਚੜਾਵਾ ਆਉਂਦਾ, ਕਿੰਨੇ ਕੁ ਲੋਕ ਆਉਂਦੇ ਨੇ, ਫਿਰ ਦੱਸਾਂਗੇ। ਜਾਂ ਤੁਸੀਂ ਵਰਤਣੀ ਲੋਕਾਂ ਦੀ ਮਰਜ਼ੀ ਹੈ, ਲੋਕਾਂ ਦੀ ਮਰਜ਼ੀ ਦਾ ਇੱਕ ਗ੍ਰੰਥ ਬਣਾ ਕੇ ਰੱਖ ਲਓ। ਇਹਨੂੰ ਦਿਓ ਛੱਡ, ਫਿਰ ਤੁਹਾਨੂੰ ਪਤਾ ਲੱਗੂ ਵੀ ਅਸਲ 'ਚ ਗੱਲ ਕੀ ਹੈ। ਇਹ ਜਿਹੜਾ ਅਪਰਾਧ ਕਰੀ ਜਾਂਦੇ ਹੋ, ਪਰ ਹੋਵੇ ਕਿੱਥੇ? 4 ਚਰਨ ਕਹੈ ਬਹੁ ਆਗਰ, ਸਾਧੂ ਸੁਖ ਪਾਵੇਂ ਕਲ ਸਾਗਰ। 4 ਚਰਨ ਕਹੈ ਬਹੁ ਆਗਰ। ਉਹ ਕਹਿੰਦੇ ਨੇ 4 ਚਰਨ ਨੇ ਧਰਮ ਦੇ। ਧਰਮ ਦੇ 4 ਪਦਾਰਥ ਜੇ ਕੋਈ ਮੰਗਾ, ਸਾਧਨਾਂ ਦੀ ਸੇਵਾ ਲੱਗਾ। ਨਾਲੇ ਕਹਿੰਦਾ 4 ਪਦਾਰਥਾਂ ਦੀ ਲੋੜ ਹੈ।
ਚਾਰ ਪਦਾਰਥ ਤੁਹਾਡੇ ਕਿੱਥੇ ਗਏ? ਉਹ ਰੋਜ਼ ਸੁਬਾਹ ਸ਼ਾਮ ਇਸ਼ਨਾਨ ਕਰਨਾ, ਚਾਰ ਪਦਾਰਥ ਮਿਲ ਗਏ? ਇਹ ਦੱਸੋ ਵੀ ਇਹਦੇ ਨਾਲ ਮਿਲਦੇ ਨੇ? ਉਹ ਚਾਰ ਪਦਾਰਥ ਕਹਿੰਦੇ, ਉਹ ਚਾਰ ਪਦਾਰਥ ਨਹਾਉਣ ਵਾਲਾ ਫਿਰ ਨਾ ਕਿਵੇਂ ਮਿਲੇ? ਉਹ ਸਾਬਤ ਕਰੋ ਪਹਿਲਾਂ। ਮਿਲਦੇ ਕਿਵੇਂ ਨੇ ਚਾਰ ਪਦਾਰਥ? ਗੁਰਬਾਣੀ ਸਾਬਤ ਕਰਦੀ ਉਹ ਚਾਰ ਪਦਾਰਥ ਹੈ ਕੀ, ਮਿਲਦੇ ਕਿਵੇਂ ਨੇ? ਇਹਨਾਂ ਦੇ ਤਾਂ ਚਾਰ ਪਦਾਰਥ ਉਹੀ ਨੇ, ਫਿਰ ਮਾਇਆ ਵਾਲੇ 2 ਨੰਬਰ ਦੇ। ਅਦਮ ਜਰਨਾਲੀ ਭਾਈ ਬ੍ਰਾਹਮਣੀ ਕਿਉਂ? ਧਰਮ ਇਹਦਾ ਠੀਕ ਹੈ, ਅਰਥ ਇਹ ਦੂਆ ਆ ਗਿਆ 2 ਨੰਬਰ ਦਾ, ਕਾਮ 2 ਨੰਬਰ ਦਾ, ਭੋਗ ਫਿਰ 1 ਨੰਬਰ ਦਾ। ਵਿਚਾਲਾ ਖੋਟ ਹੈ, ਆਲੇ ਦੁਆਲੇ ਠੀਕ ਹੈ। ਅਰਥਾਂ ਨੇ ਜਿਹੜਾ ਕੰਮ ਨੇ ਇਹ ਆਪਣੀ ਹੈ, ਮਰਜ਼ੀ ਆਪਣੀ ਹੈ, ਲੈਵਲ ਦੂਆ ਹੈ। ਮਾਰਾ ਤਾਂ ਫਿਰ ਤਾਂ ਬੜੀ ਅੰਦਰ ਵਿਸਨ ਕੋਲ ਅੰਦਰ ਵੀ ਬਿਸਨਖੋਰ ਹੈ। ਉਹ ਚਾਹਣਾ ਮੁਕਤੀ ਹੈ, ਕਹਿਣਾ ਕਾਮਨਾ ਵੀ ਨਹੀਂ ਛੱਡਣੀ। ਮੁਕਤੀ ਕਿਵੇਂ ਮਿਲ ਜੂ? ਚਾਹੁੰਦਾ ਧਰਮ ਜੋ ਕੀ ਚਾਹੁੰਦਾ? ਅਰਥ ਵੀ ਅਰਥ ਸਾਰੇ ਅਰਥ ਸਾਨੂੰ ਮੇਰੇ। ਇਹਦਾ ਤਾਂ ਦਾ ਧਰਮ ਹੈ ਤੁਹਾਡਾ। ਇਹਨਾਂ ਦਾ ਧਰਮ ਇਸ ਕਰਕੇ ਵੀ ਸੰਸਾਰੀ ਅਰਥ ਸਨ ਸਾਡੇ, ਸੰਸਾਰੀ ਲੋੜਾਂ ਵਾਸਤੇ ਧਰਮ ਹੈ। ਜਿਹੜਾ ਸੰਸਾਰੀ ਲੋੜਾਂ ਵਾਸਤੇ ਧਰਮ ਹੈ ਉਹ ਗੁਰਮਤ ਨਹੀਂ ਹੈ। ਗੁਰਮਤ ਦਾ ਪ੍ਰਲੋਕ ਪਹਿਲਾ ਹੈ। ਇਹ ਤਾਂ ਉਹਦੀ ਡਿਊਟੀ ਹੈ, ਸਾਡੀ ਨਹੀਂ ਡਿਊਟੀ ਹੈ। ਇਹ ਪਰਮੇਸ਼ਰ ਨੇ ਦੇਣਾ ਹੀ ਦੇਣਾ। ਇਹਦੇ ਖਾਤਰ ਤਾਂ ਕਿਹਾ ਹੋਇਆ, ਉਡੇ ਉਡਾਵੇ ਸੈਕੋ ਸੰਤ ਸਪਾਚੇ ਬਚਨੇ ਛੜਿਆ, ਤੈਨੂੰ ਕਬੜ ਖਲਾਵਾ ਕਬੜ ਜੋ ਕਾਵਾ ਮਨੂ ਸਿਮਰਨ ਕਰਿਆ। ਇਹਦੇ ਖਾਤਰ ਤਾਂ ਇਹ ਕਿਹਾ ਹੋਇਆ। ਪਰ ਉਹ ਤਾਂ ਉਹਦੇ ਭਰੋਸਾ ਕਿਉਂ ਕਰੀਏ? ਅਸੀਂ ਕਿਉਂ ਕਰੀਏ ਇਸ ਗੱਲ ਤੇ ਭਰੋਸਾ? ਕੀ ਦੁਆਰਾ ਪਰਮੇਸ਼ਰ ਦਾ? ਸਾਧੂ ਸੁਖ ਪਾਵੈ ਕਲ ਸਾਗਰ, 4 ਚਰਨ ਹੈ ਬਹੁ ਆਗਰ। ਅਗਰ ਚਰਨ ਕੀ ਨੇ? 4 ਪਦਾਰਥ ਕੀ ਤੇ? 4 ਪਦਾਰਥ ਕੀ ਤੇ? ਧਰਮ ਕੀ ਸੀ? ਗਿਆਨ ਸੀ। ਜੇ ਗਿਆਨ ਤਾਂ ਧਰਮ ਹੈ। ਜੇ ਇੱਥੇ ਗਿਆਨ ਨਹੀਂ, ਧਰਮ ਕਾਹਦਾ? ਉਹ ਕੀ ਕਰਨਾ ਹੈ? ਕਿਉਂ ਜਨਮ ਹੋਇਆ? ਇਹ ਗਿਆਨ ਪਹਿਲਾਂ ਹੁੰਦਾ ਤਾਂ 1 ਚਰਨ ਪਹਿਲਾਂ ਪੂਰਾ ਹੁੰਦਾ। ਪ੍ਰਾਣੀ ਤੋਂ ਆਇਓ ਲਾਹਾ ਲੈਣ ਲੱਗਿਓ ਕਿ ਫਕੜੇ ਸਭ ਮੁਕਦੀ ਚੱਲੀ ਰਹਿਣ। ਪਹਿਲਾ ਚਰਨ ਇਹ ਹੈ। ਜੇ ਇਹ ਜਾਣਨੇ ਨਹੀਂ, ਤੈਨੂੰ ਪਤਾ ਕੀ ਹੈ? ਫਿਰ ਪਹਿਲਾ ਇਹ ਚਰਨ। ਪਹਿਲੀ ਗੱਲ ਜਿਹੜੀ ਦੱਸੀ ਹੋਈ ਹੈ ਗਿਆਨ, ਗੁਰਬਾਣੀ ਦਾ ਗਿਆਨ ਪਹਿਲਾ ਚਰਨ। ਗਿਆਨ ਦਾ ਬੰਦਾ ਮੁਕਤੀ ਮਿਲ ਜਗੀ। ਦੂਆ ਚਰਨ ਮੁਕਤੀ ਹੈ। ਗਿਆਨ ਪਦਾਰਥ ਪਹਿਲਾ, ਮੁਕਤ ਪਦਾਰਥ ਦੂਆ। ਮੁਕਤ ਪਦਾਰਥ ਕੀ ਹੈ? ਮੁਕਤ ਪਦਾਰਥ ਮਰ ਗਿਆ, ਸੰਸਾਰ ਛੱਡਤਾ, ਇਹਨੇ ਜਿਉਂਦੇ ਨਹੀਂ। ਮੁਕਤੀ ਹੋ ਗਈ। ਮਰਿਆ ਤਾਂ ਮੁਕਤੀ ਹੋ ਗਈ। ਮਰੇ ਤਾਂ ਮੇਰਾ ਮੁਕਤੀ ਕਿੱਥੋਂ ਹੁੰਦੀ ਹੈ? ਮਰ ਜਾ ਕੋਈ, ਮੁਕਤ ਮੈਂ ਹੋ ਜਾਏ ਕਿਵੇਂ ਹੋ ਜੂਗਾ? ਜਿਉਂਦਾ ਹੀ ਮਰ ਗਿਆ, ਉਹ ਨਹੀਂ ਮਰਿਆ, ਜਿਉਂਦਾ ਹੀ ਮਰ ਗਿਆ। ਜੀਵ ਤੇ ਜਿਹੜੇ ਮਰਦੇ ਨੇ ਉਹ ਮੁਕਤ ਹੁੰਦੇ ਨੇ। ਜੀਵਨ ਮੁਕਤਾ, ਜੀਵਨ ਮਰਨ ਇੱਕੋ ਗੱਲ ਹੈ। ਜਿਹੜਾ ਜੀਵਨ ਮਰਿਆ ਉਹੀ ਜੀਵਨ ਮੁਕਤ ਹੈ। ਜੀਵਨ ਦੇ ਮਰ ਜਾਣਾ ਜਾਂ ਜੀਵਨ ਮੁਕਤ ਹੋ ਜਾਣਾ ਗੱਲ ਇੱਕੋ ਹੀ ਹੈ। ਜੀਵ ਤੇ ਐਵੇਂ ਮਰੀਆ, ਜਿਉਂਦੇ ਮਰਨਾ ਜੀਵਨ ਮੁਕਤ ਅਵਸਥਾ ਹੈ। ਤੇ ਗਾਹ ਰਹਿ ਗਿਆ ਹੁਣ ਜਿਉਂਦਾ ਹੋਣਾ ਮਰ ਕੇ। ਮਰਿਆ ਫਿਰ ਜੀਵ ਹੈ। ਉਹ ਨਾਮ ਨਾਲ ਹੋਣਾ, ਤੁਰਕੀ ਬਣ, ਨਾਮ ਬੁੱਝਣ ਨਾਲ ਹੋਣਾ, ਨਾਮ ਨਾਲ ਜਿਉਂਦਾ ਹੋਣਾ। ਨਾਮ ਪਦਾਰਥ, ਜਨਮ ਪਦਾਰਥ। ਨਾਮ ਨਾਲ ਜਨਮ ਹੋਣਾ। ਨਾਨਕ ਦਾ ਨਾਮ ਮਿਲੇ ਤਾਂ ਜੀਵਨ। ਤੀਆ ਪਦਾਰਥ ਹੈ ਨਾਮ, ਉਹਦੇ ਨਾਲ ਜੀਵਨ ਦਾਨ ਮਿਲਣਾ ਦੁਬਾਰਾ। ਚੌਥਾ ਪਦਾਰਥ ਬਸ ਉਹਦੇ ਨਾਲ ਜਨਮ ਪਦਾਰਥ ਹੈ। ਫਿਰ ਨਾਮ ਪਦਾਰਥ ਨਾਲ ਜਨਮ ਪਦਾਰਥ ਹੈ। ਚਾਰੇ ਹੋ ਗਏ ਪੂਰੇ। ਇਹ ਕਿੱਥੋਂ ਹੋਏ ਪੂਰੇ? ਕਿਵੇਂ ਕਰ ਲਓਗੇ ਤੁਸੀਂ? ਕੌਣ ਕਿਹੜਾ ਉਪਦੇਸ਼ ਕਰ ਰਿਹਾ? ਕਿੱਥੇ ਹੋਏ ਆ? ਛੱਡ ਕੇ ਬਹਿ ਗਏ ਸਾਰੇ। ਸਾਧੂ ਸੁਖ ਪਾਵੈ ਕਲ ਸਾਗਰ, ਸਾਧੂ ਸੁਖ ਪਾਵੇ ਕਲ ਸਾਗਰ। ਹਾਂਜੀ,
ਕਹੋ ਕਬੀਰ ਬਹੁ ਕਾਇ ਸਾਧੂ ਕਰੀਜੈ। ਜਿਹੜੇ ਨੇ ਸਾਧੂਆਂ ਨੇ 4 ਪਦਾਰਥ ਪਾਏ ਨੇ, ਇਸ ਕਰਕੇ ਇਹ ਕਲਯੁਗ ਦੇ ਵਿੱਚ ਭਵ ਸਾਗਰ ਵਿੱਚ ਕਲ ਸਾਗਰ ਹੈ। ਕਲ ਸਾਗਰ ਅਸਲ ਚ ਕਲਪਨਾ ਦਾ ਸਾਗਰ ਹੈ, ਕਾਲ ਦਾ ਸਾਗਰ ਹੈ, ਮੌਤ ਦਾ ਸਾਗਰ ਹੈ। ਆ ਕੀ ਹੈ? ਬਿਰਤ ਮੰਡਲ ਹੈ, ਕਾਲ ਹੈ ਕਲਪਨਾ। ਇਹ ਕਾਲ ਦਾ ਸਾਗਰ ਹੈ, ਮਰਨੇ ਸਭ ਨੇ ਇੱਥੇ। ਮਨ ਲਿਖਾਇਆ हाँ, सब मरण लिखाए मंडल में आए। ये कल सागर है। कल सागर जी कोई सुखी है तो साधु है वो, क्योंकि 4 पदार्थ जो मिल गए ਉਹਨੂੰ। ना इतने का जीवन है ਉਹਦੇ ਕੋਲ, ना इतने का ਉਹਦੇ ਕੋਈ ਕਾਨੂੰਨ लागू है। ਜਾਂ ਇੱਥੇ ਵਾਲਾ ਜੀਵਨ ਹੈ ਤਿਆਗਤਾ ਉਹਨੇ, ਇੱਥੇ ਵਾਲੀ ਦੇਹ ਤਿਆਗਤੀ ਉਹਨੇ, ਉਹਨੂੰ ਨਵੀਂ ਦੇਹੀ ਮਿਲ ਗਈ, ਨਵਾਂ ਜਨਮ ਮਿਲ ਗਿਆ। ਇਸ ਕਰਕੇ ਉਹ ਇੱਥੇ ਰਹਿੰਦਾ ਹੋਇਆ ਵੀ ਸੁਖ ਹੈ, ਹੋਰ ਕਿਸੇ ਨੂੰ ਸੁਖ ਨਹੀਂ ਇੱਥੇ। ਐ ਸੰਸਾਰ ਭਵ ਸਾਗਰ ਵਿੱਚ ਸਿਰਫ ਸਾਧੂ ਸਾਧੂ ਸੁਖੀ ਹੈ, ਔਰ ਕੋਈ ਸੁਖੀ ਨਹੀਂ। ਜਿਹੜਾ ਸਾਧੂ ਹੈ ਉਹ ਸੁਖੀ ਹੈ, ਜਿਹੜਾ ਸੁਖੀ ਨਹੀਂ ਉਹ ਸਾਧੂ ਨਹੀਂ। ਜਿਹੜਾ ਗੁਰਮੁਖ ਹੈ ਉਹੀ ਸੁਖੀ ਹੈ, ਉਹੀ ਸਾਧੂ ਹੈ, ਬਾਕੀ ਕੋਈ ਸੁਖੀ ਨਹੀਂ। 4 ਪਦਾਰਥ ਜਿਹਨੇ ਪ੍ਰਾਪਤ ਕਰ ਲਏ ਉਹੀ ਸੁਖੀ ਹੈ, ਬਾਕੀ ਸਭ ਬਕਵਾਸ ਹੈ। ਅੱਗੇ ਦਾ ਆਨੰਦ ਆਨੰਦ ਸਭ ਕੋ ਕਹੇ ਵਾਲੀ ਗੱਲ ਹੈ ਵੀ ਜੇ ਅਸੀਂ ਕਿਹਾ ਸੁਖੀ ਨਹੀਂ ਹੈਗੇ ਫਿਰ ਸਾਡੇ ਸ਼ੱਕ ਕਰਨਗੇ। ਉਹ ਆਪਣੇ ਆਪ ਦੀ ਕਮਜ਼ੋਰੀ ਬਚਾਉਣ ਬਾਅਦ ਕਰਕੇ ਜਾਂ ਬਾਕੀ ਤਾਂ ਸਭ। ਹਾਂਜੀ, ਕਹੋ ਕਬੀਰ ਬਹੁ ਕਾਇ ਕਰੀਜੈ, ਸਰਬਸ ਛੋੜ ਮਹਾਰਸ ਪੀਜੈ। ਕਬੀਰ ਕਹਿੰਦਾ ਵੀ ਬਹੁਤੀਆਂ ਗੱਲਾਂ ਮੈਂ ਕੀ ਕਹਾਂ, ਹੁਣ ਬਹੁਤਾ ਕਥਨ ਕੀ ਕਰਨਾ। ਹੁਕ ਦੀ ਗੱਲ ਇੱਥੇ ਹੈ ਕਿ ਆ ਸੰਸਾਰ ਦੇ ਸਾਰੇ ਰਸ ਛੱਡ ਕੇ, ਰਸ ਕਾਹਦੇ? ਸੰਸਾਰ ਦੇ ਸਰੀਰ ਦੇ ਰਸ ਨਹੀਂ, ਕਥਾ ਵਾਰਤਾ ਦੇ ਰਸ, ਮੱਤਾਂ ਦੇ ਰਸ, ਅੜੇ ਫਸਾਉਣ ਵਾਲੇ ਨੇ ਸਾਰੇ। ਅੱਡ ਅੱਡ ਗ੍ਰੰਥਾਂ ਦੇ ਰਸ, ਅੱਡ ਅੱਡ ਉਪਦੇਸ਼ਾਂ ਦੇ ਰਸ, ਇਹ ਛੱਡਦੇ ਹੋ ਸਾਰੇ ਹੀ। ਸਰਬਸ ਛੋੜ ਮਹਾਰਸ ਪੀਜੈ। ਆ ਮਹਾਰਸ ਹੈ ਗੁਰਬਾਣੀ ਦਾ ਨਾਮ ਰਸ, ਇਹਨੂੰ ਪੀ ਲਓ ਜੇ ਕਿਸੇ ਨੇ ਸੁਖ ਲੈਣਾ। ਜੇ ਨਹੀਂ ਲੈਣਾ ਠੀਕ ਹੈ। ਸਰਬ ਰਸ ਸਾਰਿਆਂ ਮੱਤਾਂ ਦੇ ਰਸ ਨੇ ਜਿਹੜੇ, ਉਹਨਾਂ ਨੂੰ ਛੱਡ ਕੇ ਮਹਾਰਸ ਪੀ ਲਓ। ਨਾਮ ਮਹਾਰਸ ਹੁੰਦਾ, ਨਾਮ ਮਹਾਰਸ ਪੀ ਲੈ ਸਖੀਏ। ਨਾਮ ਮਹਾਰਸ ਹੈ, ਇਹ ਮਹਾਰਸ ਕਹਿਤਾ ਨਾ। ਮਹਾਰਸ ਕੀ ਹੁੰਦਾ ਹੈ? ਗਾਂ ਗੁਰਬਾਣੀ ਕਹਿੰਦੀ ਹੈ ਨਾਮ ਹੈ ਮਹਾਰਸ, ਨਾਮ ਮਹਾਰਸ ਪੀ ਲੈ ਸਖੀਏ। ਕਬੀਰ ਜੀ ਕੌੜੀ, ਕਿੰਨੇ ਮਿੰਟ ਰਹਿ ਗਏ? ਕਬੀਰ ਜੀ ਕੌੜੀ, ਕੋਈ ਸਾਧੂ ਹੈ, ਬਾਕੀ ਕੋਈ ਸੁਖੀ ਨਹੀਂ। 4 ਪਦਾਰਥ ਜਿਹਨੇ ਪ੍ਰਾਪਤ ਕਰ ਲਏ ਉਹੀ ਸੁਖੀ ਹੈ, ਬਾਕੀ ਸਭ ਬਕਵਾਸ ਹੈ। ਅੱਗੇ ਦਾ ਆਨੰਦ ਆਨੰਦ ਸਭ ਕੋ ਕਹੇ ਵਾਲੀ ਗੱਲ ਹੈ ਵੀ ਜੇ ਅਸੀਂ ਕਿਹਾ ਸੁਖੀ ਨਹੀਂ ਹੈਗੇ ਫਿਰ ਸਾਡੇ ਸ਼ੱਕ ਕਰਨਗੇ। ਉਹ ਆਪਣੇ ਆਪ ਦੀ ਕਮਜ਼ੋਰੀ ਬਚਾਉਣ ਬਾਅਦ ਕਰਕੇ ਜਾਂ ਬਾਕੀ ਤਾਂ ਸਭ। ਹਾਂਜੀ, ਕਹੋ ਕਬੀਰ ਬਹੁ ਕਾਇ ਕਰੀਜੈ, ਸਰਬਸ ਛੋੜ ਮਹਾਰਸ ਪੀਜੈ। ਕਬੀਰ ਕਹਿੰਦਾ ਵੀ ਬਹੁਤੀਆਂ ਗੱਲਾਂ ਮੈਂ ਕੀ ਕਹਾਂ, ਹੁਣ ਬਹੁਤਾ ਕਥਨ ਕੀ ਕਰਨਾ। ਹੁਕ ਦੀ ਗੱਲ ਇੱਥੇ ਹੈ ਕਿ ਇਹ ਸੰਸਾਰ ਦੇ ਸਾਰੇ ਰਸ ਛੱਡ ਕੇ, ਰਸ ਕਾਹਦੇ? ਸੰਸਾਰ ਦੇ ਸਰੀਰ ਦੇ ਰਸ ਨਹੀਂ, ਕਥਾ ਵਾਰਤਾ ਦੇ ਰਸ, ਮੱਤਾਂ ਦੇ ਰਸ, ਅੜੇ ਫਸਾਉਣ ਵਾਲੇ ਨੇ ਸਾਰੇ। ਅੱਡ ਅੱਡ ਗ੍ਰੰਥਾਂ ਦੇ ਰਸ, ਅੱਡ ਅੱਡ ਉਪਦੇਸ਼ਾਂ ਦੇ ਰਸ, ਇਹ ਛੱਡਦੇ ਹੋ ਸਾਰੇ ਹੀ। ਸਰਬਸ ਛੋੜ ਮਹਾਰਸ ਪੀਜੈ। ਆ ਮਹਾਰਸ ਹੈ ਗੁਰਬਾਣੀ ਦਾ ਨਾਮ ਰਸ, ਇਹਨੂੰ ਪੀ ਲਓ ਜੇ ਕਿਸੇ ਨੇ ਸੁਖ ਲੈਣਾ। ਜੇ ਨਹੀਂ ਲੈਣਾ ਠੀਕ ਹੈ। ਸਰਬ ਰਸ ਸਾਰਿਆਂ ਮੱਤਾਂ ਦੇ ਰਸ ਨੇ ਜਿਹੜੇ, ਉਹਨਾਂ ਨੂੰ ਛੱਡ ਕੇ ਮਹਾਰਸ ਪੀ ਲਓ। ਨਾਮ ਮਹਾਰਸ ਹੁੰਦਾ, ਨਾਮ ਮਹਾਰਸ ਪੀ ਲੈ ਸਖੀਏ। ਨਾਮ ਮਹਾਰਸ ਹੈ, ਇਹ ਮਹਾਰਸ ਕਹਿਤਾ ਨਾ। ਮਹਾਰਸ ਕੀ ਹੁੰਦਾ ਹੈ? ਗਾਂ ਗੁਰਬਾਣੀ ਕਹਿੰਦੀ ਹੈ ਨਾਮ ਹੈ ਮਹਾਰਸ, ਨਾਮ ਮਹਾਰਸ ਪੀ ਲੈ ਸਖੀਏ। ਕਬੀਰ ਜੀ ਕੌੜੀ, ਕਿੰਨੇ ਮਿੰਟ ਰਹਿ ਗਏ? ਕਬੀਰ ਜੀ ਕੌੜੀ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੇ ਹਿਰਦੇ ਭਾਉ ਹੈ ਦੂਜਾ। ਦੇਖੋ ਜਪ ਤਪ ਲੋਕ ਕਰਦੇ ਨੇ। ਜਪ ਤਪ ਜਿਹੜੇ ਜਪ ਤਪ ਦੇ ਵਿੱਚ ਮਾਇਆ ਦੀ ਭੁੱਖ ਪੂਰੀ ਕਰਨ ਵਾਸਤੇ ਕੀਤੇ ਜਾਂਦੇ ਨੇ,
ਉਹ ਜਪ ਜਪ ਨਹੀਂ, ਤਪ ਤਪ ਨਹੀਂ, ਗੁਰਬਾਣੀ ਨੂੰ ਹੁੰਦੀ। ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾ ਕੇ ਹਿਰਦੇ ਭਾਉ ਹੈ ਦੂਜਾ। ਉਹ ਕੀਤੇ ਦਾ ਤੁਸੀਂ ਮਾਇਆ ਦੀ ਵਾਸਤੇ ਨੇ, ਸੰਸਾਰੀ ਲੋੜਾਂ ਵਾਸਤੇ ਨੇ। ਉਹ ਜਪ ਤਪ ਸਾਰੇ ਬੇਕਾਰ ਨੇ, ਦਰਗਾਹ 'ਚ ਪ੍ਰਵਾਨ ਨਹੀਂ ਹਨ। ਬਸ ਜਪ ਤਪ ਜਿਹੜੇ ਦਰਗਾਹ 'ਚ ਪ੍ਰਵਾਨ ਨੇ ਉਹ ਹੋਰ ਨੇ। ਉਹ ਗੁਰਬਾਣੀ ਦੱਸੇ ਨੇ ਦਰਗਾਹ 'ਚ ਪ੍ਰਵਾਨ ਨੇ, ਜਿਹੜੇ ਸਾਡੇ ਆਪਣੇ ਬਣਾਏ ਨੇ ਸੰਖ ਜਪ ਸੰਖ ਪਾਓ, ਦਰਗਾਹ 'ਚ ਪ੍ਰਵਾਨ ਨਹੀਂ। ਦੁਨੀਆ ਕਰਦੀ ਹੈ ਕਰੀ ਜਾਵੇ, ਉਹਨੂੰ ਗਾਹਾਂ ਫੜ ਕੋਈ ਨਹੀਂ ਲੱਗਦਾ। ਹਾਂਜੀ, ਰੇ ਜਾਣ ਮਨ ਮਾਧੋ ਸੁਣ ਲਾਈ ਹੈ। ਰੇ ਜਨ ਮਨ ਮਾਧੋ ਸੁਣ ਲਾਈ ਹੈ। ਇਹ ਭਾਈ ਮਨ ਨੂੰ ਆਪਣੇ ਨੂੰ ਮਾਧੋ ਨਾਲ ਲਾ ਲਓ, ਮਾਧੋ ਆਪਣੇ ਮੂਲ ਨਾਲ ਲਾ ਲਓ, ਆਪਣੇ ਅੰਦਰ ਜੋੜ ਕੇ ਰੱਖੋ ਮਨ ਨੂੰ। ਚਤੁਰਾਈ ਨਾ ਚਤੁਰ ਭੁਜ ਪਾਈ ਹੈ। ਚਤੁਰਾਈ, ਤੇ ਜੇ ਚਤੁਰਾਈ ਜ਼ਿਆਦਾ ਕਰੋਗੇ ਨਾ ਉਹਦੇ ਨਾਲ ਚਤੁਰਭੁਜ ਨਹੀਂ ਬਣਨਾ। ਚਤੁਰਭੁਜ ਕੀ ਹੈ? ਉਹ ਭੁਜ ਉਹਦਾ ਹੁਕਮ ਹੈ ਜਿਹੜਾ, ਉਹਦੇ ਨਾਲ ਸੰਪਰਕ ਨਹੀਂ ਹੋਣਾ। ਹੁਕਮ ਹੈ ਭੁਜ ਹੈ ਉਹਦੀ, ਹੁਕਮ ਹੈ ਬਾਹ, ਹੁਕਮ ਹਾਥ ਕੇ ਹੈ ਨਾ, ਕਾਲ ਕਲਮ ਹੁਕਮ ਹਾਥ, ਉਹਦਾ ਸਿਰ ਤੇ ਹੱਥ ਨਹੀਂ ਹੋਣਾ। ਉਹ ਜਿਹੜਾ ਹੁਕਮ ਹੈ ਉਹਦੇ ਸਿਰ, ਤੁਹਾਡੇ ਸਿਰ ਤੇ ਜਿੰਨਾ ਚਿਰ ਉਹਦਾ ਹੱਥ ਨਹੀਂ ਨਾ ਹੁੰਦਾ ਪਰਮੇਸ਼ਰ ਦਾ, ਹੁਕਮ ਬੁਝਿਆ ਨਹੀਂ ਜਾਣਾ, ਫਿਰ ਉਹਨਾਂ ਚਿਰ ਪਰਮ ਪਦ ਨਹੀਂ ਮਿਲਣਾ। ਉਹ ਹੁਕਮ ਦੀ ਸਮਝ ਨਹੀਂ ਆਉਣੀ ਤੁਹਾਨੂੰ, ਹੁਕਮ ਨਹੀਂ ਬੁਝਿਆ ਜਾਣਾ ਚਤੁਰਾਈ ਨਾਲ। ਹੁਕਮ ਬੁਝਿਆ ਜਾਊ ਸਰੈਂਡਰ ਹੋ ਕੇ, ਮੇਰੀ ਮਤ ਥੋੜੀ ਰਾਮ ਕਹੇ ਤੇ। ਹਾਂਜੀ, ਰਹਾਓ ਪਰ ਹਰ ਲੋਭ ਅਰ ਲੋਕਾਚਾਰ। ਆ ਲੋਭ ਛੱਡ ਦਿਓ, ਪਹਿਲੀ ਗੱਲ ਹੈ। ਪਰ ਹਰ ਲੋਭ ਅਰ ਲੋਕਾਚਾਰ, ਆ ਲੋਕਾਚਾਰ, ਅੜੀ ਲੋਗਾ ਰੀਤ ਹੈ ਨਾ, ਸਵੇਰੇ ਉੱਠਣਾ, ਇਸ਼ਨਾਨ ਕਰ, ਜੋ ਵੀ ਹੈ ਰੂਟੀਨ ਚ ਨਿਤਨੇਮ ਵਗੈਰਾ ਲੋਗਾ ਰੀਤ ਹੈ, ਇਹ ਛੱਡ ਦਿਓ। ਕੋਈ ਸਾਰਥਕ ਕੰਮ ਕਰੋ, ਉਹ ਕੰਮ ਕਰੋ ਜਿਹੜਾ ਭਗਤਾਂ ਨੇ ਕੀਤਾ ਹੈ, ਜਿਹਦੇ ਨਾਲ ਕਾਮਯਾਬੀ ਹੋਈ ਹੈ। ਇਹ ਤੁਹਾਡੇ ਬਣਾਏ ਹੋਏ ਨੇ, ਜਿਹੜੇ ਆਦਮੀ ਨੇ ਬਣਾ ਲਏ ਕੰਮ, ਜਪ ਤਪ ਜੋ ਵੀ ਕੁਛ, ਇਹ ਨਿਤਨੇਮ ਵੀ ਸਾਡੇ ਬਣਾਏ ਹੋਏ ਨੇ ਸਿੱਖਾਂ ਦੇ। ਕੋਈ ਜਿਹੜੇ ਆਪ ਨਹੀਂ ਕਾਮਯਾਬ ਹੋਏ ਨਿਤਨੇਮ ਬਣਾਉਣ ਵਾਲੇ, ਤੁਸੀਂ ਉਹਦੇ ਕਾਮਯਾਬ ਕਿਵੇਂ ਹੋ ਜਾਓਗੇ? ਕਿ ਜਿਹੜਾ ਰਹਿਤ ਮਰਿਆਦਾ ਬਣਾਈ ਉਹਨਾਂ 'ਚ ਕੋਈ ਗੁਰਮੁਖ ਥਾ, ਉਹਨੂੰ ਸਮਝ ਸੀ, ਤੁਸੀਂ ਕਿਵੇਂ ਹੋ ਜਾਓਗੇ? ਕੰਮ ਕਿਵੇਂ ਨਿਕਲ ਜਾਓਗੇ ਉਹ ਤੋਂ? ਉਹਦਾ ਜਿੰਨੀ ਕੋਲਾਂ ਦੀ ਬੁੱਧੀ ਕੀ ਹੋ ਜਾ ਬਣਾ ਲਿਆ ਤੁਸੀਂ। ਹੁਣ ਗੁਰਬਾਣੀ ਨੂੰ ਪੁੱਛੋ ਗੱਲ ਕੀ ਹੈ। ਚਲੋ ਇਹਨਾਂ ਚਿਰ ਤੁਸੀਂ ਵਿੱਚ ਘੇਰੇ 'ਚ ਲੱਗੇ ਰਹੇ। ਇਹ ਤਾਂ ਵਾੜੇ ਬਣੇ ਹੁੰਦੇ ਨੇ ਭੇਡਾਂ ਦੇ। ਆ ਜਿਹੜਾ ਹੈ ਨਾ ਲੋਗਾ ਰੀਤ, ਜਿਵੇਂ ਆਲੇ ਦੁਆਲੇ ਬਾੜ ਕਰ ਦੀ ਹੈ ਭੇਡਾਂ ਰੋਕਣ ਨੂੰ, ਇਹ ਤਾਂ ਭੇਡਾਂ ਰੋਕੀਆਂ ਹੋਈਆਂ ਹੁੰਦੀਆਂ ਨੇ, ਹੋਰ ਕੁਝ ਨਹੀਂ ਹੁੰਦਾ ਹੈ। ਭੇਡਾਂ ਦੇ ਬਾੜੇ ਨੇ, ਉਹਨੂੰ ਚਾਹੀਦੀ ਹੈ ਉਹਨਾਂ ਨੂੰ, ਇਹ ਕੁਝ ਨਹੀਂ ਹੁੰਦਾ ਹੈ ਇਹਦੇ ਵਿੱਚ। ਕਦੇ ਕਿਸੇ ਨੇ ਇਹਨਾਂ ਗੱਲਾਂ ਨਾਲ ਕਿਸੇ ਨੇ ਨਹੀਂ ਕੋਈ ਗੁਰਮੁਖਤਾਈ ਪ੍ਰਾਪਤ ਕੀਤੀ। ਉਹ ਤਾਂ ਵੱਖਰੇ ਹੁੰਦੇ ਨੇ, ਜਿੰਨੇ ਡੇਰੇ ਭੇਡਾਂ ਦੇ ਵੇਟ ਬਾੜੀ ਆ, ਉਹ ਸਾਰੇ ਬਾੜੇ ਹੀ ਨੇ, ਹੋਰ ਕੀ। ਤੇ ਭੇਡਾਂ ਦੇ ਬਾੜੇ ਨੇ, ਆਪਣੇ ਆਪਣੇ ਟਿੱਕੇ ਲਾਏ ਨੇ ਸਾਰਿਆਂ ਨੇ, ਉਹ ਭੇਗ ਟਿੱਕੇ ਹੀ ਹੁੰਦੇ ਨੇ। ਇਹ ਨਹੀਂ ਕੁਛ ਹੁੰਦਾ। ਕਦੇ ਇੱਥੋਂ ਗੁਰਮੁਖ ਇਕੱਠੇ ਹੋ ਕੇ ਨਿਕਲੇ ਹੁਣ ਕਿਤੋਂ ਸਾਬਤ ਕਰਕੇ ਦਿਖਾਓ। ਕਿਸੇ ਸੰਸਥਾ ਨੇ ਕੋਈ ਭਗਤ ਪੈਦਾ ਕੀਤਾ ਹੋਵੇ, ਦੱਸੋ ਕਿਹੜੀ ਨੇ ਪੈਦਾ ਕੀਤਾ? ਜੇ ਕੋਈ ਇਹ ਸੰਸਥਾ ਛੱਡ ਕੇ ਅੱਡ ਚਲਾ ਗਿਆ, ਜੇ ਕੋਈ ਨਿਕਲਿਆ ਸੰਸਥਾ ਛੱਡ, ਕਿਉਂਕਿ ਸੰਸਥਾ ਦੇ ਵਿੱਚ ਵੀ ਉਹੀ ਗੱਲ ਹੁੰਦੀ ਹੈ, ਜਿਹੜੀ ਸੰਸਥਾ ਖੜੀ ਹੋ ਜਾਂਦੀ ਹੈ ਨਾ, ਉਹ ਸਾਰੇ ਲੋਕ ਆ ਰਹੇ ਨੇ, ਆਪਣੀ ਆਪਣੀ ਮਤ ਹੁੰਦੀ ਹੈ ਉੱਥੇ। ਹੁਣ ਇੱਥੇ ਤਾਂ ਆਪਣੀ ਮਤ ਚੱਲਣੀ ਨਹੀਂ, ਆਪਣੀ ਮਤ ਛੱਡਣ ਵਾਲਾ ਕੋਈ ਬਿਰਲਾ ਹੁੰਦਾ। ਆਪਣੀ ਮਤ ਆਪੇ ਛੱਡ ਦੇਵੇ, ਦੂਆ ਕੰਮ ਮਿਲ ਗਿਆ ਛੱਡੀ ਹੋਈ ਮਤ ਵਾਲਾ, ਚੰਗੀ ਗੱਲ ਹੈ, ਨਹੀਂ ਮਿਲਿਆ ਨਾ ਸੀ। ਇਸ ਕਰਕੇ ਸਾਧੂ ਕੋ ਮਿਲਣੇ ਜਾਈਏ, ਸੰਗ ਨਾ ਲੀਜਾ ਕੋਏ, ਦੂਆ ਨਾ ਦੇਖੋ ਵੀ ਦੂਈ ਮਤ ਛੱਡੀ ਹੋਈ ਵੀ ਕੋਈ ਮੈਨੂੰ ਮਿਲੇ ਤਾਂ ਮੈਂ ਗਾਹਾਂ ਤੁਰੂ, ਆਪ ਦੱਬੀ ਤੁਰੋ। ਪਰ ਹਰ ਕਾਮ ਕ੍ਰੋਧ ਅਹੰਕਾਰ। ਕਾਮ ਕ੍ਰੋਧ ਅਹੰਕਾਰ ਇਹ ਛੱਡ ਦਿਓ। ਪ੍ਰਥਮੇ ਤਿਆਗੀ ਲੋਗਾ ਰੀਤ ਛੱਡ ਦਿਓ। ਕਾਮ ਕ੍ਰੋਧ ਅਹੰਕਾਰ, ਦੁਤੀਆ ਤਿਆਗੀ ਬਣਾ, ਪ੍ਰਥਮੇ ਤਿਆਗੀ ਹੋਵੇ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ। ਇਹ ਦੋਏ ਗੱਲਾਂ ਉਹੀ ਨੇ। ਕਾਮ ਕ੍ਰੋਧ ਅਹੰਕਾਰ ਛੱਡ ਦੋ, ਲੋਭ ਛੱਡ ਦੋ, ਲੋਕਾਚਾਰ ਛੱਡ ਦੋ। ਉੱਥੇ ਕੀ ਕਿਹਾ? ਪ੍ਰਥਮੇ ਤਿਆਗੀ ਹੋਵੇ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ। ਤ੍ਰੈ ਗੁਣ ਤਿਆਗ ਬੈਰੀ ਮੀਤ ਸਮਾਨੇ, ਦੁਨੀਆ ਗੁਣ ਮਿਰਸਾਲ ਪਛਾਣੇ। ਗੱਲ ਤਾਂ ਇਸੇ ਦੀ ਵਿਆਖਿਆ ਕੀਤੀ ਹੋਈ ਹੈ। ਬੜੇ ਸਿੰਪਲ ਔਰ ਸੌਖੇ ਢੰਗ ਨਾਲ ਕੰਪੈਰ ਕਰਕੇ ਇਕੱਠਾ ਰੱਖਿਆ ਹੋਇਆ ਸਾਰਾ ਕੁਝ ਗੁਰਬਾਣੀ ਵਿੱਚ ਵੀ ਹੈ। ਇਸੇ ਗੱਲ ਦੀ ਵਿਆਖਿਆ ਇਹ ਪਹਿਲੀ ਸਟੇਜ ਵਿੱਚ ਕਹੀਆਂ ਹੋਈਆਂ ਗੱਲਾਂ ਨੇ, ਜਦ ਬਿਲਕੁਲ ਸੰਸਾਰ ਨੂੰ ਪਤਾ ਨਹੀਂ। ਗੁਰੂ ਸਾਹਿਬ ਨੇ ਉਦੋਂ ਕਹੀਆਂ ਜਦ ਸੰਸਾਰ ਨੂੰ ਖਾਸਾ ਕੁਝ ਪਤਾ ਲੱਗ ਚੁੱਕਿਆ ਸੀ।
ਖਾਸਾ ਕੁਝ ਪਤਾ ਸੀ ਪਰ ਪੂਰਾ ਗਿਆਨ ਹੈ ਨਹੀਂ ਭੱਬਲ। ਜਿਵੇਂ ਹੁਣ ਗੁਰਬਾਣੀ ਦਾ ਖਾਸਾ ਕੁਝ ਸਾਨੂੰ ਪਤਾ ਹੈ, ਅਸਲੀਅਤ ਕੀ ਹੈ ਉਹਦਾ ਫਿਰ ਨਹੀਂ ਪੜਦਾ, ਨਹੀਂ ਚੱਕਿਆ ਹੋਇਆ ਅਸਲੀਅਤ। ਹਾਂਜੀ, ਕਰਮ ਕਰਤਾ ਬੰਦੇ ਅੰਮੇਵ, ਕਰਮ ਕਰਤ ਬੰਦੇ ਅਹਮੇਵ। ਜਿਹੜੇ ਕਰਮ ਧਰਮ 'ਚ ਫਸੇ ਹੋਏ ਨੇ ਨਾ, ਪਖੰਡ ਹੈ, ਇਹ ਹੰਕਾਰ 'ਚ ਬੰਨੇ ਹੋਏ ਨੇ। ਕਰਮ ਧਰਮ ਦਾ ਹੰਕਾਰ 'ਚ ਬੰਨ੍ਹਦੇ ਨੇ ਤੁਹਾਨੂੰ। ਸਾਰੇ ਨੂੰ ਹੰਕਾਰ ਹੀ ਪੈਦਾ ਹੁੰਦਾ, ਕੁਝ ਨਹੀਂ ਪੈਦਾ ਹੁੰਦਾ ਇਹਨਾਂ ਨੂੰ। ਜੋ ਨਿਤਨੇਮ ਵਗੈਰਾ ਕਰਮ ਕਾਂਡ ਹੈ, ਇਹਦੇ ਨਾਲ ਹੰਕਾਰ ਤੇ ਸਿਵਾ ਕੁਝ ਨਹੀਂ ਪੱਲੇ ਪੈਂਦਾ। ਸਾਰੇ ਦੇਖ ਲੈਣ ਜਿਹੜੇ ਕਰਦੇ ਨੇ ਕਿਹੜਾ ਹੰਕਾਰ ਤੋਂ ਬਚਿਆ ਹੈ। ਗੁਰਬਾਣੀ ਸੱਚ ਕਹਿੰਦੀ ਹੈ, ਕਿਸੇ ਨੂੰ ਕੌੜੀ ਲੱਗੇ ਕਿਸੇ ਨੂੰ ਮਿੱਠੀ ਲੱਗੇ। ਜਿਹੜਾ ਗਾਂ ਹੰਕਾਰ ਤੋਂ ਲੰਘਿਆ ਉਹ ਗੱਲ ਕਰੇ, ਜਿਹੜਾ ਫਸਿਆ ਹੰਕਾਰ ਜੋ ਬੋਲੇ ਕਿਉਂ ਚੁੱਪ ਕਰ ਰਹੇ। ਹੰਕਾਰ ਜਿਹਦੇ ਤਿਆਗ ਦਾ ਉਹ ਗੱਲ ਕਰੇ, ਜਿਹਦਾ ਲੋਭ ਤਿਆਗਿਆ ਗਿਆ ਗੱਲ ਕਰੇ। ਨਿਤਨੇਮ ਨਾਲ ਜਿਹਨੇ ਲੋਭ ਤਿਆਗਤਾ ਗੱਲ ਕਰੇ। ਨਿਤਨੇਮ ਨਾਲ ਜਿਹਦਾ ਮੋਹ ਤਿਆਗਿਆ ਗਿਆ ਗੱਲ ਕਰੇ। ਤਿਆਗ ਹੀ ਨਹੀਂ ਹੋਇਆ ਕੋਈ, ਛੱਡੋ ਪਰੇ, ਫਿਰ ਕੀ ਹੈ। ਕਰੀ ਜਾਓ, ਚਲੋ ਜੇ ਤੁਹਾਡਾ ਇੱਥੇ ਜੀ ਲੱਗਿਆ ਕਰੀ ਜਾਓ, ਲੇਕਿਨ ਉਹ ਟਾਰਗੇਟ ਤੁਹਾਡਾ ਪੂਰਾ ਨਹੀਂ ਹੋਣਾ। ਗੁਰਬਾਣੀ ਇਹ ਕਹਿ ਰਹੀ ਹੈ ਵੀ ਟਾਰਗੇਟ ਹੀ ਪੂਰਾ ਹੋ ਸਕਦਾ। ਹਾਂਜੀ, ਮਿਲ ਪਾਤਰ ਕੀ ਕਰਹੀ ਸੇਵ, ਬਿਲ ਪਾਥਰ ਕੀ ਕਰੀ ਸੇਵ। ਸਾਰੇ ਮਿਲ ਕੇ ਪੱਥਰ ਦੀ ਸੇਵਾ ਨਹੀਂ ਕਰਦੇ। ਸਾਡੇ ਕੀ ਕਰਦੇ ਨੇ? ਸਾਡੇ ਨਗਰ ਕੀਰਤਨ ਕਰਦੇ ਨੇ। ਉਹੀ ਉਹ ਗੱਲ ਹੈ, ਉਹ ਵੀ ਤਾਂ ਮੂਰਤੀ ਸਥਾਪਨਾ ਬਾਰੇ ਕਰਦੇ ਸੀ। ਇਹੋ ਜਿਹਾ ਹੀ ਕੁਛ ਹੈ, ਇਹ ਕੁਛ ਨਹੀਂ ਹੈ। ਕਹੋ ਕਬੀਰ ਭਗਤੀ ਕਰ ਪਾਇਆ, ਭੋਲੇ ਭਾਏ ਮਿਲੇ ਰੁਗਰਾਇਆ। ਕਬੀਰ ਕਹਿੰਦਾ ਭਗਤੀ ਕਰ ਪਾਇਆ, ਮੈਂ ਪਾਇਆ, ਭਗਤੀ ਕਰਕੇ ਪਾਇਆ। ਉਹ ਭਗਤੀ ਕੀ ਹੈ? ਉਹਨੇ ਤਾਂ ਭਗਤੀ ਕਹਿਤਾ, ਪਰ ਭਗਤੀ ਕੀ ਹੈ ਇਹ ਹੁਣ ਸੁਖਮਨੀ ਸਾਹਿਬ ਦੇ ਵਿੱਚ ਇਹਦੀ ਵਿਆਖਿਆ ਕੀਤੀ ਹੈ। ਗੁਰ ਕੀ ਮਤ ਤੂੰ ਲਿਓ ਆਣੇ, ਭਗਤ ਬਿਨਾ ਉਹ ਡੂਬੇ ਸਣ। ਆ ਗੁਰ ਕੀ ਮਤ ਲੈਣਾ ਹੀ ਭਗਤੀ ਹੈ। ਨਹੀਂ ਤਾਂ ਭਗਤੀ ਦੇ ਦੇਖੋ ਕੁਝ ਗੱਲਾਂ ਕਬੀਰ ਕਹਿ ਗਿਆ, ਹੁਣ ਭਗਤੀ ਦਾ ਰੌਲਾ ਪੈ ਗਿਆ। ਭਗਤੀ ਕੀ ਹੁੰਦੀ ਹੈ? ਕੋਈ ਕਹਿੰਦੇ ਸਾਡੇ ਵਾਲੀ ਭਗਤੀ ਨੂੰ ਗਿਆ, ਕੋਈ ਕਹਿੰਦਾ ਸਾਡੇ ਵਾਲੀ ਨੂੰ ਗਿਆ, ਕੋਈ ਕਹਿੰਦਾ ਸਾਡੇ ਵਾਲੀ ਨੂੰ ਗਿਆ। ਉਹਨਾਂ ਨੇ ਜਾ ਕੇ ਉੱਤੇ ਗ੍ਰੰਥ ਪੜ੍ਹੇ ਤੇ ਸ਼ਬਦ ਵਿਚਾਰ ਕੀਤੀ ਸੀ। ਉਹ ਤਾਂ ਆਪਣੀ ਗੱਲ ਕਰ ਰਹੇ ਹੈ, ਕਿਤੇ ਹੋਰ ਦੱਸੂ ਵੀ ਭਗਤੀ ਕੀ ਹੁੰਦੀ ਹੈ। ਪਰ ਗੁਰਬਾਣੀ ਨੇ ਦੱਸਤਾ ਵੀ ਆਹ ਗੁਰ ਕੀ ਮਤ ਲੈ ਲਓ, ਇਹੀ ਭਗਤੀ ਹੈ। ਇਹ ਭਗਤੀ ਤੋਂ ਬਿਨਾਂ ਹੋਰ ਭਗਤੀਆਂ ਜਿੰਨੀਆਂ ਮਰਜ਼ੀ ਕਰ ਲਓ, ਕਰਦੇ ਵੀ ਨੇ ਸਿਆਣੇ ਬੜੇ ਆਪਣੇ ਆਪ ਨੂੰ ਕਹਾਉਣ ਵਾਲੇ, ਪਰ ਸਾਰੇ ਡੁੱਬ ਗਏ। ਜਿਹੜੇ ਵੱਡੇ ਸਿਆਣੇ ਬਣਦੇ ਸੀ, ਸਾਡੇ ਵੀ ਸਿੱਖਾਂ ਦੇ ਵਿੱਚ ਮਹਾਂਪੁਰਸ਼ ਜਿਹੜੇ ਕਹਾਉਂਦੇ ਸੀ, ਸਾਰੇ ਹੀ ਡੁੱਬ ਗਏ। ਕਿਉਂ? ਗੁਰਮਤਿ ਦੀ ਸੋਝੀ ਕਿਸੇ ਨੂੰ ਨਹੀਂ ਸੀ। ਜੇ ਸੋਝੀ ਹੁੰਦੀ ਤਾਂ ਦੱਸ ਕੇ ਜਾਂਦੇ, ਲਿਖਾ ਜਾਂਦੇ। ਭਗਤ ਵੀ ਤਾਂ ਅਨਪੜ੍ਹ ਵਰਗੇ ਹੀ ਸੀ, ਦੱਸ ਜਾਂਦੇ। ਉਹ ਕਿਉਂ ਨਹੀਂ ਦੱਸ ਕੇ ਗਏ? ਜੇ ਉਹਨਾਂ ਦੇ ਪੱਲੇ ਸੀ ਕੁਛ, ਕੋਈ ਕੁਛ ਕਹੀ ਜਾਵੇ ਸੱਚ ਇਹੀ ਹੈ, ਕਿਤੇ ਪੱਲੇ ਕੁਛ ਨਹੀਂ ਸੀਗਾ। ਜੇ ਸੀਗਾ ਉਹਨਾਂ ਦੇ ਚੇਲਿਆਂ ਕੋਲ ਕੀ ਹੁਣ ਦਿਖਾ ਦੇਣ, ਔਖੇ ਹੁੰਦੇ ਨੇ, ਹੋਈ ਜਾਣ, ਸਾਡੀ ਟੰਗ ਤੋੜਨਗੇ, ਸਾਡੇ ਕਰਨਗੇ। ਸੱਚ ਦਾ ਸੱਚ ਹੈ, ਇਹ ਸਾਬਤ ਕਰਨ ਵੀ ਉਹਨਾਂ ਕੋਲ ਥਾ ਕੁਛ। ਤੁਸੀਂ ਕੰਮ ਉਹ ਕਰਦੇ ਹੋ ਜਿਹੜੇ ਗੁਰਮਤਿ ਦੇ ਖਿਲਾਫ ਨੇ। ਤੁਹਾਨੂੰ ਹਟਾਇਆ ਕਰੋ ਉਹਨਾਂ ਨੇ, ਜੋ ਤੁਹਾਨੂੰ ਦੱਸਿਆ ਹੈ ਉਹ ਤੁਸੀਂ ਕਰ ਰਹੇ ਹੋ। ਆਉਣ ਵਾਲਿਆਂ ਨੇ ਤਾਂ ਸੱਚ ਕਹਿਣਾ। ਜਿਹਨਾਂ ਨੂੰ ਪਹਿਲਾਂ ਕਿਹਾ ਸੀ ਉਹਨਾਂ ਨੂੰ ਵੀ ਇਹੀ ਪਿੰਚ ਹੋਇਆ ਸੀ, ਝੂਠ ਨੂੰ ਪਿੰਚ ਹੋਊਗਾ ਸੱਚ। ਜਿਹੜੇ ਹੋਰ ਲੋਕ ਫਸਾਏ ਨੇ ਤੁਸੀਂ ਮਗਰ ਲੱਗ ਗਏ, ਉਹ ਤਾਂ ਅਸੀਂ ਤੁਹਾਡੇ ਨੂੰ ਤੋੜਨੇ ਨੇ ਨਾ ਸੱਚ ਬੋਲਾਂਗੇ ਉਹਨਾਂ ਨੇ ਨਹੀਂ ਟੁੱਟਣਾ, ਉਹਨਾਂ ਦਾ ਜੀਵਨ ਖਰਾਬ ਹੋ ਜਾਊਗਾ। ਜਿਹੜੇ ਤੁਹਾਨੂੰ ਕੁਝ ਮੰਨੀ ਬੈਠੇ ਨੇ ਨਾ, ਉਹਨਾਂ ਦਾ ਜੀਵਨ ਕਿਵੇਂ ਸੁਧਰੂਗਾ, ਉਹਨਾਂ ਨੂੰ ਕਿਵੇਂ ਲਾਭ ਹੋਊ ਜੇ ਸੱਚ ਨਾ ਬੋਲੇ ਨਾ। ਇੱਕ ਤਾਂ ਸਾਨੂੰ ਲੱਗੂ ਵੀ ਖਾਨੀ ਉਹਨਾਂ ਦੀ ਪੈ ਹੈ, ਸਾਨੂੰ ਕਿਸੇ ਦੀ ਪੈ ਨਹੀਂ ਹੈ, ਝੂਠਿਆਂ ਦੀ ਪੈ ਹੁੰਦੀ ਹੈ। ਪੈ ਪਰਮੇਸ਼ਰ ਦੇ ਬਿਨਾਂ ਕਿਸੇ ਦੀ। ਸੱਚ ਨੂੰ ਕਿਹਦੀ ਪੈ ਹੈ? ਸੱਚ ਬੋਲਣ ਵਾਲੇ ਨੂੰ ਕਿਹਦੀ ਪੈ ਹੈ? ਪੈ ਹੋਊ ਇਹਨਾਂ ਨੂੰ, ਝੂਠਿਆਂ ਨੂੰ। ਸੱਚ ਨੂੰ ਕਿਸੇ ਦੀ ਪੈ ਨਹੀਂ ਹੁੰਦੀ। ਸੱਚ ਬੋਲਣਾ ਨਿਰਭੈ ਹੋ ਕੇ ਬੋਲ ਹੋਊਗਾ। ਸੱਚ ਬੋਲਣਾ ਤਾਂ ਕਿਸੇ ਤੋਂ ਕੋਈ ਆਸ ਰੱਖ ਕੇ ਨਹੀਂ ਬੋਲ ਹੋਊਗਾ। ਜਿਹਨੂੰ ਕਿਸੇ ਵੋਟਾਂ ਦੀ ਆਸ ਹੈ, ਕਿਸੇ ਇੱਜ਼ਤ ਦੀ ਆਸ ਹੈ, ਕਿਸੇ ਵਡਿਆਈ ਦੀ ਆਸ ਹੈ, ਜਿਹਨੂੰ ਕਿਸੇ ਚੀਜ਼ ਦੀ ਵੀ ਆਸ ਨਹੀਂ, ਉਹ ਸੱਚ ਬੋਲ ਸਕਦਾ। ਸੱਚ ਨਹੀਂ ਬੋਲ ਸਕਦਾ ਕੋਈ ਵੀ। ਭੋਲੇ ਭਾਏ ਮਿਲੇ ਰੁਗਰਾਇਆ। ਭੋਲੇ ਭਾਏ, ਭੋਲਾ ਭਾਉ ਕੀ ਹੁੰਦਾ? ਨਿਊਟਰਲ ਗੇਅਰ। ਜਦੋਂ ਆਪਣੀ ਮਰਜ਼ੀ ਤਿਆਗਤੀ, ਭੋਲਾ ਭਾਏ ਹੁੰਦਾ ਜੋ ਦੇਵੇ ਸੋ ਖਾਈ।
ਜੋ ਦੇਵੇ ਸੋ ਖਾਈ। ਹਾਏ ਭੋਲਾ ਪਾਏ, ਆਪਣਾ ਕੋਈ ਨੌਕਰ ਹੈ ਭੋਲਾ, ਉਹਨੂੰ ਕਹਿੰਦੇ ਜੋ ਦੇ ਦੇਵੇ ਉਹੀ ਖਾ ਲਿਆ ਉਹਨੇ। ਉਹਨੂੰ ਕੋਈ ਚੀਜ਼ ਭੁੱਲ ਕੇ ਦੇਣੀ। ਮੈਂ ਕਿਹਾ ਸਬਜ਼ੀ ਰੱਖਣੀ ਭੁੱਲ ਗਏ ਯਾਰ ਦੇਰ ਲਾਤੀ ਥੋੜੀ, ਸਬਜ਼ੀ ਰੱਖਣੀ ਤੇ ਦੇਰ ਲਾਤੀ, ਰੋਟੀ ਉਹਨੂੰ ਲਿਆਇਓ ਰੁੱਖੀ ਹੋ ਖਾ ਕੇ। ਉਹ ਕਹਿੰਦਾ ਤੂੰ ਸਬਜ਼ੀ ਲੈ ਕੇ ਆਉਣੀ ਸੀ ਅਸੀਂ, ਕਹਿੰਦਾ ਚੱਲ ਮੈਂ ਕਿਹਾ ਹੋਣੀ ਨਹੀਂ, ਮੈਂ ਤਾਂ ਖਾ ਲਈ। ਭੋਲਾ ਪਾਏ ਮੰਗਿਆ